हाँ जी, गुड मॉर्निंग साਰਿਆਂ ਨੂੰ। Today we will discuss paper number 4, registration manual। ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਜੀ ਪੇਪਰ ਨੰਬਰ 4, ਰਜਿਸਟ੍ਰੇਸ਼ਨ ਮੈਨੂਅਲ। हाँ जी, आवाज आ रही है? यस प्लीज। अपॉइंटमेंट, रिम्यूनरेशन एंड द रिटायरमेंट ऑफ द रजिस्टरिंग ऑफिसर। मेरी आवाज आ रही है जी? नहीं, आवाज नहीं। ओके ओके। अपॉइंटमेंट ऑफ द रजिस्टरिंग ऑफिसर। रजिस्टरिंग ऑफिसर किहनूं कहा जाता है? रजिस्टरिंग ऑफिसर सब रजिस्ट्रार भी होंगे, रजिस्टरिंग ऑफिसर रजिस्ट्रार भी होंगे, क्योंकि पावर्स दोनों कोले होंदियां ने। जॉइंट सब रजिस्ट्रार भी रजिस्टरिंग ऑफिसर होंगे, क्योंकि सारे ही रजिस्ट्रेशन कर सकते हैं। इन्हां दी अपॉइंटमेंट किवें हुंदी है? ਆਪਾਂ ਪੜ੍ਹਿਆ ਸੀ ਰਜਿਸਟ੍ਰੇਸ਼ਨ ਐਕਟ ਪੜ੍ਹਿਆ ਸੀ 1908। ਉਹਦੇ ਵਿੱਚ ਸੈਕਸ਼ਨ 6 ਸੀਗੀ, ਜਿਹਦੇ ਵਿੱਚ ਦੱਸਿਆ ਗਿਆ ਵੀ ਜਿਹੜੀ ਅਪਾਇੰਟਮੈਂਟ ਹੈਗੀ ਹੈ ਰਜਿਸਟਰਿੰਗ ਆਫਿਸਰ ਦੀ ਕਿਵੇਂ ਕਿਵੇਂ ਹੁੰਦੀ ਹੈ, ਕੌਣ ਕੌਣ ਰਜਿਸਟਰਿੰਗ ਆਫਿਸਰ ਹੋ ਸਕਦੇ ਆ। ਦੇਖੋ, ਜਨਰਲ ਤਾਂ ਹੈਗਾ ਸੈਕਸ਼ਨ 6 ਦੇ ਮੁਤਾਬਕ ਪਰਮਾਨੈਂਟ ਅਪਾਇੰਟਮੈਂਟ ਹੁੰਦੀ ਹੈ। ਇੱਕ ਤਾਂ ਟੂ ਦੀ ਆਫਿਸ ਆਫ ਦਾ ਰਜਿਸਟਰਾਰ, ਸਬ ਰਜਿਸਟਰਾਰ ਤੇ ਜੁਆਇੰਟ ਸਬ ਰਜਿਸਟਰਾਰ, ਜਿਵੇਂ ਕਿ ਸਟੇਟ ਗਵਰਨਮੈਂਟ ਡਿਕਲੇਅਰ ਕਰਦੀ ਹੈ। ਸਟੇਟ ਗਵਰਨਮੈਂਟ ਨੇ ਸਬ ਰਜਿਸਟਰਾਰ ਤੇ ਜੁਆਇੰਟ ਸਬ ਰਜਿਸਟਰਾਰ, ਤਹਿਸੀਲਦਾਰਾਂ ਨੂੰ ਤੇ ਨਾਇਬ ਤਹਿਸੀਲਦਾਰਾਂ ਨੂੰ ਡਿਕਲੇਅਰ ਕੀਤਾ ਹੋਇਆ ਹੈ ਇਸ ਵੇਲੇ। ਪਰ ਕਿਸੇ ਤਹਿਸੀਲ ਦੇ ਵਿੱਚ ਜਿਹੜੀ ਸਬ ਰਜਿਸਟਰਾਰ ਦੀ ਪੋਸਟ ਹੈ ਉਹ ਪੱਕੇ ਤੌਰ ਤੇ ਵੀ ਜਿਹੜੀ ਹੋਈ ਨਵੀਂ ਅਮੈਂਡਮੈਂਟ ਕਰਕੇ ਸਰਕਾਰ ਵੱਲੋਂ ਅਮੈਂਡਮੈਂਟ ਕੀਤੀ ਗਈ ਹੈ। ਸਬ ਰਜਿਸਟਰਾਰ ਇੰਡੀਵਿਜੂਅਲ ਓਨਲੀ ਸਬ ਰਜਿਸਟਰਾਰ, ਪਰ ਇਹ ਸਬ ਰਜਿਸਟਰਾਰ ਜਿਹੜੇ ਲਗਾਏ ਜਾਂਦੇ ਆ ਇਹ ਵੀ ਤਹਿਸੀਲਦਾਰਾਂ ਵਿੱਚੋਂ ਹੀ ਲਗਾਏ ਜਾਂਦੇ ਆ, ਪਰਮਾਨੈਂਟ ਤੌਰ ਤੇ ਲਗਾਏ ਜਾਂਦੇ ਆ। ਇੱਥੇ ਅਸੀਂ ਗੱਲ ਕਰਦੇ ਹਾਂ ਕਲਾਸਿਸ ਆਫ ਦਾ ਰਜਿਸਟਰਿੰਗ ਆਫਿਸਰ ਕਿਹੜੇ ਕਿਹੜੇ ਹੋ ਸਕਦੇ ਆ। ਦੋ ਤਰ੍ਹਾਂ ਦੀਆਂ ਕਲਾਸਿਸ ਹੈਗੀਆਂ ਨੇ। ਇੱਕ ਤਾਂ ਜਿਹੜੇ ਪਬਲਿਕ ਸਰਵੈਂਟ ਵਿੱਚੋਂ, ਜਿਵੇਂ ਤਹਿਸੀਲਦਾਰਾਂ 'ਚ, ਨਾਇਬ ਤਹਿਸੀਲਦਾਰਾਂ 'ਚੋਂ ਸਬ ਰਜਿਸਟਰਾਰ ਲਗਾਏ ਜਾਂਦੇ ਆ, ਜੁਆਇੰਟ ਸਬ ਰਜਿਸਟਰਾਰ ਲਗਾਏ ਜਾਂਦੇ ਆ। ਇਸ ਤੋਂ ਇਲਾਵਾ ਵੀ ਸਰਕਾਰ ਕੋਲ ਇੱਕ ਪ੍ਰੋਵੀਜ਼ਨ ਹੈਗੀ ਹੈ ਬਿਨਾਂ ਇਹ ਤਾਂ ਜਿਹੜੇ ਆਫੀਸ਼ੀਅਲਸ ਆਫਿਸਰਸ ਲੱਗਦੇ ਆ ਸਬ ਰਜਿਸਟਰਾਰ, ਇਹ ਤਾਂ ਦੇਖੋ ਇਹ ਜਿਹੜੀ ਜੌਬ ਤੇ ਪਹਿਲਾਂ ਲੱਗੇ ਹੁੰਦੇ ਆ, ਤਹਿਸੀਲਦਾਰ ਹੁੰਦੇ ਆ, ਜੁਆਇੰਟ ਤਹਿਸੀਲਦਾਰ ਹੁੰਦੇ ਆ, ਨਾਇਬ ਤਹਿਸੀਲਦਾਰ ਹੁੰਦੇ ਆ, ਇੱਥੇ ਉੱਥੋਂ ਇਹ ਸੈਲਰੀ ਵਸੂਲ ਕਰਦੇ ਆ ਆਪਣੀ। ਤੇ ਇਸ ਰਜਿਸਟਰਿੰਗ ਮਕਸਦ ਦੇ ਲਈ, ਰਜਿਸਟਰਾਰ ਦੇ ਕੰਮ ਦੇ ਲਈ, ਰਜਿਸਟਰਿੰਗ ਦੇ ਪਰਪਸ ਲਈ ਇਹਨਾਂ ਨੂੰ ਕੋਈ ਸੈਲਰੀ ਐਕਸਟਰਾ ਨਹੀਂ ਦਿੱਤੀ ਜਾਂਦੀ ਹੈਗੀ। ਪਰ ਫਿਰ ਵੀ ਇਹਦੇ ਵਿੱਚ ਕੌਣ ਕੌਣ ਹੋ ਸਕਦਾ ਹੈ? ਇਹਦੇ ਵਿੱਚ ਐਕਸ ਤੇ ਰਜਿਸਟਰਾਰ ਦੀ ਗੱਲ ਵੀ ਵਿੱਚ ਆ ਗਈ। ਇਹਦੇ ਵਿੱਚ ਨਾਲ ਰਜਿਸਟਰਾਰ ਕੌਣ ਹੋ ਸਕਦਾ? ਡਿਪਟੀ ਕਮਿਸ਼ਨਰ ਹੋ ਸਕਦਾ ਜ਼ਿਲ੍ਹੇ ਦਾ, ਠੀਕ ਹੈ। ਤੇ ਨਾਇਬ ਤਹਿਸੀਲਦਾਰ, ਜੁਆਇੰਟ ਸਬ ਰਜਿਸਟਰਾਰ ਹੋ ਸਕਦਾ, ਤਹਿਸੀਲਦਾਰ ਸਬ ਰਜਿਸਟਰਾਰ ਹੋ ਸਕਦਾ ਹੈ। ਤੇ ਇਸੇ ਦੇ ਨਾਲ ਨਾਲ ਕੀ ਹੈਗਾ, ਜੇ ਲੋੜ ਪਵੇ ਤਾਂ ਜਿਹੜਾ ਟ੍ਰੈਜਰੀ। ਹਾਂਜੀ ਸਰ, ਮੈਂ ਕਿਹੜਾ ਪੇਪਰ 4 ਨੰਬਰ ਪੇਪਰ ਤੋਂ ਪੜ੍ਹਾ ਰਿਹਾ। 4 ਨੰਬਰ ਦੇ ਵਿੱਚ ਆਪਣਾ ਰਜਿਸਟ੍ਰੇਸ਼ਨ ਮੈਨੂਅਲ ਸੀ। ਮੈਂ ਚਲੋ ਪੜ੍ਹਾ ਦਈਏ, ਵੈਸੇ ਤਾਂ ਆਪਾਂ ਰਜਿਸਟ੍ਰੇਸ਼ਨ ਐਕਟ ਪੜ੍ਹਾਤਾ ਸੀ, ਸਾਰਾ ਕੁਝ ਉਹਦੇ ਵਿੱਚ ਕਵਰ ਹੋ ਜਾਂਦਾ ਹੈ। ਪਰ ਫਿਰ ਵੀ ਜੇ ਕੋਈ ਗੱਲ ਰਹਿ ਜਾਂਦੀ ਹੈ ਤਾਂ ਰਜਿਸਟ੍ਰੇਸ਼ਨ ਮੈਨੂਅਲ ਆਪਾਂ ਥੋੜਾ ਇੱਕ ਵਾਰੀ ਪੜ੍ਹਾ ਦਈਏ, ਥੋੜਾ ਰਿਵਿਊ ਕਰਾ ਦਈਏ। ਇਸ ਨਾਲ ਕਈ ਵਾਰੀ ਕੋਈ ਕੁਐਸਚਨ ਐਸਾ ਹੁੰਦਾ ਜਿਹੜਾ ਰਜਿਸਟ੍ਰੇਸ਼ਨ ਮੈਨੂਅਲ 'ਚ ਆ ਜਾਵੇ। ਵੈਸੇ ਤਾਂ ਇਹ ਸਾਰਾ ਜਿਹੜਾ ਪੇਪਰ ਹੈਗਾ, ਇਹ ਜਿਹੜੀ ਬੁੱਕ ਹੈਗੀ ਹੈ ਆਲਰੇਡੀ ਕਵਰਡ ਇਨ ਦਾ ਰਜਿਸਟ੍ਰੇਸ਼ਨ ਐਕਟ ਦੇ ਵਿੱਚ ਕਵਰ ਹੋ ਚੁੱਕੀ ਹੈ। ਪਰ ਫਿਰ ਵੀ ਦੇਖੋ ਆਹ ਸੈਕਸ਼ਨ, ਜਿਵੇਂ ਪੈਰਾ 1 ਦੀ ਗੱਲ ਕਰ ਰਹੇ ਹਾਂ, ਰਜਿਸਟ੍ਰੇਸ਼ਨ ਐਕਟ ਹੈ, ਸੈਕਸ਼ਨ 6 ਦੇ ਵਿੱਚ ਇਹ ਕਵਰ ਹੋ ਚੁੱਕਾ ਹੈ ਸਾਰਾ, ਠੀਕ ਹੈ। ਦੁਬਾਰਾ ਆਪਾਂ ਰਿਵਾਈਜ਼ ਹੀ ਕਰ ਰਹੇ ਹਾਂ ਇੱਕ ਤਰ੍ਹਾਂ ਦਾ ਕਲਾਸਿਸ, ਠੀਕ ਹੈ। ਦੋ ਤਰ੍ਹਾਂ ਦੀ ਗੱਲ ਕੀਤੀ ਗਈ ਵੀ ਦੋ ਤਰ੍ਹਾਂ ਦੇ ਜਿਹੜੇ ਰਜਿਸਟਰਾਰ ਹੁੰਦੇ ਆ, ਸਬ ਰਜਿਸਟਰਾਰ ਵੀ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਤਾਂ ਜਿਹੜੇ ਵਿਦਆਊਟ ਸੈਲਰੀ ਮਤਲਬ ਅਸੀਂ ਤਹਿਸੀਲਦਾਰ ਦੀ ਪੋਸਟ 'ਤੇ ਕੰਮ ਕਰਦੇ ਹਾਂ, ਨਾਇਬ ਤਹਿਸੀਲਦਾਰ ਦੀ ਪੋਸਟ ਕਰਦੇ ਹਾਂ, ਸਾਨੂੰ ਉੱਥੋਂ ਸੈਲਰੀ ਮਿਲਦੀ ਹੈ। ਬੀਇੰਗ ਏ ਸਬ ਰਜਿਸਟਰਾਰ ਜਾਂ ਬੀਇੰਗ ਏ ਜੁਆਇੰਟ ਸਬ ਰਜਿਸਟਰਾਰ ਕੋਈ ਐਕਸਟਰਾ ਸੈਲਰੀ ਪੇ ਨਹੀਂ ਕੀਤੀ ਜਾਂਦੀ, ਠੀਕ ਹੈ। ਤਹਿਸੀਲਦਾਰ ਜਿਵੇਂ ਰਜਿਸਟਰਾਰ ਹੈਗਾ, ਇਹ ਐਜ ਏ ਡਿਪਟੀ ਕਮਿਸ਼ਨਰ ਕੰਮ ਕਰਦੇ ਆ, ਡਿਸਟ੍ਰਿਕਟ ਮੈਜਿਸਟਰੇਟ ਕੰਮ ਕਰਦੇ ਆ। ਇੱਧਰ ਜਿਸ ਰਜਿਸਟਰਾਰ ਦੀਆਂ ਪਾਵਰਸ ਦਿੱਤੀਆਂ ਜਾਂਦੀਆਂ, ਇਹਦੇ ਲਈ ਕੋਈ ਐਕਸਟਰਾ ਸੈਲਰੀ ਸਰਕਾਰ ਵੱਲੋਂ ਨਹੀਂ ਦਿੱਤੀ ਜਾਂਦੀ। ਇਹਦੇ ਨਾਲ ਹੀ ਇੱਕ ਹੈ ਵੀ ਸਬ ਟ੍ਰੈਜਰੀ ਆਫਿਸਰ ਜਿਹੜੇ ਹੁੰਦੇ ਆ, ਉਹ ਵੀ ਸਬ ਰਜਿਸਟਰਾਰ ਕਿਸੇ ਵੇਲੇ ਲੋੜ ਪੈਣ ਤੇ ਸਰਕਾਰ ਉਹਨਾਂ ਨੂੰ ਅਪਾਇੰਟ ਕਰ ਸਕਦੀ ਹੈ, ਠੀਕ ਹੈ। ਦੂਜਾ ਹੈਗਾ ਇਸ ਤੋਂ ਇਲਾਵਾ ਓਨਰੇਰੀ ਸਬ ਰਜਿਸਟਰਾਰ। ਓਨਰੇਰੀ ਸਬ ਰਜਿਸਟਰਾਰ ਵੀ ਜਿਹੜਾ ਹੈਗਾ ਮਾਨ ਵਜੋਂ, ਜਿਹੜਾ ਵਿਦਆਊਟ ਕੁਆਲੀਫਿਕੇਸ਼ਨ, ਉਹਦੇ 'ਚ ਕੋਈ ਤਹਿਸੀਲਦਾਰ ਦੀ ਗੱਲ ਨਹੀਂ, ਕੋਈ ਨਾਇਬ ਤਹਿਸੀਲਦਾਰ ਦੀ ਗੱਲ ਨਹੀਂ, ਕਿਸੇ ਵੀ ਪੋਲੀਟੀਕਲ ਬੰਦੇ ਨੂੰ ਵੀ ਜਿਹੜੀ ਸਰਕਾਰ ਹੈਗੀ ਆ ਓਨਰੇਰੀ ਸਬ ਰਜਿਸਟਰਾਰ ਨਿਯੁਕਤ ਕਰ ਸਕਦੀ ਹੈ। ਜਿਵੇਂ ਕੁਝ ਸਮੇਂ ਪਹਿਲਾਂ ਵੀ ਓਨਰੇਰੀ ਸਬ ਰਜਿਸਟਰਾਰ ਲਗਾਏ ਗਏ ਸੀਗੇ। ਉਹਨਾਂ ਦੀ ਜਿਹੜੀ ਅਪਾਇੰਟਮੈਂਟ ਹੁੰਦੀ ਹੈ ਉਹ ਵੱਖਰੇ ਤੌਰ ਤੇ ਕੀਤੀ ਜਾਂਦੀ ਹੈ। ਫਾਰ ਦਾ ਟਾਈਮਿੰਗ 1 ਸਾਲ ਦੇ ਲਈ ਕੀਤੀ। ਪਹਿਲਾਂ 3 ਦੇ ਵਿੱਚ ਦੱਸਿਆ ਗਿਆ ਅਪਾਇੰਟਮੈਂਟ, ਪ੍ਰੋਬੇਸ਼ਨ ਐਂਡ ਕਨਫਰਮੇਸ਼ਨ ਆਫ ਦਾ ਓਨਰੇਰੀ ਐਂਡ ਡਿਪਾਰਟਮੈਂਟਲ ਸਬ ਰਜਿਸਟਰਾਰ। ਜਿਹੜੇ ਓਨਰੇਰੀ ਸਬ ਰਜਿਸਟਰਾਰ ਹੁੰਦੇ ਨੇ, ਇਹਨਾਂ ਦੀ ਕੋਈ ਐਕਸਟਰਾ ਕੁਆਲੀਫਿਕੇਸ਼ਨ ਨਹੀਂ ਹੁੰਦੀ ਹੈਗੀ। ਤੇ ਕਿਸੇ ਵੀ ਗ੍ਰੈਜੂਏਟ ਨੂੰ, ਕਿਸੇ ਵੀ ਪੋਲੀਟੀਕਲ ਬੰਦੇ ਨੂੰ ਜਿਹੜਾ ਹੈਗਾ ਓਨਰੇਰੀ ਸਬ ਰਜਿਸਟਰਾਰ ਲਗਾਇਆ ਜਾ ਸਕਦਾ। ਪਰ 1 ਸਾਲ ਦੇ ਲਈ ਜਿਹੜਾ ਪ੍ਰੋਬੇਸ਼ਨ ਪੀਰੀਅਡ ਹੁੰਦਾ ਉਹਨਾਂ ਦਾ ਲਗਾਇਆ ਜਾਂਦਾ। ਤੇ ਜਿਹੜਾ ਹੈਗਾ ਇਹਦੇ ਵਿੱਚ ਪਰ 1-2 ਸ਼ਰਤਾਂ ਲਿਖੀਆਂ ਹੁੰਦੀਆਂ ਨੇ ਵੀ ਉਹਨਾਂ ਨੂੰ ਜਿਹੜਾ ਹੈਗਾ ਜਾਣਕਾਰੀ ਹੋਣੀ ਚਾਹੀਦੀ ਹੈ, ਰਜਿਸਟ੍ਰੇਸ਼ਨ ਮੈਨੂਅਲ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਸਟੈਂਪ ਐਕਟ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ,
ਜੇਕਰ ਉਹ ਆਪਦਾ ਜਿਹੜਾ 1 ਸਾਲ ਦਾ ਜਿਹੜਾ ਸਮਾਂ ਹੈਗਾ ਸਫਲਤਾਪੂਰਵਕ ਨਿਭਾ ਲੈਂਦੇ ਆ ਤਾਂ ਫਿਰ ਉਹਨੂੰ ਜਿਹੜੀ ਕਨਫਰਮੇਸ਼ਨ ਹੁੰਦੀ ਹੈ 5 ਸਾਲ ਦੇ ਲਈ ਕੀਤੀ ਜਾ ਸਕਦੀ ਹੁੰਦੀ ਹੈ। ਠੀਕ ਹੈ, ਅੱਗੇ ਹੈਗਾ ਪੈਰਾ 9 ਦੇ ਵਿੱਚ ਹੈਗਾ ਅਮਲਗਾਮੇਸ਼ਨ ਆਫ ਦਾ ਆਫਿਸ ਆਫ ਦਾ ਸਬ ਰਜਿਸਟਰਾਰ ਵਿਦ ਦਾ ਦੈਟ ਆਫ ਦਾ ਰਜਿਸਟਰਾਰ। ਇਹ ਵੀ ਅਸੀਂ ਸੈਕਸ਼ਨ 7 ਚ ਪਹਿਲਾਂ ਪੜ੍ਹ ਕੇ ਗਏ ਰਜਿਸਟ੍ਰੇਸ਼ਨ ਐਕਟ ਦੇ ਵਿੱਚ ਵੀ ਜੇ ਕਿਤੇ ਡਿਸਟ੍ਰਿਕਟ ਹੈੱਡਕੁਆਟਰ ਤੇ ਜਿਹੜਾ ਸਬ ਰਜਿਸਟਰਾਰ ਹੁੰਦਾ ਹੈ ਤੇ ਰਜਿਸਟਰਾਰ ਹੁੰਦਾ ਹੈ ਇੱਕੋ ਜਗ੍ਹਾ ਤੇ ਪੋਸਟਡ ਹੁੰਦੇ ਆ, ਰਜਿਸਟਰਾਰ ਵੀ ਜ਼ਿਲ੍ਹੇ 'ਚ ਲੱਗਿਆ ਹੁੰਦਾ, ਸਬ ਰਜਿਸਟਰਾਰ ਵੀ ਜ਼ਿਲ੍ਹੇ 'ਚ ਲੱਗਿਆ ਹੁੰਦਾ ਹੈ। ਇੱਥੇ ਜਿਹੜਾ ਰਜਿਸਟਰਾਰ ਦਾ ਆਫਿਸ ਹੁੰਦਾ ਹੈ ਉਹ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਮਤਲਬ ਕਿ ਸ਼ਾਮਲ ਕਰ ਲਿਆ ਜਾਂਦਾ ਹੈ ਤੇ ਕੁਝ ਜਿਹੜੀਆਂ ਪਾਵਰਸ ਰਜਿਸਟਰਾਰ ਦੀਆਂ ਹੁੰਦੀਆਂ ਨੇ ਉਹ ਲਿਖਾ ਪੜ੍ਹੀ ਦੀਆਂ ਪਾਵਰ ਜਿਹੜੀਆਂ ਸਬ ਰਜਿਸਟਰਾਰ ਦੀਆਂ ਪਾਵਰਸ ਹੁੰਦੀਆਂ ਨੇ ਉਹ ਸਬ ਰਜਿਸਟਰਾਰ ਨੂੰ ਸੌਂਪ ਦਿੱਤੀਆਂ ਜਾਂਦੀਆਂ ਨੇ। ਠੀਕ ਹੈ, ਜਿਵੇਂ ਸੈਕਸ਼ਨ 68 ਹੈ, 72 ਹੈ, 35 ਹੈਗਾ। ਪਰ ਜਿੱਥੇ ਕਿਤੇ ਸਬ ਰਜਿਸਟਰਾਰ ਵੱਲੋਂ ਕੋਈ ਵਸੀਕਾ ਰਿਫਿਊਜ਼ ਕੀਤਾ ਜਾਂਦਾ ਹੈ ਜਾਂ ਜਿੱਥੇ ਕਿਤੇ ਸਬ ਰਜਿਸਟਰਾਰ ਵੱਲੋਂ ਕੋਈ ਆਰਡਰ ਕੀਤਾ ਜਾਂਦਾ ਉਹਦੀ ਜਿਹੜੀ ਅਪੀਲ ਹੈਗੀ ਆ ਉਹ ਰਜਿਸਟਰਾਰ ਦੀ ਪੈਂਦੀ ਆ। ਉਹ ਜਿਹੜੀਆਂ ਡਿਊਟੀਆਂ ਜਿਹੜਾ ਸਬ ਰਜਿਸਟਰਾਰ ਜਦੋਂ ਜਿਹੜਾ ਰਜਿਸਟਰਾਰ ਦਾ ਜਿਹੜਾ ਆਫਿਸ ਹੈ ਸਬ ਰਜਿਸਟਰਾਰ ਦੇ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ ਉਦੋਂ ਉਹ ਡਿਊਟੀ ਨਹੀਂ ਨਿਭਾ ਸਕਦਾ ਹੈਗਾ। ਜਨਰਲ ਜਿਹੜੇ ਵਰਕ ਹੈਗੇ ਆ ਉਹ ਰਜਿਸਟਰਾਰ ਦੇ ਸਬ ਰਜਿਸਟਰਾਰ ਵੱਲੋਂ ਕਰ ਦਿੱਤੇ ਜਾਂਦੇ ਨੇ ਜਿੱਥੇ ਡਿਸਟ੍ਰਿਕਟ ਹੈੱਡਕੁਆਟਰ ਤੇ ਰਜਿਸਟਰਾਰ ਦਾ ਜਿਹੜਾ ਆਫਿਸ ਹੈ ਸਬ ਰਜਿਸਟਰਾਰ ਦੇ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ ਹੈ। ਫਿਰ ਇਹ ਟੈਂਪਰੇਰੀ ਅਪਾਇੰਟਮੈਂਟਸ ਕੀ ਹੁੰਦੀਆਂ ਨੇ ਐਬਸੈਂਟ ਜਦੋਂ ਕੋਈ ਸਬ ਰਜਿਸਟਰਾਰ ਟੈਂਪਰੇਰੀ ਅਪਾਇੰਟਮੈਂਟਸ ਇਨ ਦਾ ਕੇਸਿਸ ਆਫ ਵੇਅਰ ਦਾ ਰਜਿਸਟਰਿੰਗ ਆਫਿਸਰ ਜਦੋਂ ਕੋਈ ਰਜਿਸਟਰਿੰਗ ਆਫਿਸਰ ਹੈ ਤਹਿਸੀਲਦਾਰ ਹੈ ਚਾਹੇ ਨਾਇਬ ਤਹਿਸੀਲਦਾਰ ਹੈ ਚਾਹੇ ਜੁਆਇੰਟ ਸਬ ਰਜਿਸਟਰਾਰ ਹੈ ਚਾਹੇ ਸਬ ਰਜਿਸਟਰਾਰ ਹੈ ਕਿਸੇ ਕਾਰਨ ਟੈਂਪਰੇਰੀ ਤੌਰ ਤੇ ਆਪਦੀ ਡਿਊਟੀ ਤੋਂ ਗੈਰ ਹਾਜ਼ਰ ਹੋਵੇ ਤਾਂ ਜਿਹੜਾ ਰਜਿਸਟਰਿੰਗ ਆਫਿਸਰ ਰਜਿਸਟਰਾਰ ਹੁੰਦਾ ਹੈ ਰਜਿਸਟਰਾਰ ਕਿਸੇ ਆਪਦੇ ਅਧੀਨ ਜਿਹੜੇ ਹੋਰ ਆਫਿਸਰ ਦੀ ਜਿਹੜੀ ਡਿਊਟੀ ਹੈਗਾ ਫਾਰ ਦਾ ਟਾਈਮਿੰਗ ਲਗਾ ਸਕਦੇ ਹੈਗੇ। ਸਰ ਕਿਹੜੀ ਬੁੱਕ ਪੜ੍ਹ ਰਹੇ ਤੁਹਾਡੀ ਦੱਸੋ ਜੀ? ਰਜਿਸਟ੍ਰੇਸ਼ਨ ਮੈਨੂਅਲ ਪੜ੍ਹ ਰਹੇ ਹਾਂ ਜੀ। ਰਜਿਸਟ੍ਰੇਸ਼ਨ ਮੈਨੂਅਲ ਜੀ? ਹਾਂ। ਇਹ ਕਿਹੜਾ ਹੋਗਾ ਜੀ? 10 ਨੰਬਰ ਤੇ ਆ ਜਾਓ ਜੀ। ਪੈਰਾ ਨੰਬਰ 10 ਟੈਂਪਰੇਰੀ ਅਪਾਇੰਟਮੈਂਟ ਦੀ ਗੱਲ ਕਰ ਰਹੇ ਸੀ। ਸੈਕਸ਼ਨ 11 ਦੇ ਵਿੱਚ ਐਬਸੈਂਟ ਹੁੰਦਾ ਰਜਿਸਟਰਾਰ ਔਨ ਡਿਊਟੀ ਸਬ ਰਜਿਸਟਰਾਰ ਜੇ ਕਿਤੇ temporary appointment provisions is made in section 11 and 12 of the act for the temporary appointment in the cases where the registering officer is absent from his office or a short time only ਤਾਂ ਜਿਹੜਾ ਹੈਗਾ ਥਾਂ ਤੇ ਜਿਹੜਾ ਰਜਿਸਟਰਿੰਗ ਦੀ ਕਰਨ ਦੇ ਲਈ ਜਿਹੜਾ ਰਜਿਸਟਰਿੰਗ ਜਿਹੜਾ ਕੰਟਰੋਲਿੰਗ ਆਫਿਸ ਹੁੰਦਾ ਜਿਵੇਂ ਐਸਡੀਐਮ ਜਾਂ ਰਜਿਸਟਰਾਰ ਉਹ ਦੂਸਰੇ ਕਿਸੇ ਆਫਿਸਰ ਦੀ ਡਿਊਟੀ ਜਿਹੜੀ ਲਗਾ ਦਿੰਦੇ ਹੈਗੇ ਆ। ਵੈਨ ਰਜਿਸਟਰਾਰ ਜੇ ਐਬਸੈਂਟ ਜਿੱਥੇ ਕਿਤੇ ਰਜਿਸਟਰਾਰ ਆਪਣੀ ਡਿਊਟੀ ਤੋਂ ਕਿਤੇ ਐਬਸੈਂਟ ਹੋ ਜਾਵੇ ਸੈਕਸ਼ਨ 11 ਆਪਾਂ ਪੜ੍ਹਿਆ ਸੀ ਰਜਿਸਟ੍ਰੇਸ਼ਨ ਐਕਟ ਦੇ ਵਿੱਚ ਰਜਿਸਟਰਾਰ ਜੇ ਕਿਸੇ ਕਾਰਨ ਜਿਹੜੇ ਜ਼ਿਲ੍ਹੇ ਦੇ ਵਿੱਚ ਨਹੀਂ ਹੁੰਦਾ ਹੈਗਾ ਮੇ ਅਪਾਇੰਟ ਸਬ ਰਜਿਸਟਰਾਰ ਨੂੰ ਉਹ ਆਪਣੀਆਂ ਪਾਵਰਾਂ ਫਾਰ ਦਾ ਟਾਈਮਿੰਗ ਦੇ ਸਕਦੇ ਹੈਗੇ ਆ। ਪਰ ਕਿੰਨੇ ਕੁ ਪਾਵਰਾਂ ਦਿੱਤੀਆਂ ਜਾਂਦੀਆਂ ਨੇ ਉਨੇ ਕੁ ਪਾਵਰਾਂ ਜਿਹਦੇ ਵਿੱਚ ਜਿਹੜਾ ਹੈਗਾ ਸੈਕਸ਼ਨ 68 72 ਦੀਆਂ ਪਾਵਰਾਂ ਨਹੀਂ ਦਿੱਤੀਆਂ ਜਾ ਸਕਦੀਆਂ। ਠੀਕ ਹੈ, ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈਗਾ ਕੰਟਰੋਲਿੰਗ ਜਿਹੜਾ ਹੈਗਾ ਆਫਿਸਰ ਰਜਿਸਟਰਾਰ ਕੰਟਰੋਲਿੰਗ ਆਫਿਸ ਹੁੰਦਾ ਸਬ ਰਜਿਸਟਰਾਰ ਦਾ ਜਿਹੜਾ ਕੰਟਰੋਲ ਹੁੰਦਾ ਉਹ ਰਜਿਸਟਰਾਰ ਕੋਲ ਹੀ ਰਹਿੰਦਾ ਬੇਸ਼ੱਕ ਫਾਰ ਦਾ ਟਾਈਮਿੰਗ ਕੁਝ ਪਾਵਰਸ ਰਜਿਸਟਰਾਰ ਵੱਲੋਂ ਸਬ ਰਜਿਸਟਰਾਰ ਨੂੰ ਦੇ ਦਿੱਤੀਆਂ ਜਾਣ। ਇਸੇ ਤਰੀਕੇ 72 ਸੈਕਸ਼ਨ ਦੇ ਵਿੱਚ ਵੀ ਹੈਗਾ ਜਿਹੜੀਆਂ ਜਿੱਥੇ ਕਿਤੇ ਰਿਫਿਊਜ਼ਲ ਦਾ ਆਰਡਰ ਆਉਂਦਾ ਜਿੱਥੇ ਅਸੀਂ ਰਿਫਿਊਜ਼ ਆਰਡਰ ਕਰਕੇ ਬਹੀ ਨੰਬਰ 2 ਦੇ ਵਿੱਚ ਦਰਜ ਕੀਤਾ ਜਾਂਦਾ ਸਬ ਰਜਿਸਟਰਾਰ ਵੱਲੋਂ ਉਹਦੀਆਂ ਪਾਵਰ ਵੀ ਜਿਹੜੀਆਂ ਹੈਗੀਆਂ ਰਜਿਸਟਰਾਰ ਕੋਲ ਹੀ ਰਹਿੰਦੀਆਂ ਨੇ। ਉਹਦੀ ਅਪੀਲ ਜਿਹੜੀ ਰਜਿਸਟਰਾਰ ਕੋਲ ਹੀ ਪਾਈ ਜਾਂਦੀ ਹੈ। ਸਬ ਰਜਿਸਟਰਾਰ ਉਹ ਪਾਵਰ ਯੂਜ਼ ਨਹੀਂ ਕਰ ਸਕਦਾ ਜੇਕਰ ਪਾਵਰਾਂ ਰਜਿਸਟਰਾਰ ਦੀਆਂ ਸਬ ਰਜਿਸਟਰਾਰ ਨੂੰ ਸੌਂਪੀਆਂ ਜਾਂਦੀਆਂ ਹੋਣ। ਸਰ ਰਜਿਸਟ੍ਰੇਸ਼ਨ ਮੈਨੂਅਲ ਪੜ੍ਹਾ ਰਹੇ ਹੋ ਜੀ ਕਿੱਥੋਂ? ਜੀ ਹਾਂ, ਰਜਿਸਟ੍ਰੇਸ਼ਨ ਮੈਨੂਅਲ ਪੜ੍ਹਾ ਰਹੇ ਹਾਂ ਜੀ। ਕਿੰਨੇ ਕਿਹੜੇ ਪੇਜ ਤੋਂ ਸਰ? ਪੇਜ ਨਹੀਂ ਪੈਰਾ ਨੰਬਰ 12 ਤੇ ਆ ਜਾਓ। ਠੀਕ ਹੈ ਸਰ। ਪੈਰਾ ਨੰਬਰ 12 ਇਹ ਮੇਰੇ ਖਿਆਲ ਹੈ ਇਹ ਜਿਹੜੀ ਇਹਦੀ ਬੁੱਕ ਹੈ ਮੈਨੂੰ ਤਾਂ ਲੱਗਦਾ ਅਵੇਲੇਬਲ ਹੋਣੀ ਨਹੀਂ ਕਿਸੇ ਕੋਲੇ ਇਹ ਨੈਟ ਤੇ ਮਿਲ ਜਾਂਦੀ ਹੈਗੀ ਹੈ ਪਰ ਇਹਦੀ ਬੁੱਕ ਮਾਰਕੀਟ ਦੇ ਵਿੱਚ ਕਿਤੇ ਮੇਰੇ ਖਿਆਲ ਹੈ ਬਹੁਤ ਘੱਟ ਉਪਲਬਧ ਹੈਗੀ ਹੈ। ਹੈ ਜੀ ਹੈ ਜੀ ਚਲੋ ਠੀਕ ਹੈ ਓਕੇ ਠੀਕ ਹੈ ਵੈਨ ਸਬ ਰਜਿਸਟਰਾਰ ਇਜ਼ ਐਬਸੈਂਟ ਜਦੋਂ ਸਬ ਰਜਿਸਟਰਾਰ ਐਬਸੈਂਟ ਹੁੰਦਾ ਹੈ ਤਾਂ ਸਬ ਰਜਿਸਟਰਾਰ ਦੀ ਜਗ੍ਹਾ ਤੇ ਇੱਥੇ ਕਿਹਾ ਗਿਆ ਵੈਨ ਸਬਆਰਡੀਨੇਟ ਰਜਿਸਟਰਿੰਗ ਆਫਿਸਰ ਪ੍ਰੋਸੀਡਸ ਔਨ ਲੀਵ ਜਦੋਂ ਕਿਤੇ ਸਬ ਰਜਿਸਟਰਾਰ ਹੈਗਾ ਉਹ ਕਿਸੇ ਕਾਰਨ ਉਹਦੀ ਜਿਹੜੀ ਪੋਸਟ ਹੈ ਖਾਲੀ ਹੋਵੇ ਜਾਂ ਕਿਤੇ ਵੈਕੈਂਸੀ ਤੇ ਗਿਆ ਹੋਵੇ। ਠੀਕ ਹੈ, ਅਦਰਵਾਈਜ਼ ਤਾਂ ਆਪਣੇ ਦੇਖੋ ਜੁਆਇੰਟ ਸਬ ਰਜਿਸਟਰਾਰ ਨੂੰ ਪਾਵਰ ਦਿੱਤੀ ਜਾਂਦੀ ਹੈ ਪਰ ਫਿਰ ਵੀ ਨਾਲ ਹੀ ਇੱਥੇ ਕਿਤੇ ਕਿਹਾ ਗਿਆ ਹੈਗਾ ਨਾਲ ਵੀ ਡਿਸਟ੍ਰਿਕਟ ਦੇ ਜਿਹੜੀ ਆਫਿਸਰ ਕੋਲ ਵੀ ਕਿਸੇ ਸਮੇਂ ਦੇ ਵਿੱਚ ਇਹ ਪਾਵਰਾਂ ਦਿੱਤੀਆਂ ਜਾਂਦੀਆਂ ਸੀ ਪਰ ਇਸ ਵੇਲੇ ਨਹੀਂ ਹੈਗਾ ਇਹ। ਵਨ ਸਬ ਰਜਿਸਟਰਾਰ 13 ਦੇ ਵਿੱਚ ਹੈਗਾ ਵਨ ਸਬ ਰਜਿਸਟਰਾਰ ਕੈਨ ਨਾਟ ਬੀ ਅਪਾਇੰਟਡ ਇਨ 2 ਸਬ ਡਿਸਟ੍ਰਿਕਟਸ। ਉਹ ਕਹਿੰਦੇ ਵੀ ਜੇ ਕੋਈ ਸਬ ਰਜਿਸਟਰਾਰ ਹੈਗਾ ਉਹਨੂੰ ਉਸੇ ਤਹਿਸੀਲ ਦੇ ਵਿੱਚ ਤਾਂ ਡਿਊਟੀ ਅੱਗੇ ਦਿੱਤੀ ਜਾ ਸਕਦੀ ਹੈ ਪਰ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਉਸਨੂੰ ਸਬ ਰਜਿਸਟਰਾਰ ਨਹੀਂ ਲਗਾਇਆ ਜਾ ਸਕਦਾ। ਦੋ ਜਗ੍ਹਾ ਤੇ ਨਹੀਂ ਇਕੱਠਾ ਲਗਾਇਆ ਜਾ ਸਕਦਾ। ਇੰਸਪੈਕਸ਼ਨ
53 ਤੇ ਆ ਜਾਓ। ਇਹਦਾ ਜਿਹੜਾ ਵਿਚਕਾਰਲੇ ਇਹ ਪਹਿਲੇ ਹੈਗੇ ਇਹ ਇਟ ਇਜ਼ ਇਰਰੈਲੇਵੈਂਟ ਹੈਗੇ ਆ। ਤੇ 53 ਚ ਆ ਜਾਓ, ਇੰਸਪੈਕਸ਼ਨ ਆਫ ਰਜਿਸਟਰਸ ਐਟਸੈਟਰਾ ਬਾਈ ਦਾ ਐਪਲੀਕੈਂਟਸ ਅੰਡਰ ਸੈਕਸ਼ਨ 57। ਜਿਹੜੀ ਵੀ ਰਜਿਸਟਰ ਬੁੱਕਸ ਆਪਣੇ ਕੋਲੇ ਪਈਆਂ ਹੁੰਦੀਆਂ ਨੇ, ਬੁੱਕ 1 ਬੁੱਕ 2 ਬੁੱਕ 3 ਬੁੱਕ 4 5 ਜਿਹੜੀਆਂ ਹੈਗੀਆਂ ਨੇ, ਇਹਦੇ ਵਿੱਚੋਂ ਕੁਝ ਬੁੱਕਸ ਜਿਹੜੀਆਂ ਹੈਗੀਆਂ ਨੇ ਉਹਦੇ ਜਿਹੜੇ ਇੰਡੈਕਸਸ ਹੈਗੇ ਨੇ, ਇੰਸਪੈਕਸ਼ਨਸ ਆਫ ਦਾ ਰਜਿਸਟ੍ਰੇਸ਼ਨ ਬੁੱਕਸ ਐਂਡ ਇੰਡੈਕਸਸ, ਉਹਦੇ ਜਿਹੜੇ ਇੰਡੈਕਸ ਨੇ ਤੇ ਜਿਹੜੀਆਂ ਬੁੱਕਸ ਨੇ, ਜਿਵੇਂ ਬੁੱਕ ਨੰਬਰ 1 ਹੈਗੀ ਹੈ, ਠੀਕ ਹੈ। ਕੁਝ ਬੁੱਕਸ ਜਿਹੜੀਆਂ ਹੈਗੀਆਂ ਨੇ ਜੋ ਉਹਦੀ ਕਿਸੇ ਨੇ ਇੰਸਪੈਕਸ਼ਨ ਕਰਨੀ ਹੋਵੇ ਐਜ਼ ਪਰ ਲਾਅ, ਸਰਕਾਰੀ ਫੀਸ ਅਦਾ ਕਰਕੇ, ਤਾਂ ਜਦੋਂ ਉਹ ਇੰਸਪੈਕਸ਼ਨ ਕਰਦਾ ਹੈ ਤਾਂ ਉਹ ਆਪਦੇ ਕੋਲ ਇੱਕ ਵਾਈਟ ਪੇਪਰ ਰੱਖ ਸਕਦਾ ਹੈ ਤੇ ਨਾਲ ਪੈਨਸਲ ਰੱਖ ਸਕਦਾ ਹੈ। ਪੈਨਸਲ ਤੋਂ ਇਲਾਵਾ ਪੈਨ, ਜੇ ਕਿਸੇ ਪੈਨ ਨਾਲ ਲੈ ਕੇ, ਜਿਹੜੀ ਜੇ ਉਹਨੇ ਕੁਝ ਨੋਟ ਕਰਨਾ ਹੋਵੇ ਤਾਂ ਉਹਦੇ ਕੋਲ ਸਿਰਫ ਪੈਨਸਲ ਹੋਣੀ ਚਾਹੀਦੀ ਹੈ, ਪੈਨ ਨਹੀਂ ਹੋਣਾ ਚਾਹੀਦਾ ਹੈਗਾ। ਜਦੋਂ ਕੋਈ ਇੰਸਪੈਕਸ਼ਨ ਕਰਦਾ, ਕੋਈ ਰਿਕਾਰਡ ਦੇਖਦਾ ਹੈਗਾ, ਕਿਸੇ ਨੇ ਕੋਈ ਇੰਡੈਕਸ ਦੇਖਣਾ ਹੈ, ਕੋਈ ਰਜਿਸਟਰੀ ਲੱਭਣੀ ਹੈਗੀ ਹੈ ਵੀ ਕਿਹੜੇ ਸਾਲ ਦੀ ਰਜਿਸਟਰੀ ਹੋਈ ਹੈ ਜਾਂ ਨਹੀਂ ਹੋਈ, ਇੱਦਾਂ ਦਾ ਕੁਝ ਦੇਖਣਾ ਕਰਨਾ ਹੋਵੇ ਕਿਸੇ ਨੇ, ਤਾਂ ਉਹਦੇ ਕੋਲ ਜਿਹੜੀ ਹੈਗੀ ਹੈ ਪੈਨ ਹੈਗਾ ਨਹੀਂ ਹੋਣਾ ਚਾਹੀਦਾ। ਦੈਨ ਹੈਗਾ ਪ੍ਰੋਡਕਸ਼ਨ। ਸਰ ਜੇ ਇਸ ਤਰ੍ਹਾਂ ਦਾ ਕੁਐਸਚਨ ਆਉਂਦਾ ਤਾਂ ਐਕਟ ਚੋਂ ਲਿਖਾਂਗੇ, ਮੈਨੂਅਲ ਚੋਂ ਲਿਖਾਂਗੇ? ਸਰ ਐਕਟ ਜਿੱਥੋਂ ਮਰਜ਼ੀ ਲਿਖ ਦਿਓ ਜੀ, ਐਕਟ ਚੋਂ ਲਿਖ ਦਿਓ, ਐਕਟ ਚੋਂ ਜ਼ਿਆਦਾ ਬੈਟਰ ਹੈਗਾ। ਮੈਨੂਅਲ ਦਾ ਜੇ ਤੁਹਾਨੂੰ ਐਕਟ ਚੋਂ ਨਹੀਂ ਮਿਲਦਾ ਤਾਂ ਫਿਰ ਮੈਨੂਅਲ ਚੋਂ ਲਿਖ ਦਿਓ। ਠੀਕ ਹੈ ਰਾਈਟ ਸਰ। ਹਾਂ, ਵੈਸੇ ਦੇਖੋ ਮੇਨ ਇਹ ਹੁੰਦਾ ਹੈ ਐਕਟ ਜ਼ਿਆਦਾ ਲਾਅ ਹੈਗਾ, ਤੇ ਜਿੱਥੇ ਕਿਤੇ ਐਕਟ ਨੂੰ ਲਾਗੂ ਕਰਨ ਦੀ ਖਾਤਰ ਸਾਨੂੰ ਕੋਈ ਲੋੜ ਪੈਂਦੀ ਹੈ ਤਾਂ ਅਸੀਂ ਮੈਨੂਅਲ ਤੇ ਆ ਜਾਂਦੇ ਹੁੰਦੇ ਆ। ਪ੍ਰੋਡਕਸ਼ਨ ਆਫ ਦਾ ਰਜਿਸਟਰਸ ਐਟਸੈਟਰਾ ਇਨ ਦਾ ਕੋਰਟ, ਜਿੱਥੇ ਕਿਤੇ ਕੋਰਟ ਨੂੰ ਜ਼ਰੂਰਤ ਪੈਂਦੀ ਹੈ ਸਾਡੀ ਕਿਸੇ ਗਵਾਹੀ ਦੇ ਸੰਬੰਧ ਵਿੱਚ, ਤਾਂ ਜਿਹੜੀ ਕੋਰਟ ਹੈਗੀ ਆ, ਤੁਹਾਡੇ ਜਿਹੜੇ ਰਜਿਸਟਰ ਇਨ ਰੂਟੀਨ 'ਚ ਦੇਖਿਆ ਤੁਸੀਂ, ਜਿਹੜੇ ਦਫ਼ਤਰ ਸਬ ਰਜਿਸਟਰ ਦੇ ਜਿਹੜੇ ਇੰਪਲਾਈਜ਼ ਹੁੰਦੇ ਆ, ਆਫੀਸ਼ੀਅਲਸ ਹੁੰਦੇ ਆ ਕੋਰਟਾਂ ਦੇ ਵਿੱਚ, ਸਾਡੇ ਰਜਿਸਟਰ ਜਿਵੇਂ ਕੀ ਕਰਨ ਦੇ ਲਈ, ਗਵਾਹੀਆਂ ਦੇ ਲਈ, ਵਸੀਤਾਂ ਦੇ ਲਈ, ਰਿਸ਼ਤਿਆਂ ਦੇ ਲਈ ਵੀ ਹੋਈਆਂ ਜਾਂ ਨਹੀਂ ਹੋਈਆਂ, ਉਹਦੀ ਆਫਿਸ ਕਾਪੀ ਲੈ ਕੇ ਜਾਂਦੇ ਆ। ਸਰ ਕੋਰਟ ਕੋਲ ਅਧਿਕਾਰ ਹੈਗਾ। ਨੈਕਸਟ 55 ਹੈਗਾ ਡਿਸਟਰਕਸ਼ਨ, ਰਿਕਾਰਡ ਨੂੰ ਡਿਸਟਰੋਏ ਕਰਨਾ, ਐਨੂਅਲ ਡਿਸਟਰਕਸ਼ਨ ਆਫ ਯੂਜ਼ਲੈਸ ਵਰਕ ਰਿਕਾਰਡਸ। ਜਦੋਂ ਕੋਈ ਜਿਹੜਾ ਰਿਕਾਰਡ ਹੈਗਾ ਯੂਜ਼ਲੈਸ ਹੋ ਜਾਂਦਾ ਹੈ, ਠੀਕ ਹੈ, ਤਾਂ ਉਹਨੂੰ ਡਿਸਟਰੋਏ ਕਰਨ ਦੀ ਜਿਹੜੀ ਪਾਵਰ ਹੈਗੀ ਆ, ਉਹ ਹਦਾਇਤਾਂ ਹੈਗੀਆਂ ਨੇ। ਈਚ ਸਬ ਰਜਿਸਟਰ ਐਂਡ ਰਜਿਸਟਰਾਰਸ ਮੋਹਰਰ, ਮਤਲਬ ਕਿ ਰਜਿਸਟਰੀ ਕਲਰਕ ਫਾਰ ਦਾ ਰਜਿਸਟਰਾਰਸ ਆਫਿਸ ਸ਼ੈਲ ਐਜ਼ ਸੂਨ ਐਜ਼ ਪੋਸੀਬਲ ਆਫਟਰ ਦਾ ਕਲੋਜ਼ ਆਫ ਦਾ ਈਚ ਫਾਈਨੈਂਸ਼ੀਅਲ ਈਅਰ, ਜਦੋਂ ਫਾਈਨੈਂਸ਼ੀਅਲ ਈਅਰ ਕਲੋਜ਼ ਹੋ ਜਾਂਦਾ ਹੈਗਾ, ਸਬਮਿਟ ਇਨ ਉਰਦੂ ਔਰ ਇੰਗਲਿਸ਼, ਜਾਂ ਫਿਰ ਜਿੱਥੇ ਆਪਾਂ ਜਿਹੜੀ ਸਟੇਟ 'ਚ ਬੈਠੇ ਆ ਪੰਜਾਬੀ ਦੇ ਵਿੱਚ, ਟੂ ਦਾ ਰਜਿਸਟਰਾਰ ਆਫ ਦਾ ਡਿਸਟ੍ਰਿਕਟ ਸਟੇਟਮੈਂਟ ਪ੍ਰਪੇਅਰਡ ਅਕੋਰਡਿੰਗ ਟੂ ਦਾ ਫਾਰਮ ਜੀ, ਅਪੈਂਡਿਕਸ 2 ਦੇ ਵਿੱਚ ਫਾਰਮ ਜੀ ਦਿੱਤਾ ਗਿਆ ਹੈ। ਕਿਹੜੇ ਕਿਹੜੇ ਜਿਹੜੇ ਡਾਕੂਮੈਂਟ ਹੈਗੇ ਆ, ਇਹ 1 ਸਾਲ ਦਾ ਸਮੇਂ ਤੋਂ ਵੱਧ ਅਸੀਂ ਰੱਖ ਨਹੀਂ ਸਕਦੇ ਹੈਗੇ। ਉਹਨਾਂ ਦੀ ਜਿਹੜੀ ਲਿਸਟ ਹੈ ਸਟੇਟਮੈਂਟ ਬਣਾ ਕੇ ਉਹ ਭੇਜਦੇ ਆ ਰਜਿਸਟਰਾਰ ਨੂੰ। ਰਜਿਸਟਰਾਰ ਤੋਂ ਪਰਮਿਸ਼ਨ ਆਉਣ ਤੋਂ ਬਾਅਦ ਫਿਰ ਜਿਹੜੇ ਇਹ ਡਾਕੂਮੈਂਟ ਹੈਗੇ ਆ, ਜਿਨ੍ਹਾਂ ਨੂੰ 1 ਸਾਲ ਦਾ ਸਮੇਂ ਤੋਂ ਵੱਧ ਅਸੀਂ ਰੱਖ ਨਹੀਂ ਸਕਦੇ, ਉਹਨਾਂ ਨੂੰ ਡਿਸਟਰੋਏ ਕਰ ਦਿੱਤਾ ਜਾਂਦਾ ਹੈ। 56 ਹੈ ਇੰਪੋਰਟੈਂਟ ਹੈ, ਡਿਸਟਰਕਸ਼ਨ ਆਫ ਰਜਿਸਟਰਡ ਡਾਕੂਮੈਂਟਸ ਵੈਨ ਰਜਿਸਟਰਡ ਡਾਕੂਮੈਂਟ। ਦੇਖੋ ਡਿਸਟਰਕਸ਼ਨ ਦੀ ਗੱਲ ਕੀਤੀ ਸੀ ਉੱਪਰ ਤਾਂ ਪਹਿਲਾਂ 55 ਦੇ ਵਿੱਚ, ਉੱਥੇ ਕੋਈ ਰਜਿਸਟ੍ਰੇਸ਼ਨ ਦੀ ਗੱਲ ਨਹੀਂ ਕੀਤੀ, ਉੱਥੇ ਯੂਜ਼ਲੈਸ ਡਾਕੂਮੈਂਟ ਦੀ ਗੱਲ ਕੀਤੀ ਗਈ ਹੈ। ਇੱਥੇ ਥੋੜਾ ਜਿਹਾ ਫਰਕ ਹੈ, ਕਿਤੇ ਸੁਲਝਣਾ, ਕਿਤੇ ਕੁਐਸਚਨ ਗਲਤ ਕਰ ਦਵਾਂ। ਇੱਥੇ ਡਿਸਟਰਕਸ਼ਨ ਆਫ ਰਜਿਸਟਰਡ ਡਾਕੂਮੈਂਟ ਦੀ ਗੱਲ ਕੀਤੀ ਗਈ ਹੈ। ਡਾਕੂਮੈਂਟ ਜਿਹੜਾ ਰਜਿਸਟਰ ਹੋਇਆ ਹੋਵੇ ਉਹਨੂੰ ਡਿਸਟਰੋਏ ਅਸੀਂ ਕਰ ਸਕਦੇ ਹਾਂ, ਠੀਕ ਹੈ। ਵੈਨ ਰਜਿਸਟਰਡ ਡਾਕੂਮੈਂਟ ਇਜ਼ ਡਿਸਟਰੋਇਡ ਅੰਡਰ ਸੈਕਸ਼ਨ 85, ਇਹ ਸੈਕਸ਼ਨ 85 ਦੇ ਨਾਲ ਸੰਬੰਧਿਤ ਹੈਗਾ ਆਫ ਦਾ ਐਕਟ, ਏ ਨੋਟ ਟੂ ਦੈਟ ਇਫੈਕਟ ਸ਼ੈਲ ਬੀ ਮੇਡ। ਜਿਵੇਂ ਕੀ ਹੁੰਦਾ ਹੈ, ਸਾਡੇ ਕੋਲ ਕੁਝ ਰਜਿਸਟਰੀਆਂ ਪਈਆਂ ਹੁੰਦੀਆਂ ਨੇ, ਠੀਕ ਹੈ, ਅਗਲਾ ਲੈਣ ਵਾਸਤੇ ਨਹੀਂ ਆਉਂਦਾ ਹੈਗਾ ਸੈਕਸ਼ਨ 85 ਦੇ ਵਿੱਚ। ਜਦੋਂ ਕੋਈ ਅਸੀਂ ਅਸਲ ਡਾਕੂਮੈਂਟ ਨੂੰ ਅਸੀਂ ਡਿਸਟਰੋਏ ਕਰਦੇ ਹਾਂ ਤਾਂ ਜਿਹੜਾ ਉਹਦਾ ਨੋਟ ਹੈਗਾ ਉਹਦੀ ਆਫਿਸ ਕਾਪੀ ਦੇ ਵਿੱਚ ਦਿੱਤਾ ਜਾਂਦਾ ਹੈ। ਅਨਕਲੇਮ ਡਾਕੂਮੈਂਟ ਹੁੰਦੇ ਨੇ, ਠੀਕ ਹੈ। ਅਨਕਲੇਮ ਡਾਕੂਮੈਂਟ ਜਿਵੇਂ ਸੈਕਸ਼ਨ 85 ਤੁਸੀਂ ਪੜ੍ਹ ਕੇ ਆਏ ਸੀ, 2 ਸਾਲ ਦੇ ਅੰਦਰ ਜੇ ਕੋਈ ਬੰਦਾ ਆਪਦੀ ਰਜਿਸਟਰੀ ਲੈਣ ਵਾਸਤੇ ਨਹੀਂ ਆਉਂਦਾ, ਠੀਕ ਹੈ, ਤਾਂ ਉਹਨੂੰ ਅਸੀਂ ਡਿਸਟਰੋਏ ਕਰ ਸਕਦੇ ਹਾਂ। ਫਿਰ ਆ ਜਾਂਦਾ 57 ਰਜਿਸਟਰਸ ਟੂ ਬੀ ਕੈਪਟ ਇਨ ਦਾ ਆਫਿਸ ਆਫ ਦਾ ਰਜਿਸਟਰਾਰ ਸਬ ਰਜਿਸਟਰਾਰ ਇਨ ਦਾ ਆਫਿਸ ਆਫ ਦਾ। ਕਿਹੜੇ ਜਿਹੜੇ ਰਜਿਸਟਰ ਹੈਗੇ ਆ, ਆਪਾਂ ਪਹਿਲਾਂ ਵੀ ਐਕਟ ਦੇ ਵਿੱਚ ਵੀ ਪੜ੍ਹਿਆ ਸਾਰਾ ਕੁਛ, ਇਹ ਉਹੀ ਕੁਛ ਇਹਦੇ ਵਿੱਚ ਫਿਰ ਵੀ ਰਿਵਾਈਜ਼ ਹੋ ਰਿਹਾ। ਬੁੱਕ 1 ਵੀ ਹੁੰਦੀ ਆ, ਬੁੱਕ ਸਪਲੀਮੈਂਟਰੀ ਬੁੱਕ 1 ਹੁੰਦੀ ਹੈ। ਇੱਕ ਤਾਂ ਬੁੱਕ 1 'ਚ ਕੀ ਹੁੰਦਾ ਹੈ, ਨੋਨ ਟੈਸਟਾਮੈਂਟਰੀ ਡਾਕੂਮੈਂਟ, ਅਸੀਂ ਸਾਰੀਆਂ ਰਜਿਸਟਰੀਆਂ ਜਿੰਨੀਆਂ ਵੀ ਹੁੰਦੀਆਂ ਨੇ, ਠੀਕ ਹੈ, ਉਹ ਸਾਰੀਆਂ ਰਜਿਸਟਰੀਆਂ ਚਾਹੇ ਉਹ ਕਿਹੜੀ ਮਰਜ਼ੀ ਹੋਵੇ, ਉਹ ਰਜਿਸਟਰੀਆਂ ਸਾਰੀਆਂ ਇੱਕ ਬੁੱਕ ਨੰਬਰ 1 ਦੇ ਵਿੱਚ ਅਟੈਚ ਕੀਤੀਆਂ ਜਾਂਦੀਆਂ ਨੇ। ਫਿਰ ਉਸ ਬੁੱਕ 1 ਜਿਹੜੀ, ਤਾਂ ਕਿ ਜ਼ਿਆਦਾ ਹੈਲਦੀ ਨਾ ਹੋ ਜਾਵੇ, ਜ਼ਿਆਦਾ ਹੈਵੀ ਨਾ ਹੋ ਜਾਵੇ, ਇਸ ਕਰਕੇ ਉਹਦੇ ਨਾਲ ਕੁਝ ਡਾਕੂਮੈਂਟ ਹੁੰਦੇ ਆ, ਕੋਈ ਨਕਸ਼ੇ ਹੁੰਦੇ ਆ, ਕੋਈ ਇੱਦਾਂ ਦੀਆਂ ਕੋਈ ਐਕਸਟਰਾ ਡਾਕੂਮੈਂਟ ਹੁੰਦੇ ਆ, ਉਹਦੇ ਲਈ ਇੱਕ ਸਪਲੀਮੈਂਟਰੀ ਬੁੱਕ ਲਗਾਈ ਜਾਂਦੀ ਹੈ। ਉਹ ਸਪਲੀਮੈਂਟਰੀ ਬੁੱਕ ਦੇ ਵਿੱਚ ਮਤਲਬ ਕਿ ਫਾਈਲ ਕੀਤੇ ਜਾਂਦੇ ਆ, ਠੀਕ ਹੈ। ਔਰ ਜਿਹੜਾ ਇੰਡੈਕਸ ਹੈ ਉਹ ਹਰ ਇੱਕ ਬੁੱਕ ਦਾ ਬਣਦਾ ਹੈਗਾ। ਜਿਹੜੇ ਸਪਲੀਮੈਂਟਰੀ ਬੁੱਕ 'ਚ ਅਸੀਂ ਡਾਕੂਮੈਂਟ ਫਾਈਲ ਕਰਦੇ ਹਾਂ, ਉਹਨਾਂ ਡਾਕੂਮੈਂਟਾਂ ਦੇ ਉੱਪਰ ਲਿਖਿਆ ਜਾਂਦਾ ਵੀ ਇਹ ਕੰਸਰਨਡ ਕਿਹੜੀ ਰਜਿਸਟਰੀ ਦੇ ਨਾਲ ਸੰਬੰਧਿਤ ਇਹਨਾਂ ਦਾ ਹੈਗਾ, ਕਿਹੜੀ ਬੁੱਕ ਦੇ ਵਿੱਚ ਇਹ ਬੁੱਕ ਨੰਬਰ 1 ਦੇ ਨਾਲ ਸੰਬੰਧਿਤ ਹੁੰਦੇ ਆ, ਪਰ ਕਿਸ ਡਾਕੂਮੈਂਟ ਦੇ ਇਹ ਡਾਕੂਮੈਂਟ ਹੈਗੇ ਆ ਫਰਦਰ। ਬੁੱਕ ਨੰਬਰ 2 ਹੁੰਦੀ ਹੈ, ਬੁੱਕ ਨੰਬਰ 2 'ਚ ਅਸੀਂ ਰਿਫਿਊਜ਼ਲ, ਕੋਈ ਰਜਿਸਟਰੀ ਅਸੀਂ ਰਿਫਿਊਜ਼ ਕਰਦੇ ਹਾਂ, ਕੋਈ ਡਾਕੂਮੈਂਟ ਅਸੀਂ ਰਿਫਿਊਜ਼ ਕਰਦੇ ਹਾਂ, ਠੀਕ ਹੈ। ਕੋਈ ਵੀ ਡਾਕੂਮੈਂਟ ਹੁੰਦਾ ਜਦੋਂ ਅਸੀਂ ਰਿਫਿਊਜ਼ ਕਰਦੇ ਹਾਂ ਤਾਂ ਬੁੱਕ ਨੰਬਰ 2 ਦੇ ਵਿੱਚ ਅਸੀਂ ਐਂਟਰੀ ਪਾ ਕੇ ਆਰਡਰ ਕਰਦੇ ਹੁੰਦੇ ਹਾਂ, ਰੀਜ਼ਨ ਦੱਸਦੇ ਹੋਏ ਵੀ ਅਸੀਂ ਇਸ ਡਾਕੂਮੈਂਟ ਨੂੰ ਰਿਫਿਊਜ਼ ਕਿਉਂ ਕਰ ਰਹੇ ਹਾਂ।
बुक नंबर 3 ਹੁੰਦੀ ਹੈ ਵਿਲਸ ਵਾਸਤੇ ਹੁੰਦੀ ਹੈ, ਅਡਾਪਸ਼ਨ ਡੀਡ ਵਾਸਤੇ ਹੁੰਦੀ ਹੈ। ਠੀਕ ਹੈ। ਬੁੱਕ ਨੰਬਰ 4 ਹੁੰਦੀ ਹੈ ਆਪਸ਼ਨਲ ਮਿਸਲੇਨੀਅਸ ਡਾਕੂਮੈਂਟ, ਜਿਹੜੇ ਬੁੱਕ ਨੰਬਰ 1 ਚ ਵੀ ਨਹੀਂ ਆਉਂਦੇ, 2 ਚ ਵੀ ਨਹੀਂ ਆਉਂਦੇ, 3 ਚ ਵੀ ਨਹੀਂ ਆਉਂਦੇ। ਕੋਈ ਐਕਸਟਰਾ ਡਾਕੂਮੈਂਟ ਜਿਹੜੇ ਹੁੰਦੇ ਨੇ, ਇਹ ਹੁੰਦੇ ਨੇ ਮਤਲਬ ਕਿ ਮੂਵੇਬਲ ਪ੍ਰੋਪਰਟੀਜ਼ ਦੇ ਸੰਬੰਧ ਵਿੱਚ ਕੋਈ ਡਾਕੂਮੈਂਟ ਰਜਿਸਟਰ ਕੀਤੇ ਨੇ, ਕੋਈ ਫਰਮਾਂ ਦੇ ਕੋਈ ਇੱਦਾਂ ਦੇ ਡਾਕੂਮੈਂਟ ਹੁੰਦੇ ਆ, ਉਹ ਬੁੱਕ ਨੰਬਰ 4 ਦੇ ਵਿੱਚ ਆ ਜਾਂਦੇ ਨੇ। ਫਿਰ ਬੁੱਕ ਨੰਬਰ 5 ਹੁੰਦੀ ਹੈ ਇੱਕ, ਇਹ ਹੁੰਦੀ ਹੈ ਰਜਿਸਟਰਾਰ ਦੇ ਕੋਲ ਜਿੱਥੇ ਬਿਲਸ ਜਿਹੜੀਆਂ ਹੈਗੀਆਂ ਡਿਪੋਜ਼ਿਟ ਕਰਾਈਆਂ ਜਾਂਦੀਆਂ ਨੇ। ਬੁੱਕ ਨੰਬਰ 6 ਹੁੰਦੀ ਹੈ ਪਾਵਰ ਆਫ ਟਾਰਨੀਜ਼ ਦੇ ਸੰਬੰਧ ਵਿੱਚ। ਈਚ ਰਜਿਸਟਰ ਸ਼ੈਲ ਆਲਸੋ ਕੀਪ ਐਨ ਐਡੀਸ਼ਨਲ ਰਜਿਸਟਰ ਕਾਲਡ ਬੁੱਕ ਨੰਬਰ 5, ਇਹ ਰਜਿਸਟਰਾਰ ਕੋਲੇ ਹੁੰਦੀ ਹੈ। ਠੀਕ ਹੈ। ਸਬ ਰਜਿਸਟਰਾਰ ਐਂਡ ਜੁਆਇੰਟ ਸਬ ਰਜਿਸਟਰਾਰ, ਜਿੱਥੇ ਕਿਤੇ ਇਕੱਠੇ ਪੋਸਟ ਹੁੰਦੀ ਹੈ ਜੁਆਇੰਟ ਸਬ ਰਜਿਸਟਰਾਰ ਦੀ, ਜੁਆਇੰਟ ਸਬ ਰਜਿਸਟਰਾਰ ਦੀ, ਉੱਥੇ ਦੋ ਸੈੱਟ ਲਗਾਉਣ ਦੀ ਲੋੜ ਨਹੀਂ ਹੁੰਦੀ। ਇੱਕੋ ਸੈੱਟ ਜਿਹੜਾ ਚੱਲਦਾ ਹੈਗਾ ਬੁੱਕਸ ਦਾ, ਇੱਕੋ ਸੈੱਟ ਚੱਲਦਾ। ਜੇ ਤਹਿਸੀਲਦਾਰ ਨੇ ਰਜਿਸਟਰੀ ਕੀਤੀ ਹੋਵੇ, ਜੇ ਨਾਇਬ ਤਹਿਸੀਲਦਾਰ ਨੇ ਰਜਿਸਟਰੀ ਕੀਤੀ ਹੋਵੇ, ਜਿਹੜਾ ਸੈੱਟ ਹੁੰਦਾ ਇੱਕੋ ਹੀ ਲੱਗਿਆ ਹੁੰਦਾ। ਬੁੱਕ 1 2 3 4 ਤੇ 6 ਦਾ, ਉਹਦੇ ਵਿੱਚ ਜਿਹੜੇ ਡਾਕੂਮੈਂਟ ਹੈ ਦਰਜ ਕੀਤੇ ਜਾਂਦੇ ਆ। ਸਪਲਾਈ ਆਫ ਰਜਿਸਟਰਸ 58 ਚ ਹੈਗਾ DLR ਆਫਿਸ, ਸਾਨੂੰ ਜਿਹੜਾ ਸਪਲਾਈ ਆਫ ਰਜਿਸਟਰ ਜਿਹੜੀਆਂ ਬੁੱਕਸ ਹੁੰਦੀਆਂ ਨੇ, ਇਹ ਸਾਰੀਆਂ ਸਾਨੂੰ ਰਜਿਸਟਰ ਆਫਿਸ ਸਪਲਾਈ ਕਰਦਾ ਹੈ। ਰਜਿਸਟਰ ਆਫਿਸ ਨੂੰ ਜਿਹੜੀਆਂ ਹੈਗੀਆਂ ਕਿ DLR ਆਫਿਸ ਤੋਂ ਸਪਲਾਈ ਕੀਤੀਆਂ ਜਾਂਦੀਆਂ ਨੇ। ਇੰਡੈਕਸਸ ਇੰਟੈਂਟਸ ਫਾਰ ਦਾ ਫਾਰਮਸ ਐਂਡ ਬੁੱਕਸ, ਜਿੰਨੀ ਸਾਨੂੰ ਲੋੜ ਪੈਂਦੀ ਹੈ ਡਾਕੂਮੈਂਟਸ, ਸਾਨੂੰ ਕਿੰਨੀਆਂ ਫਾਈਲਾਂ ਚਾਹੀਦੀਆਂ ਹੁੰਦੀਆਂ ਨੇ, ਕਿਹੜੇ ਇਹ ਬੁੱਕ 1 ਬੁੱਕ 2 ਬੁੱਕ 3 ਬੁੱਕ 4 ਕਿੰਨੀਆਂ ਚਾਹੀਦੀਆਂ, ਇਹਦਾ ਜਿਹੜਾ ਇੰਡੈਂਟ ਹੈਗਾ ਅਸੀਂ ਇੰਡੈਂਟ ਬਣਾ ਕੇ ਰਜਿਸਟਰਾਰ ਨੂੰ ਭੇਜਦੇ ਹਾਂ, ਤਾਂ ਕਿ ਜਿਹੜੀ ਇੱਕ ਕਾਪੀ ਉਹਦੀ ਹੁੰਦੀ ਹੈ ਨਾਲ ਉਹ ਉਸ ਨੂੰ ਭੇਜੀ ਜਾਂਦੀ ਹੈ, ਪ੍ਰੈਸ ਨੂੰ ਭੇਜੀ ਜਾਂਦੀ ਹੈ, ਤਾਂ ਕਿ ਸਮੇਂ ਸਿਰ ਜਿਹੜਾ ਤੁਹਾਡੇ ਕੋਲ ਜਿਹੜੀਆਂ ਬੁੱਕਸ ਹੈਗੀਆਂ ਨੇ ਉਹ IG ਆਫਿਸ ਵੱਲੋਂ ਆਰਡਰ ਦੇ ਕੇ ਪ੍ਰੋਵਾਈਡ ਕੀਤੀਆਂ ਜਾ ਸਕਣ। ਇੱਕ ਸਟਾਕ ਰਜਿਸਟਰ ਲਗਾਇਆ ਜਾਂਦਾ ਹੈ ਹਰ ਤਹਿਸੀਲ ਦੇ ਵਿੱਚ। ਸਟਾਕ ਰਜਿਸਟਰ ਜਿਹਦੇ ਵਿੱਚ ਕੀ ਹੁੰਦਾ ਹੈ, ਸਟਾਕ ਰਜਿਸਟਰ ਕੀ ਹੁੰਦਾ, ਸਟੈਂਡਰਡ ਨੰਬਰ ਆਫ ਦਾ ਫਾਰਮ ਆਫ ਦਾ ਰਜਿਸਟਰ, ਇਨਵੈਲਪ, ਓਪਨਿੰਗ ਬੈਲੈਂਸ, ਸਾਡੇ ਕੋਲ ਕਿੰਨੀਆਂ ਬੁੱਕਸ ਹੈਗੀਆਂ ਨੇ। ਇਹ ਰਜਿਸਟਰ ਆਫਿਸ 'ਚ ਵੀ ਹੁੰਦਾ, ਸਬ ਰਜਿਸਟਰ ਆਫਿਸ 'ਚ ਵੀ ਹੁੰਦਾ। ਠੀਕ ਹੈ। ਡੇਟ ਪਾਈ ਜਾਂਦੀ ਹੈ, ਕਿੰਨਾ ਸਾਡੇ ਕੋਲ ਕਿੰਨੀਆਂ ਬੁੱਕਸ ਕਿਹੜੇ ਨੰਬਰ ਦੀਆਂ ਹੈਗੀਆਂ ਨੇ, ਕਿੰਨੀਆਂ ਅਸੀਂ ਪ੍ਰਾਪਤ ਹੋਰ ਕੀਤੀਆਂ ਨੇ, ਨੰਬਰ ਐਂਡ ਡੇਟ, ਇਨਵਾਇਸ ਵਿਦ ਵਿਚ ਰਿਸੀਵਡ, ਕਿਹੜੇ ਆਰਡਰ ਦੇ ਰਾਹੀਂ ਕਿੰਨੀਆਂ ਬੁੱਕਸ ਅਸੀਂ ਪ੍ਰਾਪਤ ਕੀਤੀਆਂ। ਠੀਕ ਹੈ। ਨੰਬਰ ਆਫ ਇਸ਼ੂ, ਫਿਰ ਅਸੀਂ ਵੰਡੀਆਂ ਕਿੰਨੀਆਂ, ਜਿਵੇਂ ਕਿ ਰਜਿਸਟਰ ਆਫਿਸ ਦੀ ਗੱਲ ਕਰ ਰਹੇ ਹਾਂ। ਇਹ ਰਜਿਸਟਰ ਆਫਿਸ ਦੇ ਵਿੱਚ ਕਿਹੜੇ ਸਬ ਰਜਿਸਟਰਾਰ ਨੂੰ, ਕਿਹੜੇ ਜੁਆਇੰਟ ਸਬ ਰਜਿਸਟਰਾਰ ਨੂੰ ਕਿੰਨੀਆਂ ਬੁੱਕਸ ਕਿਹੜੀ ਤਰੀਕ ਨੂੰ ਦਿੱਤੀਆਂ ਗਈਆਂ ਨੇ, ਟੂ ਹੋਮ ਇਸ਼ੂਡ, ਬੈਲੈਂਸ ਆਫਟਰ ਈਚ ਟ੍ਰਾਂਜੈਕਸ਼ਨ, ਦੇਣ ਤੋਂ ਬਾਅਦ ਕਿੰਨੀਆਂ ਬੁੱਕ ਸਾਡੇ ਕੋਲ ਬਾਕੀ ਰਹਿ ਗਈਆਂ, ਤੇ ਨਾਲ ਹੀ ਸਾਈਨ ਜਿਹੜੇ ਅਧਿਕਾਰੀ ਜਿਹੜਾ ਵੀ ਆਫੀਸ਼ੀਅਲ ਲੈ ਕੇ ਜਾਂਦਾ ਹੈਗਾ ਉਹਦੇ ਸਾਈਨ ਕਰਵਾਏ ਜਾਂਦੇ ਹੈਗੇ ਆ। ਮਤਲਬ ਕਿ ਲਿਖਾ ਪੜ੍ਹੀ 'ਚ ਹੁੰਦਾ ਆਰਡਰ, ਇਹ ਜਿਹੜਾ ਸਟਾਕ ਰਜਿਸਟਰ ਹੁੰਦਾ। Then at 60 certificates of the examination when a volume is filled up, ਜਦੋਂ ਕੋਈ ਜਿਹੜੀ ਬਹੀ ਹੁੰਦੀ ਹੈ ਸਾਡੀ ਭਰ ਜਾਂਦੀ ਹੈ, ਠੀਕ ਹੈ, ਤਾਂ ਉਹਦੇ ਪਿਛਲੇ ਪਾਸੇ ਲਾਸਟ ਦੇ ਵਿੱਚ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਵੀ ਇੰਨੇ ਤੋਂ ਲੈ ਕੇ ਇੰਨੇ ਨੰਬਰ ਪੇਜ ਹੈਗੇ ਇਹਦੇ ਤੇ, ਇੰਨੀ ਐਂਟਰੀਆਂ, ਇੰਨੇ ਵਸੀਕੇ ਜਿਹੜੇ ਹੈਗੇ ਐਂਟਰ ਹੋ ਚੁੱਕੇ, ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਰਜਿਸਟਰਾਰ, ਸਬ ਰਜਿਸਟਰਾਰ ਵੱਲੋਂ ਜਾਂ ਸਬ ਰਜਿਸਟਰਾਰ ਵੱਲੋਂ। ਨੈਕਸਟ ਹੈ ਫਿਰ 64 'ਚ ਇੰਪੋਰਟੈਂਟ ਬੁੱਕ 1 ਦੇ ਬਾਰੇ ਫਿਰ ਥੋੜਾ ਦੱਸਿਆ ਹੈਗਾ। ਬੁੱਕ 1 'ਚ ਕੀ ਦਰਜ ਕਰਦੇ ਹਾਂ ਅਸੀਂ, ਨੋਨ ਟੈਸਟਾਮੈਂਟਰੀ ਡਾਕੂਮੈਂਟ ਦਰਜ ਕਰਦੇ ਹਾਂ ਰਿਲੇਟਿੰਗ ਟੂ ਦਾ ਇਮੂਵਲ ਪ੍ਰਾਪਰਟੀ। ਇਹ ਜਿਹੜੀ ਬੁੱਕ 1 ਹੁੰਦੀ ਹੈ ਇਹ ਓਪਨ ਹੁੰਦੀ ਹੈ, ਇਹਨੂੰ ਪਬਲਿਕ ਕੋਈ ਵੀ ਦੇਖ ਸਕਦਾ, ਇੰਸਪੈਕਸ਼ਨ ਕਰ ਸਕਦੀ ਹੈ ਲੋੜ ਮੁਤਾਬਕ। ਠੀਕ ਹੈ। ਜਿਵੇਂ ਸੈਕਸ਼ਨ 17 ਦੇ 18 ਅਸੀਂ ਪੜ੍ਹਿਆ ਸੀ, ਸੈਕਸ਼ਨ 17 'ਚ ਕੰਪਲਸਰੀ ਡਾਕੂਮੈਂਟ ਹੁੰਦੇ ਆ, ਸੈਕਸ਼ਨ 18 'ਚ ਆਪਸ਼ਨਲ ਡਾਕੂਮੈਂਟ ਹੁੰਦੇ ਆ। ਇਹ ਜਿਹੜੇ ਡਾਕੂਮੈਂਟ ਹੁੰਦੇ ਆ ਬੁੱਕ 1 'ਚ ਦਰਜ ਕੀਤੇ ਜਾਂਦੇ ਨੇ, ਤੇ ਇਹਨਾਂ ਨੂੰ ਕੋਈ ਵੀ ਵਿਅਕਤੀ ਲੋੜ ਦੇ ਮੁਤਾਬਕ ਇੰਸਪੈਕਸ਼ਨ ਵੀ ਕਰ ਸਕਦਾ ਹੈ, ਸਰਕਾਰੀ ਫੀਸ ਅਦਾ ਕਰਕੇ ਇਹਦੀ ਕਾਪੀ ਵੀ ਲੈ ਸਕਦਾ ਹੈ। ਬੁੱਕ ਨੰਬਰ 4 ਬਾਰੇ ਥੋੜਾ ਦੱਸਿਆ ਹੈਗਾ। ਬੁੱਕ ਨੰਬਰ 4 ਕੀ ਮਿਸਲੇਨੀਅਸ ਡਾਕੂਮੈਂਟ ਹੁੰਦੇ ਆ, ਇਨ ਵਿਚ ਆਰ ਪੇਸਟਡ ਡਿਊਲੀ endorsed ਐਂਡ ਸਾਈਨਡ ਡੁਪਲੀਕੇਟ ਆਫ ਆਲ ਦਾ ਡਾਕੂਮੈਂਟ ਰਜਿਸਟਰਡ ਅੰਡਰ ਕਲੌਜ਼ D ਤੇ ਕਲੌਜ਼ D ਕਲੌਜ਼ F ਸੈਕਸ਼ਨ 15 ਜਿਹੜਾ ਅਸੀਂ ਪੜ੍ਹਿਆ ਸੀ ਰਜਿਸਟ੍ਰੇਸ਼ਨ ਐਕਟ ਦੇ ਵਿੱਚ, ਸੈਕਸ਼ਨ 15 ਪੜ੍ਹਿਆ ਸੀ। ਸੈਕਸ਼ਨ 15 ਦੇ ਅਧੀਨ ਜਿਹੜੇ ਕਲੌਜ਼ D ਤੇ ਕਲੌਜ਼ F ਆ ਜਾਂਦੀ ਹੈਗੀ ਹੈ, ਵਿਚ ਡੂ ਨਾਟ ਰਿਲੇਟ ਟੂ ਦਾ ਇਮੂਵਲ ਪ੍ਰਾਪਰਟੀ। ਇਹ ਬੁੱਕ ਨੰਬਰ ਜਿਹੜੀ 4 ਹੈਗੀ, ਇਹਦੇ ਵਿੱਚ ਜਿਹੜੇ ਡਾਕੂਮੈਂਟ ਹੁੰਦੇ ਆ ਉਹ ਮੂਵਲ ਪ੍ਰਾਪਰਟੀ ਦੇ ਹੁੰਦੇ ਆ, ਇਮੂਵਲ ਪ੍ਰਾਪਰਟੀ ਦੇ ਨਹੀਂ ਹੁੰਦੇ ਹੈਗੇ। ਠੀਕ ਹੈ। ਨਾਈਦਰ ਇਟ ਇਜ਼ ਓਪਨ ਟੂ ਪਬਲਿਕ ਇੰਸਪੈਕਸ਼ਨ, ਇਹਨੂੰ ਕੋਈ ਜਿਹੜਾ ਪਬਲਿਕ ਹੈਗੀ ਹੈ ਉਹ ਇਹਨੂੰ ਇੰਸਪੈਕਸ਼ਨ ਨਹੀਂ ਕਰ ਸਕਦੀ, ਨਾ ਇਹਦੇ ਇੰਡੈਕਸਾਂ ਨੂੰ ਇੰਸਪੈਕਸ਼ਨ ਕਰ ਸਕਦੀ ਹੈ, ਪਰ ਇਹਦੀਆਂ ਜਿਹੜੀਆਂ ਕਾਪੀਆਂ ਹੈਗੀਆਂ ਨੇ ਉਹ ਸਰਕਾਰੀ ਫੀਸ ਅਦਾ ਕਰਕੇ ਲੈ ਸਕਦੇ ਆ। ਜਿਵੇਂ ਕਿ ਬੁੱਕ ਨੰਬਰ 1 ਹੈ ਜਿਹੜੀ ਉਹ ਓਪਨ ਹੈ ਪਬਲਿਕ ਦੇ ਲਈ, ਕੋਈ ਵੀ ਵਿਅਕਤੀ ਨੂੰ ਦੇਖ ਸਕਦਾ ਹੈਗਾ, ਉਹਦੇ ਇੰਡੈਕਸ ਨੂੰ ਵਾਚ ਕਰ ਸਕਦਾ ਹੈ। ਠੀਕ ਹੈ। ਬੁੱਕ ਨੰਬਰ 2 ਜਿਹੜੀ ਹੈ, ਬੁੱਕ ਨੰਬਰ 2 ਵੀ ਓਪਨ ਹੁੰਦੀ ਹੈ, ਜਿਹਦੇ 'ਚ ਅਸੀਂ ਰਿਫਿਊਜ਼ਲ ਪਾਉਂਦੇ ਹਾਂ, ਉਹ ਵੀ ਓਪਨ ਹੁੰਦੀ ਹੈ ਪਬਲਿਕ ਦੇ ਲਈ, ਉਹਨੂੰ ਵੀ ਕੋਈ ਵਿਅਕਤੀ ਦੇਖ ਸਕਦਾ ਹੈਗਾ, ਰੀਜ਼ਨ ਦੇਖ ਸਕਦਾ ਕਿਉਂ ਇਹ ਵਾਪਸ ਕਿਉਂ ਇਹ ਜਿਹੜੀ ਰਜਿਸਟਰੀ ਹੈ
ਕਿਉਂ ਨਹੀਂ ਹੋਈ ਉਹਦੀ ਕਾਪੀ ਵੀ ਲੈ ਸਕਦਾ, ਆਰਡਰ ਦੀ ਕਾਪੀ ਲੈ ਸਕਦਾ ਹੈ। ਨੈਕਸਟ ਹੈ 65 ਰੈਫਰੈਂਸਸ ਟੂ ਅਦਰ ਡਾਕੂਮੈਂਟਸ ਅਫੈਕਟਿੰਗ ਦਾ ਸੇਮ ਪ੍ਰੋਪਰਟੀ। ਜੇ ਕੋਈ ਰਜਿਸਟਰੀ ਅਸੀਂ ਕਰ ਰਹੇ ਹਾਂ ਜਾਂ ਕੋਈ ਅਸੀਂ ਪਾਵਰ ਟੋਰਨੀ ਕਰ ਰਹੇ ਹਾਂ ਜਾਂ ਕੋਈ ਪਾਵਰ ਟੋਰਨੀ ਤੋੜੀ ਜਾ ਰਹੀ ਹੈ ਜਾਂ ਕੋਈ ਬਿੱਲ ਤੋੜੀ ਜਾ ਰਹੀ ਹੈ, ਠੀਕ ਹੈ, ਤਾਂ ਜਿਹੜਾ ਉਹਦਾ ਰੈਫਰੈਂਸ ਹੈਗਾ, ਜੇ ਕੋਈ ਉਦੋਂ ਪਹਿਲਾਂ ਡਾਕੂਮੈਂਟ ਰਜਿਸਟਰ ਕੀਤਾ ਗਿਆ ਹੋਵੇ ਜਿਹਦਾ ਰੈਫਰੈਂਸ ਇਸ ਡਾਕੂਮੈਂਟ ਦੇ ਵਿੱਚ ਜਿਹੜਾ ਹੁਣ ਡਾਕੂਮੈਂਟ ਕੀਤਾ ਜਾ ਰਿਹਾ ਉਹਦੇ 'ਚ ਕੋਈ ਰੈਫਰੈਂਸ ਪਾਇਆ ਗਿਆ ਹੋਵੇ ਪਿਛਲੇ ਡਾਕੂਮੈਂਟ ਦਾ, ਤਾਂ ਉਸ ਡਾਕੂਮੈਂਟ 'ਚ ਅਸੀਂ ਨੋਟ ਦੇ ਕੇ ਉਹਦਾ ਰੈਫਰੈਂਸ ਪਾਵਾਂਗੇ ਵੀ ਇਹ ਜਿਹੜੀ ਵਸੀਕਾ ਹੈ, ਜਿਹੜੀ ਬਿੱਲ ਹੈਗੀ ਹੈ ਇਹ ਤੋੜੀ ਜਾ ਚੁੱਕੀ ਹੈ ਜਾਂ ਇਹ ਅਟਾਰਨੀ ਹੈ ਇਹ ਕੈਂਸਲ ਹੋ ਚੁੱਕੀ ਹੈ, ਤਾਂ ਕਿ ਉਹਦਾ ਬੈਨੀਫਿਟ ਕੋਈ ਅੱਗੇ ਫਰਦਰ ਨਾ ਲੈ ਸਕੇ ਜਾਂ ਫਿਰ ਜੇਕਰ ਸਾਡੇ ਕੋਲੇ ਉਹ ਬੰਦਾ ਕਿਤੇ ਹੋਰ ਯੂਜ਼ ਕਰ ਰਿਹਾ, ਉਸ ਨੂੰ ਸਾਡੇ ਕੋਲ ਕਿਸੇ ਸਬ ਰਜਿਸਟਰ ਵੱਲੋਂ ਕੋਈ ਲੈਟਰ ਆਈ ਹੈ ਵੀ ਇਹ ਵਸੀਕਾ ਦੱਸਿਆ ਜਾਵੇ ਵੀ ਕੀ ਤੁਹਾਡੇ ਤਹਿਸੀਲ 'ਚ ਰਜਿਸਟਰ ਹੋਇਆ ਸੀ ਜਾਂ ਨਹੀਂ ਹੋਇਆ ਸੀਗਾ। ਜੇਕਰ ਸਾਡੇ ਕੋਲ ਰਜਿਸਟਰ ਹੋਇਆ ਹੋਇਆ ਅਸੀਂ ਲਿਖ ਕੇ ਭੇਜ ਦਾਂਗੇ ਹਾਂ ਸਾਡੇ ਕੋਲ ਰਜਿਸਟਰ ਹੋਇਆ ਹੋਇਆ ਹੈ, ਪਰ ਜੇਕਰ ਤੁਸੀਂ ਤੁਹਾਡੇ ਰਜਿਸਟਰ ਤੁਹਾਡੇ ਕੋਲ ਆ ਕੇ ਫਿਰ ਉਹ ਡਾਕੂਮੈਂਟ ਕੈਂਸਲ ਕਰਾਤਾ ਕਿਸੇ ਵਿਅਕਤੀ ਨੇ, ਕੋਈ ਜਿਹੜੀ ਪਾਵਰ ਟੋਰਨੀ ਦਿੱਤੀ ਗਈ ਸੀ ਕੈਂਸਲ ਹੋ ਚੁੱਕੀ ਹੈ, ਜੇ ਤੱਕ ਤੁਸੀਂ ਉੱਥੇ ਰੈਫਰੈਂਸ ਨਹੀਂ ਦਿਓਗੇ ਤਾਂ ਤੁਸੀਂ ਤੁਹਾਡੀ ਜਿਹੜੀ ਰਿਪੋਰਟ ਹੋਏਗੀ ਉਹ ਗਲਤ ਹੋ ਜਾਏਗੀ। ਜੇਕਰ ਤੁਹਾਡਾ ਰੈਫਰੈਂਸ ਦਿੱਤਾ ਹੋਏਗਾ ਤਾਂ ਤੁਸੀਂ ਲਿਖੋਗੇ ਵੀ ਹਾਂ ਇਹ ਡਾਕੂਮੈਂਟ ਸਾਡੇ ਕੋਲ ਰਜਿਸਟਰ ਹੋਇਆ ਸੀ ਪਰ ਇਹ ਇੰਨੀ ਤਰੀਕ ਨੂੰ ਫਲਾਣੇ ਵਸੀਕੇ ਤਰ੍ਹਾਂ ਜਿਹੜਾ ਹੈ ਡਾਕੂਮੈਂਟ ਹੈ ਉਹਦੇ ਵਿੱਚ ਫਰਦਰ ਜਿਹੜੀ ਹੈਗੀ ਚੇਂਜ ਆ ਚੁੱਕੀ ਹੈ ਜਾਂ ਕੋਈ ਚੇਂਜ ਆ ਚੁੱਕੀ ਹੈ ਜਾਂ ਕੋਈ ਕੈਂਸਲ ਹੋ ਚੁੱਕਿਆ ਹੈ, ਕਿ ਉਹ ਕੋਈ ਬਿੱਲ ਹੁੰਦੀ ਹੈ ਚਾਹੇ ਕੋਈ ਪਾਵਰ ਟੋਰਨ ਹੁੰਦੀ ਹੈ, ਸਪੈਸ਼ਲੀ ਫਾਰ ਦਾ ਪਰਪਸ ਆਫ ਪਾਵਰ ਟੋਰਨੀ। 66 ਸਪਲੀਮੈਂਟਰੀ ਬੁੱਕ 1 ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਜਿਹੜੀ ਸਪਲੀਮੈਂਟਰੀ ਬੁੱਕ 1 ਹੁੰਦੀ ਹੈ, ਸਪਲੀਮੈਂਟਰੀ ਬੁੱਕ 1 ਦੇ ਵਿੱਚ ਕੀ ਹੁੰਦਾ ਹੈ, ਬੁੱਕ 1 ਦੇ ਵਿੱਚ ਤਾਂ ਅਸੀਂ ਦਰਜ ਕਰਦੇ ਹਾਂ 17 ਸੈਕਸ਼ਨ 18 ਦੇ ਤਹਿਤ ਜਿੰਨੇ ਵੀ ਡਾਕੂਮੈਂਟ ਅਸੀਂ ਰਜਿਸਟਰ ਕਰਦੇ ਹਾਂ ਨੌਨ ਟੈਸਟਾਮੈਂਟਰੀ ਡਾਕੂਮੈਂਟ ਦਰਜ ਕਰਦੇ ਹਾਂ, ਪਰ ਬੁੱਕ 1 ਕੀ ਹੁੰਦੀ ਹੈ, ਸਪਲੀਮੈਂਟਰੀ ਬੁੱਕ 1 ਇਹਨੂੰ ਕਿਹਾ ਜਾਂਦਾ ਹੈ। ਇਹ ਮਤਲਬ ਇਹ ਕਹਿ ਲਈਏ ਵੀ ਬੁੱਕ ਨੰਬਰ 1 ਦਾ ਇੱਕ ਪਾਰਟ ਹੁੰਦੀ ਹੈ, ਉਹਦੇ ਵਿੱਚ ਕੀ ਦਰਜ ਕਰਦੇ ਹਾਂ ਤਾਂ ਕਿ ਵੋਲਿਊਮ ਉਹਦਾ ਜ਼ਿਆਦਾ ਹੈਵੀ ਨਾ ਹੋ ਜਾਵੇ, ਇਸ ਕਰਕੇ ਇਹਦੇ ਵਿੱਚ ਅਸੀਂ ਕੀ ਹੈ ਨਕਸ਼ੇ ਵਗੈਰਾ ਪਲਾਨ ਵਗੈਰਾ ਜਿਹੜੀਆਂ ਕਾਪੀਆਂ ਹੁੰਦੀਆਂ ਨੇ ਉਹ ਇਹਦੇ ਵਿੱਚ ਦਰਜ ਕਰ ਦਿੰਦੇ ਹਾਂ, ਤੇ ਕਾਪੀਜ਼ ਐਂਡ ਮੈਮੋਰੰਡਾ ਆਫ ਦਾ ਡਾਕੂਮੈਂਟਸ ਰਿਸੀਵਡ ਫਰੋਮ ਦਾ ਅਦਰ ਰਜਿਸਟਰਿੰਗ ਆਫਿਸਰਸ। ਜੇ ਕਿਸੇ ਹੋਰ ਰਜਿਸਟਰਿੰਗ ਆਫਿਸਰ ਤੋਂ ਕੋਈ ਡਾਕੂਮੈਂਟ ਜਿਹੜਾ ਰਜਿਸਟਰ ਕਰਕੇ ਸਾਨੂੰ ਪਰਚੇ ਉਹਦੀ ਲੈਟਰ ਭੇਜੇ ਜਾਂਦੇ ਨੇ, ਮੈਮੋਰੰਡਮ ਪਰਚਾ ਜ਼ਿਆਦਾ ਰਜਿਸਟਰ ਭੇਜੇ ਜਾਂਦੇ ਨੇ, ਉਹ ਵੀ ਇਸ ਬੁੱਕ 'ਚ ਦਰਜ ਕੀਤੇ ਜਾਂਦੇ ਨੇ। ਕੋਈ ਸਰਟੀਫਿਕੇਟ ਸਾਡੇ ਕੋਲ ਆਉਂਦੇ ਨੇ, ਕੋਈ ਬੈਂਕਾਂ ਦੇ ਸਰਟੀਫਿਕੇਟ ਆਉਂਦੇ ਨੇ, ਕੋਈ ਸਿਵਲ ਕੋਡ ਦੇ ਵਿੱਚੋਂ ਕੋਈ ਸਾਡੇ ਕੋਲ CPC ਦੇ ਅਧੀਨ ਕੋਈ ਸਰਟੀਫਿਕੇਟ ਆਫ ਸੇਲ ਆ ਜਾਂਦਾ ਹੈ, ਉਹ ਵੀ ਅਸੀਂ ਜਿਹੜੀ ਇਹ ਐਡੀਸ਼ਨਲ ਜਿਹੜੀ ਬੁੱਕ ਹੁੰਦੀ ਹੈ ਸਪਲੀਮੈਂਟਰੀ ਬੁੱਕ ਹੈ ਇਹ 'ਚ ਐਂਟਰ ਕਰ ਦਿੰਦੇ ਹਾਂ। ਸਪਲੀਮੈਂਟਰੀ ਬੁੱਕ ਦੇ ਵਿੱਚ ਕਿਹੜੇ ਕਾਲਮ ਹੁੰਦੇ ਆ, ਉਹ ਕਹਿੰਦੇ ਇੱਕ ਡੇਟ ਹੁੰਦੀ ਹੈ ਕਦੋਂ ਅਸੀਂ ਸਾਡੇ ਕੋਲ ਵਸੂਲ ਹੋਇਆ ਇਹ ਡਾਕੂਮੈਂਟ, ਡੇਟ ਔਨ ਵਿਚ ਡਾਕੂਮੈਂਟ ਵਾਸ ਐਗਜ਼ੀਕਿਊਟਡ, ਜੇ ਕਿਸੇ ਰਜਿਸਟਰੀ ਨਾਲ ਸੰਬੰਧਿਤ ਹੈਗਾ, ਜੇ ਕਿਸੇ ਬਾਹਰਲੇ ਜ਼ਿਲ੍ਹੇ 'ਚੋਂ ਕੋਈ ਸਾਡੇ ਕੋਲੇ ਪਰਚਾ ਯਾਦਾਸ਼ਤ ਆਇਆ ਕਿਸੇ ਹੋਰ ਤਹਿਸੀਲ 'ਚੋਂ ਆਇਆ ਤਾਂ ਅਸੀਂ ਲਿਖ ਦਾਂਗੇ ਉੱਥੇ ਉਹਦੇ 'ਚ ਕਾਲਮ ਪਾ ਦਾਂਗੇ ਵੀ ਹਾਂ ਇੰਨੀ ਤਰੀਕ ਨੂੰ ਇਹ ਪਰਚਾ ਯਾਦਾਸ਼ਤ ਫਲਾਣੇ ਪਿੰਡ ਨਾਲ ਸੰਬੰਧਿਤ ਸੀਗਾ, ਇਹ ਸਾਡੇ ਕੋਲ ਵਸੂਲ ਹੋਇਆ ਇੰਨੀ ਤਰੀਕ ਨੂੰ ਵਸੂਲ ਹੋਇਆ। ਜੇਕਰ ਕੋਈ ਡਾਕੂਮੈਂਟ ਜਿਹੜਾ ਅਸੀਂ ਐਡੀਸ਼ਨਲ ਬੁੱਕ 'ਚ ਐਂਟਰ ਕਰ ਰਹੇ ਹਾਂ ਸਾਡੇ ਵੱਲੋਂ ਹੀ ਕੋਈ ਰਜਿਸਟਰੀ ਕੀਤੀ ਗਈ ਹੈ ਬੁੱਕ 1 'ਚ ਐਂਟਰੀ ਪਾਈ ਗਈ ਹੈ, ਤਾਂ ਉਹ ਬੁੱਕ 1 ਦੀ ਐਂਟਰੀ ਕਿੰਨੇ ਨੰਬਰ 'ਤੇ ਉਹ ਡਾਕੂਮੈਂਟ ਰਜਿਸਟਰ ਹੋਇਆ ਤਾਂ ਉਹਦਾ ਜਿਹੜਾ ਵੇਰਵਾ ਹੈਗਾ ਇਸ ਦਰਜ ਕੀਤਾ ਜਾਵੇਗਾ। ਨੇਮ ਐਂਡ ਐਡੀਸ਼ਨ ਆਫ ਦਾ ਐਗਜ਼ੀਕਿਊਟੈਂਟ, ਕਿਹੜੇ ਬੰਦੇ ਨੇ ਜਿਹੜਾ ਹੈਗਾ ਇਹ ਡਾਕੂਮੈਂਟ ਐਗਜ਼ੀਕਿਊਟ ਕੀਤਾ ਗਿਆ ਉਹ ਸਾਰਾ ਵੇਰਵਾ ਇਸ ਦਰਜ ਕੀਤਾ ਜਾਂਦਾ ਹੈ। ਕਾਪੀ ਆਫ ਦਾ ਸਰਟੀਫਿਕੇਟਸ ਆਫ ਦਾ ਸੇਲ ਅੰਡਰ CPC, ਜੇਕਰ ਸਾਡੇ ਕੋਲੇ ਕੋਰਟ ਵੱਲੋਂ ਕੋਈ ਜਿਹੜੀਆਂ ਕਾਪੀ ਹੈਗੀਆਂ ਸੇਲ ਦੇ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਆ ਤਾਂ ਉਹ ਵੀ ਐਜ਼ ਪਰ ਦਾ ਸਾਈਜ਼ ਆਫ ਦਾ ਸਾਡੀ ਜਿਹੜੀ ਬਹੀ ਹੁੰਦੀ ਹੈ ਇਹਦੇ ਸਾਈਜ਼ ਦੇ ਮੁਤਾਬਕ ਸਾਡੇ ਵੱਲੋਂ ਲਿਖ ਕੇ ਭੇਜਿਆ ਜਾਂਦਾ ਕੋਰਟਾਂ ਨੂੰ, ਵੀ ਹਾਈ ਕੋਰਟ ਵੱਲੋਂ ਵੀ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਕੋਰਟਾਂ ਨੂੰ ਵੀ ਇਹ ਉਹਨਾਂ ਦੀ ਤਾਂ ਕਿ ਉਹਨਾਂ ਦੀ ਬਹੀ ਦੇ ਵਿੱਚ ਪ੍ਰੋਪਰ ਫਿਟਿੰਗ ਹੋਵੇ ਉਸ ਡਾਕੂਮੈਂਟ ਦੀ, ਉਸੇ ਸਾਈਜ਼ ਦੇ ਉੱਪਰ A3 ਜਾਂ A4 ਸਾਈਜ਼ ਜਿਹੜਾ ਹੁੰਦਾ ਹੈਗਾ ਵੀ ਉਸ ਸਾਈਜ਼ ਦੇ ਉੱਪਰ ਜਿਹੜਾ ਸਾਨੂੰ ਸਾਡਾ ਸਰਟੀਫਿਕੇਟ ਹੈ ਭੇਜਿਆ ਜਾਂਦਾ ਕੋਰਟਾਂ ਵੱਲੋਂ। ਕਾਪੀਜ਼ ਆਫ ਦਾ ਆਰਡਰਸ ਗਰੰਟਿੰਗ ਲੋਨਸ, ਇਸੇ ਤਰੀਕੇ ਜਿਹੜੇ ਬੈਂਕਾਂ ਦੇ ਡਾਕੂਮੈਂਟ ਹੁੰਦੇ ਆ ਆਰਡਰ ਐਂਡ ਸਰਟੀਫਿਕੇਟ ਸਾਡੇ ਕੋਲੇ ਆਰਡਰ ਦੀਆਂ ਰਜਿਸਟਰੀਆਂ ਵਗੈਰਾ ਆਉਂਦੀਆਂ ਨੇ, ਉਹ ਵੀ ਹੁਣ ਤਾਂ ਸਿਸਟਮ ਚੇਂਜ ਹੋ ਗਿਆ, ਸਾਡੇ ਕੋਲੇ ਬਹੀ ਲੱਗੀ ਹੁੰਦੀ ਆ ਅਸੀਂ ਉਹ ਬਹੀ 'ਚ ਦਰਜ ਕਰਦੇ ਹੈਗੇ ਆ। ਫਿਲਿੰਗ ਟ੍ਰਾਂਸਲੇਸ਼ਨਸ ਐਂਡ ਮੈਪਸ, ਸਪਲੀਮੈਂਟਰੀ ਬੁੱਕ ਦੇ ਵਿੱਚ ਜੇ ਕੋਈ ਟ੍ਰਾਂਸਲੇਸ਼ਨ ਦੀ ਕਾਪੀ ਹੁੰਦੀ ਹੈ, ਠੀਕ ਹੈ, ਜੇ ਕੋਈ ਟ੍ਰਾਂਸਲੇਸ਼ਨ ਕਿਸੇ ਹੋਰ ਲੈਂਗੁਏਜ 'ਚ ਕੀਤੀ ਜਾਂਦੀ ਹੈ ਤਾਂ ਜਿਹੜੀ ਟ੍ਰਾਂਸਲੇਸ਼ਨ ਦੀ ਜਿਹੜੀ ਕਾਪੀ ਹੈਗੀ ਹੈ ਉਹ ਵੀ ਬੁੱਕ ਨੰਬਰ 1 ਦੀ ਬਜਾਏ ਬੁੱਕ ਨੰਬਰ ਜਿਹੜੀ 1 ਦੀ ਸਪਲੀਮੈਂਟਰੀ ਕਾਪੀ ਹੈ ਉਹ 'ਚ ਅਟੈਚ ਕੀਤੀ ਜਾਂਦੀ ਹੈ। ਬੁੱਕ 2 ਦੀ ਗੱਲ ਕੀਤੀ ਗਈ ਹੈ ਕਿ ਬੁੱਕ 2 'ਚ ਕੀ ਹੁੰਦਾ, ਬੁੱਕ 2 'ਚ ਤੁਹਾਨੂੰ ਪਤਾ ਆਪਾਂ ਕਈ ਵਾਰੀ ਗੱਲ ਚੁੱਕੇ ਹਾਂ, ਜਿਹੜੀ ਬੁੱਕ 2 ਹੈਗੀ ਇਹਦੇ 'ਚ ਜਿਹੜੀ ਰਿਫਿਊਜ਼ਲ ਹੁੰਦੀ ਹੈ, refusal to sub-register. Book number 2 is recorded
ਫਾਰ ਦ ਰੀਜ਼ਨਸ ਫਾਰ ਦ ਰਿਫਿਊਜ਼ਲ ਟੂ ਦ ਰਜਿਸਟਰ, ਵੀ ਮੈਂ ਇਹ ਜਿਹੜੀ ਡਾਕੂਮੈਂਟ ਹੈ ਕਿਉਂ ਰਜਿਸਟਰ ਨਹੀਂ ਕੀਤਾ ਜਾ ਰਿਹਾ ਮੇਰੇ ਵੱਲੋਂ। ਠੀਕ ਹੈ, ਰੀਜ਼ਨ ਕੋਈ ਵੀ ਹੋ ਸਕਦਾ ਹੈ ਜਿਹੜਾ ਵੀ ਮਤਲਬ ਕਿ ਜਸਟੀਫਾਈ ਲੱਗਦਾ ਹੋਵੇ ਸਬ ਰਜਿਸਟਰਾਰ ਨੂੰ, ਕਿਉਂ ਸਬ ਰਜਿਸਟਰਾਰ ਵੱਲੋਂ ਜਿਹੜੀ ਰਜਿਸਟਰੀ ਹੈ ਇਹ ਰੋਕੀ ਜਾ ਰਹੀ ਹੈ, ਕਿਉਂ ਰਿਫਿਊਜ਼ ਕੀਤੀ ਜਾ ਰਹੀ ਹੈ, ਕੋਈ ਰੀਜ਼ਨ ਹੈਗਾ ਉਹ ਰੀਜ਼ਨ ਦੱਸਦੇ ਹੋਏ ਜਿਹੜਾ ਰਿਫਿਊਜ਼ਲ ਦਾ ਜਿਹੜਾ ਆਰਡਰ ਹੈ ਉਹ ਜਿਹੜੀ ਆਰਡਰ ਦੀ ਇੱਕ ਕਾਪੀ ਹੈਗੀ ਹੈ, ਡਾਕੂਮੈਂਟ ਦੇ ਉੱਪਰ ਵੀ ਰਿਫਿਊਜ਼ਲ ਲਿਖਿਆ ਜਾਏਗਾ ਤੇ ਨਾਲ ਜਿਹੜੀ ਹੈਗੀ ਹੈ ਸਾਡੀ ਆਫਿਸ ਕਾਪੀ ਬੁੱਕ ਨੰਬਰ 2 ਉਹਦੇ ਵਿੱਚ ਵੀ ਪ੍ਰੋਪਰ ਆਰਡਰ ਸਪੈਸੀਫਿਕ ਜਿਹੜਾ ਆਰਡਰ ਹੈਗਾ ਸਪੀਕਿੰਗ ਆਰਡਰ ਪਾਸ ਕੀਤਾ ਜਾਂਦਾ ਹੈ ਤੇ ਉਹਦੇ ਤੇ ਆਰਡਰ ਕਰਕੇ ਸਾਈਨ ਕੀਤੇ ਮੋਹਰ ਲਗਾਈ ਜਾਂਦੀ ਹੈਗੀ ਹੈ। ਸੀਰੀਅਲ ਨੰਬਰ ਲਗਾਇਆ ਜਾਂਦਾ ਹੈ, ਉਹਦੇ ਕਾਲਮ ਥੋੜੇ ਜਿਹੇ ਹੁੰਦੇ ਆ, ਇਹ ਸੀਰੀਅਲ ਨੰਬਰ ਪਾਇਆ ਜਾਂਦਾ ਹੈ। ਠੀਕ ਹੈ, ਡੇਟ ਆਫ ਦਾ ਰਿਫਿਊਜ਼ਲ ਪਾਈ ਜਾਂਦੀ ਹੈ, ਨੇਮ ਆਫ ਦਾ ਪਰਸਨ ਪ੍ਰੈਜ਼ੈਂਟਿੰਗ, ਕਿਹੜੇ ਵਿਅਕਤੀ ਨੇ ਇਹ ਡਾਕੂਮੈਂਟ ਪੇਸ਼ ਕੀਤਾ ਸੀਗਾ, ਨੇਚਰ ਐਂਡ ਵੈਲਿਊ ਆਫ ਦਾ ਟ੍ਰਾਂਜੈਕਸ਼ਨਸ, ਇਹ ਕੀ ਹੈ, ਸੇਲ ਦੀ ਰਜਿਸਟਰੀ ਹੈ, ਕਾਹਦੀ ਰਜਿਸਟਰੀ ਹੈਗੀ ਹੈ, ਠੀਕ ਹੈ, ਕਿੰਨੀ ਕੀਮਤ ਦੀ ਹੈ, ਰੀਜ਼ਨਸ ਆਫ ਦਾ ਰਿਫਿਊਜ਼ਲ, ਫਿਰ ਰਿਮਾਰਕਸ ਹੈ, ਇਹ ਸਾਰਾ ਕੁਝ ਦਿੰਦੇ ਹੋਏ ਜਿਹੜਾ ਹੈਗਾ ਰਿਫਿਊਜ਼ਲ ਕੀਤੀ ਜਾਂਦੀ ਹੈਗੀ ਹੈ। ਬਰੀਫ ਡਿਸਕ੍ਰਿਪਸ਼ਨ ਵੇਰਵਾ ਆਫ ਦਾ ਰਿਜੈਕਟਡ ਡਾਕੂਮੈਂਟ ਇਜ਼ ਸਫੀਸ਼ੀਐਂਟ, ਜ਼ਿਆਦਾ ਲੰਮਾ ਚੌੜਾ ਆਰਡਰ ਵੀ ਨਹੀਂ ਹੋਣਾ ਚਾਹੀਦਾ, ਸ਼ਾਰਟ ਦੇ ਵਿੱਚ ਹੀ ਹੋਣਾ ਚਾਹੀਦਾ ਹੈਗਾ। ਰੀਜ਼ਨ ਜਦੋਂ ਸਪਸ਼ਟ ਹੁੰਦਾ ਹੋਵੇ ਵੀ ਇਹ ਵਾਪਸ ਰਜਿਸਟਰੀ ਨਾ ਕਰਨ ਦਾ ਕੀ ਕਾਰਨ ਹੈਗਾ। ਫਿਰ ਇਸ ਤੁਹਾਡੇ ਜਿਹੜੇ ਆਰਡਰ ਦੇ ਖਿਲਾਫ ਜਿਹੜੀ ਹੈਗੀ ਹੈ ਅੰਡਰ ਸੈਕਸ਼ਨ 72 ਆਫ ਦਾ ਰਜਿਸਟ੍ਰੇਸ਼ਨ ਐਕਟ ਦੀ ਪਾਰਟੀ ਕੋਲੇ ਪਾਵਰ ਹੈਗੀ ਹੈ, ਪਾਰਟੀ ਰਜਿਸਟਰਾਰ ਕੋਲ ਜਾ ਕੇ ਜਿਹੜੀ ਹੈਗੀ ਹੈ ਉਹ ਅਪੀਲ ਪਾ ਸਕਦੀ ਹੈ। ਸੈਕਸ਼ਨ 72 ਤੋਂ ਲੈ ਕੇ ਸੈਕਸ਼ਨ 75 ਜਿਹੜੇ ਹੈਗੇ ਨੇ ਉਹ ਇਸ ਸੰਬੰਧੀ ਅਪੀਲ ਦੇ ਰਿਗਾਰਡਿੰਗ ਹੈਗੇ ਨੇ, ਆਰਡਰ ਕਰ ਸਕਦਾ ਫਿਰ ਰਜਿਸਟਰਾਰ ਇਸ ਨੂੰ। ਜੇਕਰ ਸੈਕਸ਼ਨ 75 ਦੇ ਵਿੱਚ ਰਜਿਸਟਰਾਰ ਵੱਲੋਂ ਆਰਡਰ ਕੀਤਾ ਜਾਂਦਾ ਹੈ, ਠੀਕ ਹੈ, ਰਿਫਿਊਜ਼ਲ ਨੂੰ ਕਨਫਰਮ ਕਰ ਦਿੱਤਾ ਜਾਂਦਾ ਹੈ, ਤਾਂ ਪਾਰਟੀ ਕੋਲ ਇੱਕ ਫਿਰ ਮਤਲਬ ਕਿ ਆਪਸ਼ਨ ਆ ਜਾਂਦੀ ਹੈ, ਉਹ ਸੈਕਸ਼ਨ 77 ਦੇ ਤਹਿਤ ਜਿਹੜੀ ਸਿਵਲ ਕੋਰਟ ਜਾ ਕੇ ਅਪੀਲ ਫਾਈਲ ਕਰ ਸਕਦੀ ਹੈ। ਬੁੱਕ ਨੰਬਰ 3 ਬਾਰੇ ਦੱਸਿਆ ਇਹ ਪੈਰਾ ਨੰਬਰ 72 ਚ ਬੁੱਕ ਨੰਬਰ 3 ਬਾਰੇ ਦੱਸਿਆ ਗਿਆ ਵੀ ਇੱਥੇ ਕੀ ਫਾਈਲ ਕਰਦੇ ਆ। ਇੱਥੇ ਅਸੀਂ ਬਿਲਸ ਫਾਈਲ ਕਰਦੇ ਆ, ਜਿਹੜੀਆਂ ਬਿੱਲ ਹੁੰਦੀਆਂ ਨੇ ਰਜਿਸਟਰੀਆਂ ਵਸੀਕੇ ਹੁੰਦੇ ਨੇ, ਬਿਲਸ ਹੁੰਦੀਆਂ, ਅਡਾਪਸ਼ਨ ਡੀਡਸ ਹੁੰਦੀਆਂ ਨੇ, ਠੀਕ ਹੈ, ਉਹ ਚ ਦਰਜ ਕੀਤੇ ਜਾਂਦੇ ਨੇ ਬੁੱਕ ਨੰਬਰ 3 ਦੇ ਵਿੱਚ। ਡਿਸਕ੍ਰਿਪਸ਼ਨ ਆਫ ਬਿੱਲ ਅਥਾਰਟੀ ਟੂ ਅਡਾਪਟ, ਬੁੱਕ 4 ਚ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਬੁੱਕ 4 ਚ ਪਹਿਲਾਂ ਗੱਲ ਕਰ ਵੀ ਮਿਸਲੇਨੀਅਸ ਡਾਕੂਮੈਂਟ ਹੁੰਦੇ ਨੇ ਜਿਹੜੇ ਮੂਵੇਬਲ ਪ੍ਰਾਪਰਟੀ ਦੇ ਸੰਬੰਧ ਚ ਹੁੰਦੇ ਨੇ। ਅੱਗੇ 76 ਹੈ, ਸੈਪਰੇਟ ਫਾਈਲ ਬੁੱਕ ਫਾਰ ਦਾ ਡਾਕੂਮੈਂਟ ਇਨ ਲੈਂਗੁਏਜ ਨਾਟ ਇਨ ਦਾ ਯੂਜ਼ ਇਨ ਦਾ ਪੰਜਾਬ। ਜੇ ਕੋਈ ਡਾਕੂਮੈਂਟ ਇਦਾਂ ਦਾ ਆ ਜਾਂਦਾ ਹੈ ਉਹ ਜਿਹੜੀ ਹੈਗੀ ਹੈ ਪੰਜਾਬ ਦੀ ਜਿਹੜੀ ਲੈਂਗੁਏਜ ਤੋਂ ਬਾਹਰ ਵੱਖਰੀ ਲੈਂਗੁਏਜ ਆ, ਕੋਈ ਇੰਗਲਿਸ਼ ਹੈ, ਕੋਈ ਹੋਰ ਵੱਖਰੀ ਕੋਈ ਲੈਂਗੁਏਜ ਆ ਜਾਂਦੀ ਹੈਗੀ ਹੈ, ਤਾਂ ਉਹਦੇ ਲਈ ਕਾਮਨਲੀ ਕਹਿੰਦੇ ਹੈਗਾ ਵੀ ਰਜਿਸਟਰਡ book number 3, 1, 3 ਤੇ 4 should be written in the language not in the common use Punjab and registered। ਇਹ separate file book ਕਹਿੰਦੇ ਉਹ ਜੇ ਕੋਈ ਵੱਖਰੀ ਲੈਂਗੁਏਜ ਦੀ ਕੋਈ ਡਾਕੂਮੈਂਟ ਆ ਜਾਂਦਾ ਹੈ, ਠੀਕ ਹੈ, ਉਹਦੀ ਜਿਹੜੀ ਕਾਪੀ ਹੈਗੀ ਇੱਕ ਸਪਲੀਮੈਂਟਰੀ ਬੁੱਕ ਹੋਰ ਲੱਗ ਜਾਂਦੀ ਹੈ। A separate file book should be opened in every registration office in the same form as supplementary book। ਜਿਵੇਂ ਸਪਲੀਮੈਂਟਰੀ ਬੁੱਕ ਲਗਾਈ ਜਾਂਦੀ ਹੈ, ਇਸੇ ਤਰੀਕੇ ਦੀ ਇੱਕ ਬੁੱਕ ਹੋਰ ਲਗਾਈ ਜਾਂਦੀ ਹੈਗੀ ਹੈ ਜਿਹਨੂੰ ਸੈਪਰੇਟ ਫਾਈਲ ਬੁੱਕ ਕਿਹਾ ਜਾਂਦਾ ਹੈ। ਉਹ ਜੇ ਕੋਈ ਵੱਖਰੀ ਲੈਂਗੁਏਜ ਦੇ ਵਿੱਚ ਕੋਈ ਡਾਕੂਮੈਂਟ ਆਉਂਦਾ ਹੈ ਉਹਦੇ ਵਿੱਚ ਵੀ ਉਹਦੀ ਐਂਟਰੀ ਪੈ ਜਾਂਦੀ ਹੈ। ਬੁੱਕ ਨੰਬਰ 5 ਬਾਰੇ ਦੱਸਿਆ ਗਿਆ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਬੁੱਕ ਨੰਬਰ 5 ਰਜਿਸਟਰਡ ਡਿਪੋਜ਼ਿਟ ਬਿਲਸ, ਜਦੋਂ ਕੋਈ ਵਿਅਕਤੀ ਆਪਦੀ ਜਿਹੜੀ ਬਿੱਲ ਹੈ ਵਸੀਅਤ ਹੈ, ਠੀਕ ਹੈ, ਉਹ ਕਰਕੇ ਰਜਿਸਟਰਾਰ ਦੇ ਆਫਿਸ 'ਚ ਡਿਪੋਜ਼ਿਟ ਕਰਨੀ ਚਾਹੁੰਦਾ ਹੋਵੇ ਤਾਂ ਉਹਦੇ ਲਈ ਜਿਹੜਾ ਹੈਗਾ ਬੁੱਕ ਨੰਬਰ 5 ਰਜਿਸਟਰਾਰ ਦੇ ਆਫਿਸ 'ਚ ਲੱਗੀ ਜਾਂਦੀ ਹੈ। ਇਹ ਜਿਹੜਾ ਹੈਗਾ ਸਬ ਰਜਿਸਟਰਾਰ ਦੇ ਆਫਿਸ 'ਚ ਨਹੀਂ ਹੁੰਦੀ ਹੈਗੀ। ਇਹਦੇ ਕੁਝ ਨੰਬਰ ਹੁੰਦੇ ਆ। ਬਿਲਸ ਹੂ ਅਲੋਨ ਕੈਨ ਰਿਸੀਵ ਦਾ ਬਿਲਸ ਇਨ ਸੀਲਡ ਕਵਰ। ਇਹ ਸੀਲਡ ਕਵਰ ਦੇ ਵਿੱਚ ਬੰਦਾ ਵਿਅਕਤੀ ਆ ਕੇ ਆਪਦੀ ਬਿੱਲ ਦਿੰਦਾ ਹੈਗਾ, ਜਮ੍ਹਾਂ ਕਰਾਉਂਦਾ ਹੈ ਰਜਿਸਟਰਾਰ ਦੇ ਆਫਿਸ 'ਚ, ਉਹਨੂੰ ਸੀਰੀਅਲ ਨੰਬਰ ਲਗਾਇਆ ਜਾਂਦਾ ਹੈ, ਠੀਕ ਹੈ, ਉਹਦੇ ਬੁੱਕ ਦੇ ਉੱਪਰ ਸੀਲਡ ਲਗਾਈ ਜਾਂਦੀ ਹੈ, ਇੰਸਟਰਕਸ਼ਨ ਮੋਹਰਾਂ ਲਗਾਈਆਂ ਜਾਂਦੀਆਂ ਨੇ, ਟਾਈਮ ਐਂਡ ਪ੍ਰੈਜੈਂਟੇਸ਼ਨ ਕਦੋਂ ਦਿੱਤੀ ਹੈ ਬੰਦੇ ਨੇ, ਕਦੋਂ ਪੇਸ਼ ਕੀਤੀ ਹੈ, ਕਿਹੜੀ ਤਰੀਕ ਹੈ, ਠੀਕ ਹੈ, ਨੇਮ ਆਫ ਦਾ ਡਿਪੋਜ਼ਿਟਰ, ਕਿਹੜਾ ਵਿਅਕਤੀ ਦੇਣ ਵਾਸਤੇ ਆਇਆ ਹੈਗਾ, ਨੇਮ ਆਫ ਦਾ ਪਰਸਨ ਦੇ ਨਾਲ ਕੋਈ ਹੋਰ ਵਿਅਕਤੀ ਉਹਨੂੰ ਆਇਡੈਂਟੀਫਾਈ ਕਰਨ ਵਾਸਤੇ ਆਇਆ ਸੀ, ਟਾਈਮ ਆਫ ਦਾ ਡਿਲੀਵਰੀ ਆਫ ਦਾ ਸੀਲਡ ਕਵਰ। ਜੇਕਰ ਵਾਪਸ ਕਿਸੇ ਵੇਲੇ ਲੈ ਕੇ ਆਉਂਦਾ ਹੈ ਬੰਦਾ ਲੈਣ ਵਾਲਾ, ਤਾਂ ਟਾਈਮ ਆਫ ਡਿਲੀਵਰੀ ਆਫ ਦਾ ਸੀਲਡ ਕਵਰ ਤਾਂ ਵਾਪਸ ਵੀ ਉਹਨੂੰ ਦਿੱਤਾ ਜਾ ਸਕਦਾ ਹੈਗਾ, ਤਾਂ ਉਦੋਂ ਵੀ ਜਿਹੜਾ ਨਾਮ ਵਗੈਰਾ ਹੈਗਾ, ਡੇਟ ਵਗੈਰਾ, ਟਾਈਮ ਵਗੈਰਾ ਦਰਜ ਕੀਤਾ ਜਾਂਦਾ ਹੈ ਇਸ ਬੁੱਕ ਦੇ ਵਿੱਚ। ਅੱਗੇ ਹੈਗਾ 78 ਪੈਰਾ, ਕੀ ਕਹਿੰਦਾ, ਬੁੱਕ ਨੰਬਰ 6 ਇਨ ਐਡੀਸ਼ਨ ਟੂ ਦਾ ਬੁੱਕ ਸਪੈਸੀਫਾਈਡ ਅਬਵ ਦੇयर ਸ਼ੈਲ ਬੀ
kept in every registry office memorandum book to be called book number 6 for the purpose of recording brief abstracts of the power of attorney authenticated ਜਦੋਂ ਸਾਡੇ ਕੋਲੇ ਕੋਈ ਮਤਲਬ ਕਿ ਕੋਈ ਅਟਾਰਨੀਆਂ ਦੇ ਸੰਬੰਧ ਵਿੱਚ ਸਾਡੇ ਕੋਲੇ ਕੋਈ ਹੋਰ ਰਜਿਸਟਰਾਰ ਆਫਿਸ ਚੋਂ ਸਬ ਰਜਿਸਟਰਾਰ ਆਫਿਸ ਚੋਂ ਕੋਈ ਵੈਰੀਫਿਕੇਸ਼ਨ ਦੇ ਲਈ ਆਉਂਦੀ ਹੈਗੀ ਹੈ ਡਾਕੂਮੈਂਟ ਕੋਈ ਆਉਂਦਾ ਵੀ ਇਹ ਤੁਹਾਡੇ ਕੋਲੇ ਐਂਟਰ ਹੋਇਆ ਨੇ ਜਾਂ ਤੁਹਾਡੇ ਕੋਲ ਰਜਿਸਟਰ ਹੋਇਆ ਜਾਂ ਨਹੀਂ ਹੋਇਆ ਹੈਗਾ ਠੀਕ ਹੈ ਉਹਦੇ ਲਈ ਫਿਰ ਅਸੀਂ ਬਰੀਫ ਜਿਹੜੇ ਨੋਟਸ ਹੈਗੇ ਆ ਬੁੱਕ ਨੰਬਰ 6 ਦੇ ਵਿੱਚ ਅਸੀਂ ਐਂਟਰੀਆਂ ਪਾਉਂਦੇ ਰਹਿੰਦੇ ਹਾਂ ਕਿ ਹਾਂ ਫਲਾਣੀ ਕੋਰਟ ਤੋਂ ਫਲਾਣੇ ਸਬ ਰਜਿਸਟਰ ਤੋਂ ਇਹ ਆਇਆ ਸੀਗਾ ਚੈੱਕ ਕੀਤਾ ਗਿਆ ਤੇ ਵਾਪਸ ਭੇਜਿਆ ਗਿਆ ਅੱਗੇ ਆ ਜਾਂਦੇ 84 ਚ ਇੰਡੈਕਸਾਂ ਦੀ ਗੱਲ ਆ ਜਾਂਦੀ ਹੈ ਇੰਡੈਕਸ ਕੀ ਹੁੰਦੇ ਆ ਇੰਡੈਕਸ ਨੰਬਰ 1 ਇੱਕ ਆਦਾ ਹੁੰਦਾ ਹੈ ਇੰਡੈਕਸ ਨੰਬਰ 1 ਜਿਵੇਂ ਸੈਕਸ਼ਨ 555 ਦੱਸਿਆ ਗਿਆ ਬੁੱਕ ਨੰਬਰ 1 ਦੇ ਅੱਗੇ ਇੱਕ ਇੰਡੈਕਸ ਲੱਗਦਾ ਹੈ ਠੀਕ ਹੈ ਉਹ ਇੰਡੈਕਸ ਕੀ ਹੈ ਕਿਉਂ ਲਗਾਇਆ ਜਾਂਦਾ ਇੰਡੈਕਸ ਇੰਡੈਕਸ ਇਸ ਕਰਕੇ ਲਗਾਇਆ ਜਾਂਦਾ ਤਾਂ ਕਿ ਬੁੱਕ ਨੰਬਰ 1 ਮੰਨ ਲਓ ਉਹ ਬੁੱਕ ਨੰਬਰ 1 ਚ 100 ਰਜਿਸਟਰੀ ਪਈ ਹੈ ਠੀਕ ਹੈ ਤੁਸੀਂ ਕੋਈ ਰਜਿਸਟਰੀ ਉਹਦੇ 'ਚ ਲੱਭਣੀ ਹੈਗੀ ਹੈ ਤਾਂ ਬੁੱਕ ਨੰਬਰ 100 ਸਾਰੀ ਰਜਿਸਟਰੀ ਸਾਰਾ ਜਿਹੜਾ ਹੈਗਾ ਬੁੱਕ ਫੋਲਣ ਦੀ ਬਜਾਏ ਤੁਸੀਂ ਇੰਡੈਕਸ ਦੇਖ ਸਕਦੇ ਹੋ ਇੰਡੈਕਸ ਦੇ ਉੱਪਰ ਜਿਹੜਾ ਨਾਮ ਹੁੰਦਾ ਹੈ ਦਰਜ ਕੀਤਾ ਜਾਂਦਾ ਫਾਦਰ ਨੇਮ ਦਰਜ ਕੀਤਾ ਜਾਂਦਾ ਰੈਜ਼ੀਡੈਂਸ ਦਰਜ ਕੀਤਾ ਜਾਂਦਾ ਠੀਕ ਹੈ ਨੰਬਰ ਪਰਚੇਜ਼ਰ ਦਾ ਨਾਮ ਦਰਜ ਕੀਤਾ ਜਾਂਦਾ ਹੈ ਸੈਲਰ ਦਾ ਨਾਮ ਪਰਚੇਜ਼ਰ ਦਾ ਨਾਮ ਨੰਬਰ ਆਫ ਦਾ ਵੋਲਿਊਮ ਇਨ ਵਿਚ ਡਾਕੂਮੈਂਟ ਇਜ਼ ਰਜਿਸਟਰਡ ਤਾਂ ਵਸੀਕਾ ਨੰਬਰ ਦਰਜ ਕੀਤਾ ਜਾਂਦਾ ਵੀ ਕਿੰਨੇ ਨੰਬਰ ਵਸੀਕਾ ਤੁਸੀਂ ਦੇਖਣਾ ਹੈਗਾ ਜੇ ਕੋਈ ਤੁਹਾਨੂੰ ਲੱਭ ਗਿਆ ਕੋਈ ਤੁਸੀਂ ਇੰਡੈਕਸ ਦੇ ਵਿੱਚ ਕੋਈ ਤੁਹਾਨੂੰ ਨਾਮ ਮਿਲ ਗਿਆ ਹੁਣ ਤੁਸੀਂ ਦੇਖਣਾ ਵੀ ਕਿੰਨੇ ਨੰਬਰ ਵਸੀਕੇ ਦਾ ਹੈਗਾ ਉਹ ਤੁਸੀਂ ਇੱਥੋਂ ਸਿੱਧਾ ਦੇਖ ਕੇ ਬਈ ਦੇ ਵਿੱਚੋਂ ਜਾ ਕੇ ਤੁਸੀਂ ਪੇਜ ਨੰਬਰ ਖੋਲ ਕੇ ਤੁਸੀਂ ਵਸੀਕੇ ਦੀ ਕਾਪੀ ਲੈ ਸਕਦੇ ਹੋ ਐਜ਼ ਪਰ ਰੂਲਸ ਇੰਡੈਕਸ ਨੰਬਰ 2 ਕਾਹਦਾ ਹੈ ਇੰਡੈਕਸ ਨੰਬਰ 2 under section 55 particulars mentioned section 21 ਜਿਹੜੀ ਬੁੱਕ ਨੰਬਰ 1 ਦੇ ਨਾਲ ਤੁਸੀਂ ਇੱਕ ਤੁਹਾਡੀ ਬੁੱਕ ਲੱਗੀ ਹੁੰਦੀ ਹੈ ਸਪਲੀਮੈਂਟਰੀ ਬੁੱਕ ਜਿਹਦੇ ਵਿੱਚ ਤੁਸੀਂ ਨਕਸ਼ੇ ਵਗੈਰਾ ਐਂਟਰ ਕਰਦੇ ਹੋ ਠੀਕ ਹੈ ਜਾਂ ਕੋਈ ਕੋਰਟਾਂ ਵੱਲੋਂ ਤੁਹਾਡੇ ਕੋਲ ਸਰਟੀਫਿਕੇਟ ਆ ਜਾਂਦੇ ਨੇ ਉਹ ਬੁੱਕ ਨੰਬਰ ਜਿਹੜੀ ਸਪਲੀਮੈਂਟਰੀ ਬੁੱਕ 1 ਹੁੰਦੀ ਹੈ ਸਪਲੀਮੈਂਟਰੀ ਬੁੱਕ 1 ਦਾ ਜਿਹੜਾ ਇੰਡੈਕਸ ਹੈਗਾ ਨੰਬਰ 2 ਹੈ ਸਪਲੀਮੈਂਟਰੀ ਬੁੱਕ ਨੰਬਰ 2 ਦੇ ਮੂਹਰੇ ਲੱਗਦਾ ਹੈਗਾ ਇਹ ਸਪਲੀਮੈਂਟਰੀ ਬੁੱਕ 1 ਦੇ ਅੱਗੇ ਲੱਗਦਾ ਹੈਗਾ ਜਿਹੜਾ ਇਹ ਇੰਡੈਕਸ ਨੰਬਰ 2 ਹੈ ਉਹਦੇ ਵੀ ਆਹੀ ਸਾਰੇ ਕਾਲਮ ਹੁੰਦੇ ਹੈਗੇ ਆ ਸੇਮ ਇੰਡੈਕਸ ਨੰਬਰ 3 ਕਾਹਦਾ ਹੁੰਦਾ ਹੈ ਇਹ ਵਿਲਸ ਦਾ ਹੁੰਦਾ ਹੈ ਵਿਲ ਅਡਾਪਸ਼ਨ ਡੀਡ ਜਿਹਦੇ ਅਸੀਂ ਐਂਟਰ ਕਰਦੇ ਹਾਂ ਬੁੱਕ ਨੰਬਰ 3 ਦੇ ਵਿੱਚ ਉਹਦੇ ਮੂਹਰੇ ਵੀ ਜਿਹੜਾ ਇੰਡੈਕਸ ਨੰਬਰ 3 ਹੀ ਲੱਗਦਾ ਹੈ ਫਿਰ ਇੰਡੈਕਸ ਨੰਬਰ 4 ਹੁੰਦਾ ਹੈ ਇਹ ਜਿਹੜੀ ਵਹੀ ਤੁਹਾਡੀ 4 ਨੰਬਰ ਵਹੀ ਹੁੰਦੀ ਹੈ ਉਹਦੇ ਮੂਹਰੇ ਲੱਗ ਜਾਂਦਾ ਹੈ ਠੀਕ ਹੈ ਜੀ ਸਾਰਾ ਵੇਰਵਾ ਉਹਦੀ ਦਰਜ ਕੀਤਾ ਜਾਂਦਾ ਹੈ 88 ਹੈ ਪ੍ਰੈਪਰੇਸ਼ਨ ਆਫ ਦਾ ਇੰਡੈਕਸਸ ਸੇਮ ਡੇ ਇਹ ਕਹਿੰਦੇ ਵੀ ਜਦੋਂ ਜਿਵੇਂ ਰਜਿਸਟ੍ਰੇਸ਼ਨ ਵਰਕ ਹੁੰਦਾ ਰਹਿੰਦਾ ਹੈ ਸੇਮ ਸਮੇਂ ਤੇ ਉਹਦੇ ਮੁਤਾਬਕ ਹੀ ਜਿਹੜਾ ਹੈਗਾ ਇੰਡੈਕਸ ਜਿਹੜਾ ਹੈਗਾ ਨਾਲ ਦੀ ਨਾਲ ਜਦੋਂ ਤੁਸੀਂ ਬੁੱਕ ਪੇਸਟ ਕਰਦੇ ਹੋ ਬਈ ਦੇ ਵਿੱਚ ਤੇ ਨਾਲ ਜਿਹੜਾ ਇੰਡੈਕਸ ਹੈ ਉਹਦੇ ਵਿੱਚ ਵੀ ਐਂਟਰੀ ਪਾਉਂਦੇ ਰਹਿਣਾ ਚਾਹੀਦਾ ਹੈਗਾ ਅੱਗੇ ਇੰਡੈਕਸ ਨਾਲ ਮੁਕੰਮਲ ਹੁੰਦਾ ਰਹੇ ਇੰਡੈਕਸ ਸ਼ੀਟਸ ਟੂ ਬੀ ਬਾਉਂਡ ਅਪ ਐਨੂਅਲੀ ਤੁਹਾਡਾ ਜਿਹੜਾ ਇੰਡੈਕਸ ਹੈਗਾ ਇਹ ਸ਼ੀਟਾਂ ਵੀ ਜਿਹੜੀਆਂ ਇੱਕ ਸਾਲ ਦੀਆਂ ਜਿਹੜੀਆਂ ਇੰਡੈਕਸ ਤੁਹਾਡੇ ਵੱਖਰੇ ਜਿਵੇਂ ਬਣਨੇ ਚਾਹੀਦੇ ਹੈਗੇ ਤਾਂ ਕਿ ਜੇ ਕਿਸੇ ਵਿਅਕਤੀ ਨੇ ਕਿਸੇ ਸਾਲ ਦਾ ਇੰਡੈਕਸ ਦੇਖਣਾ ਹੋਵੇ ਤਾਂ ਉਹ ਪਾਰਟਿਕੂਲਰ ਸਾਲ ਦਾ ਜਿਹੜਾ ਹੈਗਾ ਇੰਡੈਕਸ ਹੈ ਦੇਖ ਸਕਦਾ ਹੈਗਾ ਹੋਰ ਇਸ ਤੋਂ ਇਲਾਵਾ ਸਬਸਿਡਰੀ ਬੁੱਕਸ ਕਿਹੜੀਆਂ ਹੁੰਦੀਆਂ ਨੇ ਤਹਿਸੀਲ ਦੇ ਵਿੱਚ ਰਜਿਸਟਰਾਰ ਦੇ ਆਫਿਸ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਸੈਕਸ਼ਨ ਪੈਰਾ ਨੰਬਰ 92 ਹੈਗਾ ਨੋਰਮਸ ਆਫ ਸਬਸਿਡਰੀ ਬੁੱਕਸ ਅਸੀਂ ਦੇਖਦੇ ਹਾਂ ਫੀ ਬੁੱਕਾਂ ਹੁੰਦੀਆਂ ਸੀਗੀਆਂ ਰਸੀਦ ਕੱਟਦੇ ਹਾਂ ਅਸੀਂ ਠੀਕ ਹੈ ਰਸੀਦ ਬੁੱਕ A ਰਸੀਦ ਬੁੱਕ B ਆਰਡਰ ਫਾਈਲ ਇੱਦਾਂ ਹੀ ਸਾਡੇ ਕੋਲ ਇਨਸਟਰਕਸ਼ਨਸ ਆਉਂਦੀਆਂ ਨੇ ਸਮੇਂ ਤੇ ਰਜਿਸਟਰਾਰ ਵੱਲੋਂ ਇੰਸਪੈਕਟਰ ਜਨਰਲ ਵੱਲੋਂ FCR ਵੱਲੋਂ ਉਹ ਜਿਹੜੀਆਂ ਵੀ ਹੁੰਦੀਆਂ ਨੇ ਉਹ ਅਸੀਂ ਆਰਡਰ ਫਾਈਲ 'ਚ ਲਗਾਉਂਦੇ ਹਾਂ ਫੀਸ ਬੁੱਕ ਸਾਡੇ ਕੋਲ ਹੁੰਦੀ ਹੈ ਅਸੀਂ ਫੀਸ ਦੀ ਰਸੀਦ ਕੱਟਦੇ ਹੈਗੇ ਰਸੀਦ ਬੁੱਕ ਹੁੰਦੀ ਹੈ ਫੀਸ ਬੁੱਕ ਹੁੰਦੀ ਹੈ ਰਸੀਦ ਬੁੱਕ ਤਾਂ ਉਹ ਹੁੰਦੀ ਹੈ ਜਦੋਂ ਅਸੀਂ ਡਾਕੂਮੈਂਟ ਕੋਈ ਵਸੂਲ ਕਰਦੇ ਹਾਂ ਤਾਂ ਅਸੀਂ ਉਹਨੂੰ ਰਸੀਦ ਦਿੰਦੇ ਹੈਗੇ ਫੀਸ ਬੁੱਕ ਜੋ ਵੀ ਫੀਸ ਵਸੂਲ ਕੀਤੀ ਜਾਂਦੀ ਹੈ ਉਹਨੂੰ ਨਾਲ ਦੀ ਨਾਲ ਉਹਦੀ ਜਿਹੜੀ ਫੀਸ ਹੈਗੀ ਹੈ ਹੁਣ ਤਾਂ ਜਿਹੜੀਆਂ ਫੀਸਾਂ ਨੇ ਆਲਰੇਡੀ ਚੇਂਜ ਹੋ ਗਿਆ ਸਿਸਟਮ ਆਲਰੇਡੀ ਆਨਲਾਈਨ ਹੀ ਭਰੀਆਂ ਜਾ ਰਹੀਆਂ ਨੇ ਠੀਕ ਹੈ ਜੀ ਉਹਨੂੰ ਰਸੀਦਾਂ ਦੀ ਜਿਹੜੀ ਵੈਲਿਊ ਹੈ ਇਨਫਰਸਟ੍ਰਕਚਰ ਹੋ ਚੁੱਕੀ ਹੈ ਆਪਣੇ ਆਪ ਹੀ ਆਰਡਰ ਫਾਈਲ ਹੁੰਦੀ ਹੈ ਹਦਾਇਤਾਂ ਦੀ ਫਾਈਲ ਜਿਹਨੂੰ ਅਸੀਂ ਕਹਿੰਦੇ ਹਾਂ ਐਕਟਿਵ ਫਾਈਲ ਦੇ ਵਿੱਚ ਇਹ ਕੋਈ ਗੱਲ ਨਹੀਂ ਹੈਗੀ ਜੋ ਵੀ ਸਾਡੇ ਕੋਲ ਸਮੇਂ ਤੇ ਕੋਈ ਆਰਡਰ ਆਉਂਦੇ ਆ ਅਸੀਂ ਉਹ ਫਾਈਲ 'ਤੇ ਲਗਾ ਲੈਂਦੇ ਹਾਂ ਹਦਾਇਤਾਂ ਜਿਵੇਂ ਸਰਕਾਰ ਦੀਆਂ ਆਉਂਦੀਆਂ ਨੇ ਉਹ ਫਾਈਲ ਲਗਾਈ ਹੁੰਦੀ ਹੈ ਉਹਦੇ ਵਿੱਚ ਹਦਾਇਤਾਂ ਐਂਟਰ ਕਰਦੇ ਰਹਿੰਦੇ ਹਾਂ ਹਦਾਇਤਾਂ ਦੀ ਫਾਈਲ ਜਿਵੇਂ ਹਰ ਆਫਿਸ ਦੇ ਵਿੱਚ ਲੱਗੀ ਹੋਈ ਹੁੰਦੀ ਹੈ 99 ਕੈਂਸਲੇਸ਼ਨ ਆਫ ਰਜਿਸਟਰਡ ਡਾਕੂਮੈਂਟਸ ਬਾਈ ਦਾ ਆਰਡਰ ਆਫ ਦਾ CP ਕੋਰਟ ਕੋਈ ਵੀ ਡਾਕੂਮੈਂਟ ਨੂੰ ਜੇ ਕਿਸੇ ਸਿਵਲ ਕੋਰਟ ਦਾ ਕੋਈ ਆਰਡਰ ਸਾਡੇ ਕੋਲ ਆ ਜਾਂਦਾ ਹੈ ਜਿਹਦੇ ਸੰਬੰਧ ਵਿੱਚ ਕੋਰਟ ਵੱਲੋਂ ਕੋਈ ਵੀ ਡਾਕੂਮੈਂਟ ਜਿਹੜਾ ਰੱਦ ਕੀਤਾ ਗਿਆ ਹੈ ਕੋਈ ਰਜਿਸਟਰੀ ਰੱਦ ਕੀਤੀ ਗਈ ਹੈ ਠੀਕ ਹੈ ਜਾਂ ਕਿਸੇ
ਕੋਈ ਬਿੱਲ ਨੂੰ ਰੱਦ ਕੀਤਾ ਗਿਆ, ਕਿਸੇ ਵੀ ਡਾਕੂਮੈਂਟ ਨੂੰ ਜਦੋਂ ਕੋਈ ਰੱਦ ਕੀਤਾ ਜਾਂਦਾ ਤਾਂ ਸਾਡੇ ਕੋਲੇ ਜਿਹੜਾ ਹੈਗਾ ਜਦੋਂ ਕੋਰਟ ਵੱਲੋਂ ਕੋਈ ਆਰਡਰ ਆਉਂਦਾ ਹੈ ਤਾਂ ਇਹ ਸੈਕਸ਼ਨ ਪਹਿਲਾਂ 99 ਦੇ ਤਹਿਤ ਅਸੀਂ ਜਿਹੜਾ ਉਹ ਸਾਡੇ ਕੋਲੇ ਆਫਿਸ ਕਾਪੀ ਹੁੰਦੀ ਹੈ, ਉਸ ਆਫਿਸ ਕਾਪੀ ਦੇ ਉੱਪਰ ਅਸੀਂ ਉਸ ਆਰਡਰ ਦਾ ਜਿਹੜਾ ਹੈਗਾ ਨੋਟ ਦਿੰਦੇ ਹਾਂ। ਇਹ 102 'ਚ ਲਿਖਿਆ ਹੋਇਆ ਜੇ ਕੋਈ ਕਾਪੀ ਕੋਈ ਡਾਕੂਮੈਂਟ ਹੈ ਕਿਸੇ ਗਲਤ ਬੁੱਕ ਦੇ ਚ ਲੱਗ ਜਾਏ ਤਾਂ ਉਹਨੂੰ ਕੱਢ ਕੇ ਸਹੀ ਜਗ੍ਹਾ ਤੇ ਲਗਾ ਦਿੱਤਾ ਜਾਂਦਾ ਹੈਗਾ। ਨੈਲ 103 authentication of the entries in the register books। ਇਹ ਵੀ ਕੋਈ ਇੰਪੋਰਟੈਂਸ ਨਹੀਂ ਹੈ। ਐਰਰ ਇਨ ਕੰਸੀਕਿਊਟਿਵ ਨੰਬਰ, ਜੇ ਕਿਤੇ ਨੰਬਰ ਦੀ ਗਲਤੀ ਹੋ ਜਾਵੇ ਕਹਿੰਦਾ ਰੈਗੂਲਰ ਨੰਬਰ ਚੱਲਦਾ ਰਹੇਗਾ ਤੁਹਾਡਾ, ਪਰ ਉੱਥੇ ਤੁਸੀਂ ਨੋਟ ਦੇ ਸਕਦੇ ਹੋ। ਐਂਟਰੀ ਇਨ ਰਜਿਸਟਰ ਟੂ ਬੀ ਮੇਡ ਵਿਦ ਪਰਮਾਨੈਂਟ ਬਲੈਕ ਇੰਕ, ਜਿਵੇਂ ਤੁਸੀਂ ਐਂਟਰੀਆਂ ਕਰਦੇ ਹੋ ਆਪਦੇ ਰਜਿਸਟਰਾਂ ਦੇ ਵਿੱਚ ਉੱਥੇ ਪੈਨਸਲ ਨਾਲ ਨਹੀਂ ਕਰਨੀਆਂ, ਪਰਮਾਨੈਂਟ ਇੰਕ ਯੂਜ਼ ਕਰਨੀ ਚਾਹੀਦੀ ਹੈ ਤਾਂ ਕਿ ਪਰਮਾਨੈਂਟ ਰਿਕਾਰਡ ਹੁੰਦਾ ਹੈਗਾ। 106 ਹੈਗਾ ਐਪਲੀਕੇਸ਼ਨ ਫਾਰ ਦਾ ਬਲੈਂਕ ਬੁੱਕ। ਜਦੋਂ ਸਾਨੂੰ ਇਹ ਬੁੱਕਸ ਚਾਹੀਦੀਆਂ ਹੁੰਦੀਆਂ ਨੇ, ਸਾਡੇ ਕੋਲ ਕੋਈ ਬੁੱਕਸ ਖਾਲੀ ਜਿਹਨਾਂ ਬੁੱਕ 1 ਬੁੱਕ 2 3 4 ਵਗੈਰਾ ਜਿਹੜੀਆਂ ਵੀ ਬੁੱਕਸ ਚਾਹੀਦੀਆਂ ਹੁੰਦੀਆਂ ਨੇ, ਅਸੀਂ ਰਜਿਸਟਰਾਰ ਆਫਿਸ ਨੂੰ ਜਿਹੜੀ ਹੈਗੀ ਹੈ ਲੈਟਰ ਭੇਜਦੇ ਹੈਗੇ ਆ। ਅੱਗੇ ਰਜਿਸਟਰਾਰ ਜਿਹੜਾ ਆਫਿਸ ਹੈਗਾ ਉਹ ਆਈਜੀ ਇੰਸਪੈਕਟਰ ਜਨਰਲ ਨੂੰ ਜਿਹੜਾ ਹੈਗਾ ਉਹ ਮਤਲਬ ਕਿ ਆਪਦਾ ਤੁਹਾਡੀ ਜਿਹੜੀ ਡਿਮਾਂਡ ਹੈਗੀ ਆ ਫਰਦਰ ਭੇਜ ਦਿੰਦੇ ਆ ਤਾਂ ਕਿ ਲੋੜ ਮੁਤਾਬਕ ਰਜਿਸਟਰਾਰ ਆਫਿਸ ਨੂੰ ਜਿਹੜਾ ਬਈਆਂ ਆ ਜਾਂਦੇ ਨੇ, ਅਸੀਂ ਫਿਰ ਰਜਿਸਟਰਾਰ ਆਫਿਸ ਤੋਂ ਅਸੀਂ ਵਸੂਲ ਕਰਦੇ ਹਾਂ। ਨੈਕਸਟ ਹੈ ਚੈਪਟਰ 5 ਆ ਜਾਂਦਾ ਪ੍ਰੋਸੀਜਰ ਪ੍ਰਾਇਰ ਟੂ ਦਾ ਅਸੈਪਟੈਂਸ, ਪਲੇਸ ਆਫ ਪ੍ਰੈਜੈਂਟੇਸ਼ਨ 107 ਬਹੁਤ ਇੰਪੋਰਟੈਂਟ ਹੈ ਜੀ, ਇਹਦੇ ਤੇ ਕੁਐਸਚਨ ਆਪ ਤੌਰ ਤੇ ਆ ਜਾਂਦਾ ਹੈਗਾ। ਪਲੇਸ ਆਫ ਪ੍ਰੈਜੈਂਟੇਸ਼ਨ ਦੇਖੋ ਜਨਰਲ ਰੂਲ ਇਹ ਹੈਗਾ ਵੀ ਜਿਹੜਾ ਪ੍ਰੈਜੈਂਟ ਕੀਤਾ ਜਾਂਦਾ ਹੈ ਡਾਕੂਮੈਂਟ, ਉੱਥੇ ਜਿਹੜਾ ਰਜਿਸਟਰਿੰਗ ਆਫਿਸਰ ਹੈਗਾ ਮੇ ਵੀ ਰਜਿਸਟਰ ਸਬ ਰਜਿਸਟਰ ਮੇ ਵੀ ਜੁਆਇੰਟ ਸਬ ਰਜਿਸਟਰ, ਉਹਦੇ ਆਫਿਸ ਜਾ ਕੇ ਪੇਸ਼ ਕੀਤਾ ਜਾਂਦਾ ਹੈਗਾ ਜੇ ਕੋਈ ਸਪੈਸ਼ਲ ਕਾਜ਼ ਨਾ ਹੋਵੇ। ਠੀਕ ਹੈ। ਨੈਕਸਟ ਹੈਗਾ ਜਿਵੇਂ ਸੈਕਸ਼ਨ 38 ਪੜ੍ਹਿਆ ਸੀ ਤੁਸੀਂ, ਸੈਕਸ਼ਨ 38 ਦੇ ਐਗਜ਼ੈਂਪਸ਼ਨ ਦਿੱਤੀਆਂ ਗਈਆਂ ਨੇ। ਜੇ ਕੋਈ ਵਿਅਕਤੀ ਕਿਹੜੇ ਵਿਅਕਤੀ ਨੇ ਜੇ ਕੋਈ ਪਰਸਨਲ ਅਪੀਅਰ ਨਹੀਂ ਹੋ ਸਕਦਾ ਡਿਊ ਟੂ ਦਾ ਇੰਜਰੀ ਆਫ ਦਾ ਬੋਡੀ ਜਾਂ ਕੋਈ ਹੋਰ ਰੀਜ਼ਨ, ਕੁਛ ਵਿਅਕਤੀਆਂ ਨੂੰ ਜਿਹੜੀਆਂ ਹੈਗੀਆਂ ਨੇ ਐਗਜ਼ੈਂਪਸ਼ਨਸ ਹੈਗੀਆਂ ਨੇ ਜਿਹੜੇ ਆਫਿਸ 'ਚ ਆਪ ਨਹੀਂ ਜਾ ਸਕਦੇ, ਉਹਨਾਂ ਦੀ ਥਾਂ ਤੇ ਜਿਹੜਾ ਡਾਕੂਮੈਂਟ ਹੈ ਕਿ ਹੋਰ ਰੀਜ਼ਨ ਦੇ ਤੌਰ ਤੇ ਜਿਹੜਾ ਹੈਗਾ ਡਾਕੂਮੈਂਟ ਰਜਿਸਟਰ ਕੀਤਾ ਜਾ ਸਕਦਾ ਹੈ, ਉੱਥੇ ਜਾ ਕੇ ਕੀਤਾ ਜਾ ਸਕਦਾ ਹੈ। 108 'ਚ ਦੱਸਿਆ ਗਿਆ ਪੇਮੈਂਟ of visit and issue of the commissions, ਜਿੱਥੇ ਕਿਤੇ ਕਿਸੇ ਕਾਰਨ ਪਰਸਨਲ ਅਪੀਅਰੈਂਸ ਨਹੀਂ ਹੋ ਸਕਦੀ ਕਿਸੇ ਵਿਅਕਤੀ ਦੀ ਸੈਕਸ਼ਨ 38 ਦੇ ਵਿੱਚ, ਅਨੇਬਲ ਹੈਗਾ, ਬੋਡਲੀ ਇਨਫਰਮਿਟੀ ਹੈਗੀ ਹੈ ਜਾਂ ਕੋਈ ਉਹਨੂੰ ਰਿਸਕ ਹੈਗਾ, ਬੋਡੀ ਉਹ ਤੁਰ ਫਿਰ ਨਹੀਂ ਸਕਦਾ, ਆ ਜਾ ਨਹੀਂ ਸਕਦਾ, ਜੇ ਕੋਈ ਲੈ ਕੇ ਆਉਂਦਾ ਤਾਂ ਉਹਦਾ ਨੁਕਸਾਨ ਹੋ ਸਕਦਾ, ਜਾਂ ਕੋਈ ਬੰਦਾ ਜੇਲ੍ਹ ਦੇ ਵਿੱਚ ਹੈਗਾ। ਠੀਕ ਹੈ। ਐਂਡ ਪਰਸਨਸ ਐਗਜ਼ੈਂਪਟਡ ਬਾਈ ਲਾਅ ਫਰੋਮ ਦਾ ਪਰਸਨਲ ਅਪੀਅਰੈਂਸ, ਜਾਂ ਕੁਛ ਆਪਾਂ ਲਿਸਟ ਪਿੱਛੇ ਪੜ੍ਹੀ ਸੀਗੀ MLA MP ਕਮਿਸ਼ਨਰਸ ਮਿਨਿਸਟਰਸ ਹਾਈ ਕੋਰਟ ਦੇ ਜੱਜਸ, ਠੀਕ ਹੈ, ਉਹਨਾਂ ਨੂੰ ਕੁਛ ਐਗਜ਼ੈਂਪਸ਼ਨ ਦਿੱਤੀਆਂ ਗਈਆਂ ਹੈਗੀਆਂ ਨੇ, ਤਾਂ ਉਹਨਾਂ ਕੇਸਾਂ ਦੇ ਵਿੱਚ ਜਿਹੜੀ ਹੈਗੀ ਹੈ ਜਿਹੜੀ ਪੇਮੈਂਟ ਵੀ ਦਿੱਤੀ ਜਾ ਸਕਦੀ ਹੈ। ਪੇਮੈਂਟ ਆਫ ਦਾ ਵਿਜ਼ਿਟ, ਇਸ਼ੂ ਆਫ ਕਮਿਸ਼ਨ, ਜਾਂ ਫਿਰ ਕੰਸਰਨਡ ਜਿਹੜਾ ਆਫਿਸਰ ਹੈਗਾ ਸਬ ਰਜਿਸਟਰਾਰ ਜਾਂ ਜੁਆਇੰਟ ਸਬ ਰਜਿਸਟਰਾਰ, ਉਹ ਕਮਿਸ਼ਨ ਨਿਯੁਕਤ ਵੀ ਕਰ ਸਕਦਾ ਉਹਨਾਂ ਦੇ ਬੇਸ ਸਟੇਟਮੈਂਟ ਲੈਣ ਦੇ ਲਈ ਆਪਣੇ ਸਬਆਰਡੀਨੇਟ ਨੂੰ। ਜੇ ਤਹਿਸੀਲਦਾਰ ਕਰ ਰਿਹਾ ਹੈ ਤਾਂ ਤਹਿਸੀਲਦਾਰ ਨੂੰ ਭੇਜ ਸਕਦਾ ਹੈ, ਜੇਲ੍ਹ ਦੇ ਵਿੱਚ ਵੀ ਜਾਂ ਕਿਸੇ ਹਸਪੀਟਲ ਦੇ ਵਿੱਚ ਜਾਂ ਪ੍ਰਾਈਵੇਟ ਰੈਜ਼ੀਡੈਂਸ ਦੇ ਉੱਪਰ, ਠੀਕ ਹੈ, ਭੇਜਿਆ ਜਾ ਸਕਦਾ ਹੈ। ਫਿਰ ਜਾਂ ਆਪ ਜਾ ਕੇ ਮੌਕੇ ਤੇ ਵੀ ਉਹਦੇ ਪਰਸਨਲ ਰੈਜ਼ੀਡੈਂਸ ਤੇ ਵੀ ਜਾ ਕੇ ਰਜਿਸਟਰੀ ਕੀਤੀ ਜਾ ਸਕਦੀ ਹੈ। ਅਲਾਊਂਸ ਟੂ ਦਾ ਕਮਿਸ਼ਨਸ, ਇਹਦੇ ਸੰਬੰਧ ਵਿੱਚ ਕੁਝ ਐਜ਼ ਪਰ ਲਾਅ ਜਿਹੜਾ ਹੈਗਾ ਕੁਝ ਅਲਾਊਂਸਿਸ ਹੈਗੇ ਜਿਹੜੇ ਦਿੱਤੇ ਜਾਂਦੇ ਆ, ਉਹ ਸਮੇਂ ਦੇ ਮੁਤਾਬਕ ਚੇਂਜ ਹੁੰਦੇ ਰਹਿੰਦੇ ਨੇ। ਠੀਕ ਹੈ ਜੀ। 110 ਆਵਰਸ ਅਲੋਟਡ ਟੂ ਰਜਿਸਟ੍ਰੇਸ਼ਨ ਵਰਕ ਟੂ ਬੀ ਨੋਟੀਫਾਈਡ, ਜਿੱਥੇ ਕਿਤੇ ਜਿਹੜਾ ਰਜਿਸਟਰਾਰ ਹੈ ਸਬ ਰਜਿਸਟਰਾਰ ਹੈ ਜਾਂ ਜੁਆਇੰਟ ਸਬ ਰਜਿਸਟਰਾਰ ਹੈ, ਉਹ ਆਪਣੇ ਕੰਮ ਦੇ ਨਾਲ ਨਾਲ ਉਹਨੂੰ ਹੋਰ ਕੰਮ ਵੀ ਦਿੱਤੇ ਹੋਏ ਹੁੰਦੇ, ਜਿਵੇਂ ਤਹਿਸੀਲਦਾਰ ਦੀ ਡਿਊਟੀ, ਨਾਇਬ ਤਹਿਸੀਲਦਾਰ ਦੀ ਡਿਊਟੀ ਹੈ। ਠੀਕ ਹੈ। ਤਾਂ ਉਹਦਾ ਜੇ ਕਿਤੇ ਜਿਹੜਾ ਆਫਿਸ ਹੈਗਾ ਰਜਿਸਟਰਿੰਗ ਆਫਿਸਰ ਵੱਖਰੇ ਤੌਰ ਤੇ ਬਣਿਆ ਹੋਇਆ ਹੈਗਾ, ਤਾਂ ਉੱਥੇ ਕੋਈ ਜਿਹੜਾ ਹੈਗਾ ਸਮਾਂ ਨਿਯਤ ਕੀਤਾ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਵੀ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਜੁਆਇੰਟ ਸਬ ਰਜਿਸਟਰਾਰ ਨੇ ਜਾਂ ਸਬ ਰਜਿਸਟਰਾਰ ਨੇ ਇਸ ਆਫਿਸ ਦੇ ਵਿੱਚ ਬੈਠਣਾ ਹੈਗਾ, ਤਾਂ ਕਿ ਜਿਹੜੀ ਪਬਲਿਕ ਹੈ ਉਸੇ ਸਮੇਂ ਦੇ ਵਿੱਚ ਆਵੇ। ਰਿਸੈਪਸ਼ਨ ਆਫ ਡਾਕੂਮੈਂਟਸ ਫਾਰ ਦਾ ਰਜਿਸਟ੍ਰੇਸ਼ਨ ਐਟ ਦਾ ਆਵਰ ਅਪਾਇੰਟਡ ਇਨ ਦਾ ਨੋਟਿਸ ਦਾ ਰਜਿਸਟਰਿੰਗ ਆਫਿਸਰ ਸ਼ੈਲ ਪਰਸਨਲੀ ਰਿਸੀਵ ਦਾ ਡਾਕੂਮੈਂਟ ਕਹਿੰਦੇ ਪਰਸਨਲੀ ਰਿਸੀਵ ਕੀਤੇ ਜਾਂਦੇ ਆ ਸਬ ਰਜਿਸਟਰਾਰ ਵੱਲੋਂ ਜਾਂ ਜੁਆਇੰਟ ਸਬ ਰਜਿਸਟਰਾਰ ਵੱਲੋਂ। ਫਿਰ ਹੈਗਾ 112 ਐਗਜ਼ਾਮੀਨੇਸ਼ਨ ਐਸ ਟੂ ਸਟੈਂਪ, ਸਭ ਤੋਂ ਪਹਿਲੀ ਡਿਊਟੀ ਬਣ ਜਾਂਦੀ ਹੈ ਸਬ ਰਜਿਸਟਰਾਰ ਦੀ, ਰਜਿਸਟਰਿੰਗ ਆਫਿਸਰ ਦੀ, ਵੀ ਕਿ ਜਿਹੜੇ ਡਾਕੂਮੈਂਟ ਉਹਨੂੰ ਪੇਸ਼ ਕੀਤਾ ਜਾ ਰਿਹਾ ਹੈ ਕਿ ਇਹਦੇ ਉੱਪਰ ਡਾਕੂਮੈਂਟ ਜਿਹੜੇ ਸਟੈਂਪ ਨੇ ਪ੍ਰੋਪਰ ਲੱਗੇ ਹੋਏ ਹੈ ਜਾਂ ਨਹੀਂ ਲੱਗੇ ਹੋਏ ਹੈਗੇ, ਇਹ ਦੇਖਣਾ ਹੁੰਦਾ ਹੈਗਾ। ਫਿਰ 113 'ਚ ਹੈਗਾ ਐਕਸੈਪਸ਼ਨਸ ਫਰੋਮ ਸਟੈਂਪ ਡਿਊਟੀ, exemptions from stamp duty
ऑफ द इंस्ट्रूमेंट्स विच आर गवर्नमेंट पार्टी, जिथे सरकार पार्टी होंदी है, सरकार ਨੂੰ बहुत सारे ਜਿਹੜੇ ਵਸੀਕੇ ਹੁੰਦੇ ਸਰਕਾਰ ਜਿੱਥੇ ਪਰਚੇਜ ਕਰਦੀ ਹੈ, ਕੋਈ ਸੜਕਾਂ ਬਣਦੀਆਂ ਨੇ, ਹੋਰ ਬੰਦੇ ਨੇ, ਠੀਕ ਹੈ। ਕੁਝ ਵਸੀਕੇ ਰਜਿਸਟਰ ਕਰਨ ਦੇ ਵਿੱਚ ਜਿਹੜੀ ਸਰਕਾਰ ਨੂੰ ਹੈਗੀ ਐਗਜ਼ੈਂਪਸ਼ਨ ਕੀਤੀ ਜਾਂਦੀ ਹੈ, ਉਹ ਅਸੀਂ ਕਰ ਸਕਦੇ ਹਾਂ। ਉਹਦੇ ਵਿੱਚ ਕੀ ਹੁੰਦਾ, ਆਫਿਸਰ ਨੂੰ ਖੁਦ ਜਿਹੜੇ ਸੀਨੀਅਰ ਆਫਿਸਰ ਹੁੰਦੇ ਆ ਉਹਨਾਂ ਨੂੰ ਕੁਝ ਖੁਦ ਮਤਲਬ ਕਿ ਸਬ ਰਜਿਸਟਰਾਰ ਦੇ ਆਫਿਸ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ। ਉਹਨਾਂ ਦੇ ਬਿਹਾਫ 'ਤੇ ਜਿਹੜੇ ਆਫਿਸਰਸ ਹੁੰਦੇ ਆ ਉਹਨਾਂ ਨੂੰ ਅਥਾਰਟੀ ਲੈਟਰ ਦਿੱਤਾ ਜਾਂਦਾ ਹੈ, ਅੱਗੇ ਆ ਕੇ ਉਹ ਆਪਣੀ ਰਜਿਸਟਰੀ ਕਰਵਾ ਸਕਦੇ ਹੁੰਦੇ ਆ। 115 ਦੇ ਵਿੱਚ ਆ ਜਾਂਦਾ ਇੰਪਾਊਂਡਿੰਗ ਆਫ ਦਾ ਡਾਕੂਮੈਂਟ ਨਾਟ ਡਿਊਲੀ ਸਟੈਂਪਡ। ਜਿੱਥੇ ਕਿਤੇ ਸਬ ਰਜਿਸਟਰਾਰ ਨੂੰ ਲੱਗਦਾ ਵੀ ਇਹਦੇ ਜਿਹੜਾ ਡਾਕੂਮੈਂਟ ਹੈ ਜਿਹੜਾ ਮੇਰੇ ਪੇਸ਼ ਕੀਤਾ ਜਾ ਰਿਹਾ ਹੈਗਾ, ਇਹਦੇ ਪਰ ਸਟੈਂਪ ਪ੍ਰੋਪਰ ਨਹੀਂ ਲੱਗੇ ਹੋਏ, ਪਰ ਪਾਰਟੀ ਨੂੰ ਇੱਕ ਵਾਰੀ ਕਿਹਾ ਜਾਂਦਾ ਵੀ ਡਾਕੂਮੈਂਟ ਤੇਰੇ ਜਿਹੜਾ ਸਟੈਂਪ ਤੇਰਾ ਪੂਰਾ ਨਹੀਂ ਹੈਗਾ, ਪਰ ਪਾਰਟੀ ਕਹਿੰਦੇ ਨਹੀਂ ਜੀ ਮੇਰੇ ਸਟੈਂਪ ਪੂਰੇ ਹੈਗੇ ਆ। ਫਿਰ ਕੀ ਹੁੰਦਾ, ਉਹਦੇ ਵਿੱਚ ਜਿਹੜਾ ਹੈਗਾ ਸੈਕਸ਼ਨ 33 ਦੇ ਵਿੱਚ ਅਸੀਂ ਕੀ ਕਰਦੇ ਹਾਂ, ਡਾਕੂਮੈਂਟ ਨੂੰ ਰਜਿਸਟਰ ਕਰ ਦਿੰਦੇ ਹਾਂ, ਪਰ ਉਸਨੂੰ ਇੰਪਾਊਂਡ ਕਰਕੇ ਉਹਦੇ ਲਈ ਕਲੈਕਟਰ ਨੂੰ ਭੇਜ ਦਿੰਦੇ ਹਾਂ, ਸਟੈਂਪਿੰਗ ਡਿਊਟੀ ਵਾਸਤੇ ਵੀ ਚੈੱਕ ਕੀਤੀ ਜਾਵੇ ਵੀ ਇਹ ਗਲਤ ਹੈ ਜਾਂ ਸਹੀ ਹੈ। ਆਪਣਾ ਜਿਹੜਾ ਵੇਰਵਾ ਹੈਗਾ ਅਸੀਂ ਸਾਨੂੰ ਲੱਗਦਾ ਘੱਟ ਹੈ, ਅਸੀਂ ਉਹ ਜਿਹੜੀ ਰਿਪੋਰਟ ਹੈ ਬਣਾ ਕੇ ਭੇਜ ਦਿੰਦੇ ਹਾਂ। ਅੱਗੇ ਜਾ ਕੇ ਫਿਰ ਕਲੈਕਟਰ ਉਸਨੇ ਰਜਿਸਟਰਾਰ ਨੇ ਚੈੱਕ ਕਰਨਾ ਹੁੰਦਾ ਹੈ ਵੀ ਸਟੈਂਪ ਪੂਰੇ ਹੈਗੇ ਜਾਂ ਨਹੀਂ ਹੈਗੇ। ਉਹ ਅੱਗੇ ਜਾ ਕੇ ਸਮਨਿੰਗ ਹੁੰਦੀ ਹੈ ਪਾਰਟੀਆਂ ਨੂੰ ਪ੍ਰੋਪਰ, ਠੀਕ ਹੈ। ਸਮਨ ਲੈ ਕੇ ਉਹਨਾਂ ਨੂੰ ਸੁਣਿਆ ਜਾਂਦਾ, ਸੁਣ ਕੇ ਫਿਰ ਜਿਹੜਾ ਹੈਗਾ ਆਰਡਰ ਕੀਤਾ ਜਾਂਦਾ। ਇਹ ਜਿਹੜੀਆਂ ਪਾਵਰਸ ਇਸ ਵੇਲੇ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ, ਆਮ ਤੌਰ 'ਤੇ ADC ਨੂੰ ਪਾਵਰ ਦਿੱਤੀਆਂ ਗਈਆਂ ਨੇ ਐਜ਼ ਦਾ ਰਜਿਸਟਰਾਰ ਪਾਵਰਸ ਵੱਲੋਂ, ਕਲੈਕਟਰਸ DCਆਂ ਵੱਲੋਂ। ਐਗਜ਼ਾਮੀਨੇਸ਼ਨ ਐਜ਼ ਟੂ ਜੁਰਿਸਡਿਕਸ਼ਨ, ਜਦੋਂ ਕੋਈ ਡਾਕੂਮੈਂਟ ਪੇਸ਼ ਕੀਤਾ ਜਾਂਦਾ ਸਭ ਤੋਂ ਪਹਿਲਾਂ ਇਹ ਵੀ ਦੇਖਣਾ ਹੁੰਦਾ ਹੈ ਸਭ ਰਜਿਸਟਰਿੰਗ ਆਫਿਸਰ ਨੇ ਵੀ ਕੀ ਇਹ ਜਿਹੜਾ ਪਿੰਡ ਹੈਗਾ ਸਾਡੇ ਅਧਿਕਾਰ ਖੇਤਰ 'ਚ ਆਉਂਦਾ ਜਾਂ ਨਹੀਂ ਆਉਂਦਾ। ਜੁਰਿਸਡਿਕਸ਼ਨ ਆਫ ਦਾ ਰਜਿਸਟਰਾਰਸ, ਰਜਿਸਟਰਾਰ ਦੀ ਜੁਰਿਸਡਿਕਸ਼ਨ ਕੀ ਹੁੰਦੀ ਹੈ? ਰਜਿਸਟਰਾਰ ਦੀ ਜੁਰਿਸਡਿਕਸ਼ਨ ਜਿਹੜੀ ਹੁੰਦੀ ਹੈ ਉਹ ਪੂਰੇ ਡਿਸਟ੍ਰਿਕਟ ਵਿੱਚ ਹੁੰਦੀ ਹੈ। ਜਿਹੜੇ ਵੀ ਵਸੀਕੇ ਪੂਰੇ ਜ਼ਿਲ੍ਹੇ ਦੇ ਵਿੱਚ ਕੋਈ ਸਬ ਰਜਿਸਟਰਾਰ ਜਾਂ ਜੁਆਇੰਟ ਸਬ ਰਜਿਸਟਰਾਰ ਕਰ ਸਕਦਾ ਹੈ, ਉਹ ਸਾਰੇ ਜਿਹੜੇ ਵਸੀਕੇ ਹੈਗੇ ਆ ਜਿਹੜਾ ਹੈਗਾ ਰਜਿਸਟਰਾਰ ਨੂੰ ਕਰਨ ਦਾ ਅਧਿਕਾਰ ਹੁੰਦਾ ਹੈ। ਡਿਸਕ੍ਰਿਸ਼ਨਲ 118 ਚ ਹੈਗਾ ਡਿਸਕ੍ਰਿਸ਼ਨਲ ਰਜਿਸਟ੍ਰੇਸ਼ਨ ਬਾਈ ਦਾ ਰਜਿਸਟਰਾਰਸ। ਜਿੱਥੇ ਕਿਤੇ ਕੋਈ ਡਿਸਕ੍ਰਿਸ਼ਨ ਪਾਵਰ ਦਿੱਤੀ ਗਈ ਹੈ ਰਜਿਸਟਰਾਰ ਨੂੰ, ਜਿੱਥੇ ਕਿਤੇ ਕੋਈ ਵਸੀਅਤ ਦੀ ਗੱਲ ਆ ਜਾਂਦੀ ਹੈ, ਠੀਕ ਹੈ, ਪਬਲਿਕ ਦੇ ਪਰਪਸ ਦੇ ਪਬਲਿਕ ਦੇ ਹਿੱਤ ਦੇ ਵਿੱਚ ਜਾਂ ਕੋਈ ਵੀ ਰੀਜ਼ਨ ਹੋ ਸਕਦਾ ਹੈਗਾ, ਕੋਈ ਤਾਂ ਜਿਹੜਾ ਵਸੀਕਾ ਜ਼ਿਆਦਾਤਰ ਬਿੱਲ ਹੁੰਦੀਆਂ ਨੇ, ਅਡੋਪਸ਼ਨ ਡੀਡ ਹੁੰਦੀਆਂ ਨੇ, ਠੀਕ ਹੈ, ਜਾਂ ਕੋਈ ਡਾਕੂਮੈਂਟ ਹੈਗਾ ਕੋਈ ਇੱਦਾਂ ਦਾ ਹੈਗਾ ਇੰਗਲਿਸ਼ ਦੇ ਵਿੱਚ ਹੈਗਾ, ਕੋਈ ਐਸੀ ਲੈਂਗੁਏਜ 'ਚ ਹੈਗਾ ਜਿਹੜੀ ਕਿ ਰਜਿਸਟਰਿੰਗ ਆਫਿਸਰ ਨੂੰ ਨਹੀਂ ਆਉਂਦੀ, ਤਾਂ ਡਿਸਕ੍ਰਿਸ਼ਨ ਪਾਵਰਸ ਹੁੰਦੀ ਹੈ ਰਜਿਸਟਰਾਰ ਨੂੰ, ਤਾਂ ਉਹ ਡਾਕੂਮੈਂਟ ਹੈਗਾ ਡਿਸਟ੍ਰਿਕਟ ਪੱਧਰ 'ਤੇ ਜਿਹੜਾ ਰਜਿਸਟਰਾਰ ਵੀ ਕਰ ਸਕਦਾ ਹੈਗਾ। ਇੱਕ 119 ਚ ਪ੍ਰੋਸੀਜਰ ਵੈਨ ਰਜਿਸਟਰਿੰਗ ਆਫਿਸਰ ਹੈਜ਼ ਨੋ ਜੁਰਿਸਡਿਕਸ਼ਨ। ਜਿੱਥੇ ਕਿਤੇ ਰਜਿਸਟਰਿੰਗ ਆਫਿਸਰ ਨੂੰ ਕੋਈ ਡਾਕੂਮੈਂਟ ਪੇਸ਼ ਕੀਤਾ ਜਾਂਦਾ ਪਰ ਉਹ ਉਹਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ, ਤਾਂ ਉੱਥੇ ਕੀ ਹੈਗਾ, ਉੱਥੇ ਰਿਫਿਊਜ਼ਲ ਦਾ ਨੋਟ ਨਹੀਂ ਦਿੱਤਾ ਜਾਏਗਾ, ਪਰ ਪਾਰਟੀ ਨੂੰ ਜਿਹੜਾ ਡਾਕੂਮੈਂਟ ਹੈ ਰਿਟਰਨ ਕਰ ਦਿੱਤਾ ਜਾਂਦਾ, ਵਾਪਸ ਕਰ ਦਿੱਤਾ ਜਾਂਦਾ ਹੈ ਵੀ ਕੰਸਰਨਡ ਜਗ੍ਹਾ 'ਤੇ ਜਾ ਕੇ ਤੁਸੀਂ ਕਰਵਾਓ। 122 ਹੈਗਾ ਪਾਰਟੀਜ਼ ਇੰਟਾਈਟਲਡ ਟੂ ਪ੍ਰੈਜ਼ੈਂਟ ਫਾਰ ਦਾ ਰਜਿਸਟ੍ਰੇਸ਼ਨ। ਪਾਰਟੀਜ਼ ਇੰਟਾਈਟਲਡ ਟੂ ਪ੍ਰੈਜ਼ੈਂਟ ਫਾਰ ਦਾ ਰਜਿਸਟ੍ਰੇਸ਼ਨ। ਕੌਣ ਪਾਰਟੀਆਂ ਹੁੰਦੀਆਂ ਨੇ ਜਿਹੜੀਆਂ ਇੰਟਾਈਟਲ ਹੁੰਦੀਆਂ ਡਾਕੂਮੈਂਟ ਪੇਸ਼ ਕਰਨ ਦੇ ਲਈ? ਪਾਰਟੀਆਂ ਖੁਦ ਜਿਹੜੀ ਡਾਕੂਮੈਂਟ ਐਗਜ਼ੀਕਿਊਟ ਕਰ ਰਹੀ ਹੈ ਉਹ ਪਾਰਟੀ ਇੰਟਾਈਟਲ ਹੁੰਦੀ ਹੈ, ਪਰ ਉਹਦੇ ਬਿਹਾਫ 'ਤੇ ਜੇ ਕਿਸੇ ਨੂੰ ਕੋਈ ਲੀਗਲ ਅਥਾਰਟੀ ਦਿੱਤੀ ਗਈ ਹੋਵੇ ਜਾਂ ਕੋਈ ਅਟਾਰਨੀ ਦਿੱਤੀ ਗਈ ਹੋਵੇ ਤਾਂ ਉਹ ਪਾਰਟੀਆਂ ਵੀ ਲੀਗਲ ਹੁੰਦੀਆਂ ਨੇ, ਜਾਂ ਕੋਈ ਮਾਈਨਰ ਹੁੰਦਾ ਹੈ ਉਹਦੇ ਥਾਂ 'ਤੇ ਕੋਈ ਉਹਦਾ ਮੇਜਰ ਕੋਈ ਜਿਹਨੂੰ ਮਤਲਬ ਕਿ ਪਾਵਰ ਦਿੱਤੀ ਹੁੰਦੀ ਹੈ ਕੋਰਟ ਵੱਲੋਂ, ਉਹ ਵੀ ਆ ਸਕਦਾ ਹੈਗਾ, ਠੀਕ ਹੈ। ਇਨ ਕੇਸ ਆਫ ਵਿਲ ਟੈਸਟੇਟਰ, ਜੇ ਕਿਤੇ ਵਿਲ ਦੀ ਗੱਲ ਹੈਗੀ ਹੈ ਤਾਂ ਜਿਹੜਾ ਟੈਸਟੇਟਰ ਹੈਗਾ ਉਹੀ ਲੀਗਲ ਪਾਰਟੀ ਹੈਗੀ ਹੈ, ਉਹੀ ਰਜਿਸਟ੍ਰੇਸ਼ਨ ਕਰਾਉਣ ਲਈ ਡਾਕੂਮੈਂਟ ਨੂੰ ਆ ਸਕਦਾ ਹੈ। ਪਰ ਜੇ ਕਿਤੇ ਉਹਦੀ ਡੈਥ ਹੋ ਜਾਂਦੀ ਹੈ ਤਾਂ ਜਿਹੜਾ ਕਲੇਮਿੰਗ ਕਰਦਾ ਹੈ ਉਸ ਡਾਕੂਮੈਂਟ ਨੂੰ, ਉਸ ਬਿੱਲ ਨੂੰ ਕਲੇਮ ਕਰ ਕਰਦਾ ਹੈਗਾ। ਜੇ ਡਾਕੂਮੈਂਟ ਅਨਰਜਿਸਟਰਡ ਹੈਗੀ ਹੈ, ਬਿੱਲ ਅਨਰਜਿਸਟਰਡ ਹੈਗੀ ਹੈ, ਤਾਂ ਉਹ ਬਿੱਲ ਨੂੰ ਮਤਲਬ ਕਿ ਰਜਿਸਟਰ ਕਰਾਉਣ ਦੇ ਲਈ ਪ੍ਰੈਜ਼ੈਂਟ ਕਰ ਸਕਦਾ ਹੈ। ਇਨ ਕੇਸ ਆਫ ਐਨ ਅਥਾਰਟੀ ਆਫ ਦਾ ਅਡਾਪਟ, ਜੇ ਕਿਤੇ ਅਡੋਪਸ਼ਨ ਡੀਡ ਹੈਗੀ ਹੈ, ਅਡੋਪਸ਼ਨ ਡੀਡ ਨੂੰ ਕੌਣ ਕਰ ਸਕਦਾ? ਜਿਹੜਾ ਬੰਦਾ ਅਡੋਪਸ਼ਨ ਦੇ ਰਿਹਾ ਹੈ, ਠੀਕ ਹੈ, ਉਹੀ ਅਡੋਪਸ਼ਨ ਡੀਡ ਨੂੰ ਰਜਿਸਟ੍ਰੇਸ਼ਨ ਕਰਨ ਦੇ ਲਈ ਮਤਲਬ ਕਿ ਪੇਸ਼ ਕਰ ਸਕਦਾ ਹੈ ਸਬ ਰਜਿਸਟਰਾਰ ਦੇ। ਪਰ ਜੇਕਰ ਡੋਨਰ ਦੀ ਡੈਥ ਹੋ ਜਾਂਦੀ ਹੈ, ਜਿਹਨੇ ਅਡੋਪਸ਼ਨ ਦਿੱਤੀ ਉਹਦੀ ਡੈਥ ਹੋ ਜਾਂਦੀ ਹੈ ਪਰ ਡਾਕੂਮੈਂਟ ਰਜਿਸਟਰਡ ਨਹੀਂ ਹੋਇਆ ਹੋਇਆ, ਤਾਂ ਜਿਸ ਵਿਅਕਤੀ ਨੂੰ ਜਿਹਨੂੰ ਉਹਨੇ ਅਡਾਪਟਡ ਸਨ ਹੈਗਾ ਤਾਂ ਉਹ ਵੀ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਡਾਕੂਮੈਂਟ ਪੇਸ਼ ਕਰ ਸਕਦਾ ਹੈ। ਇਨ ਕੇਸ ਆਫ ਕਾਪੀ ਆਫ ਡਿਗਰੀ ਔਰ ਆਰਡਰ, ਡਿਗਰੀ ਔਰ ਆਰਡਰ ਨੂੰ ਕੌਣ ਪ੍ਰੈਜ਼ੈਂਟ ਕਰ ਸਕਦਾ ਹੈ? ਉਹ ਵਿਅਕਤੀ ਜਿਹੜਾ ਕਲੇਮ ਕਰ ਰਿਹਾ ਉਸ ਡਿਗਰੀ ਦੇ ਵਿੱਚ। ਨੈਕਸਟ ਆ ਜਾਂਦਾ ਹੈ 123 ਪ੍ਰੈਜੈਂਟੇਸ਼ਨ ਬਾਈ ਦਾ ਰਿਪਰੈਜ਼ੈਂਟੇਟਿਵਸ, ਅਸਾਈਨਸ ਐਂਡ ਏਜੈਂਟਸ।
ਜਦੋਂ ਕੋਈ ਡਾਕੂਮੈਂਟ ਹੈ ਕਿਸੇ ਰਿਪਰੈਜ਼ੈਂਟੇਟਿਵ ਵੱਲੋਂ ਪੇਸ਼ ਕੀਤਾ ਜਾਂਦਾ ਹੈ ਜਾਂ ਕਿਸੇ ਅਸਾਈਨੀ ਵੱਲੋਂ ਪੇਸ਼ ਕੀਤਾ ਜਾਂਦਾ ਹੈ, ਹੀ ਮਸਟ ਸੈਟੀਸਫਾਈ ਦਾ ਰਜਿਸਟਰਿੰਗ ਆਫਿਸਰ ਆਫ ਹਿਸ ਸਟੇਟਸ। ਉਹ ਜਿਹੜਾ ਹੈਗਾ, ਜਿਹੜਾ ਬੰਦਾ ਲੈ ਕੇ ਆਇਆ ਹੈ, ਠੀਕ ਹੈ, ਉਹਦੇ ਉਹ ਕਿਸ ਬਿਹਾਫ ਤੇ ਲੈ ਕੇ ਆਇਆ, ਕਿ ਉਹਦੇ ਕੋਲੇ ਕੋਈ ਅਥਾਰਟੀ ਹੈਗੀ ਹੈ ਜਾਂ ਉਹਦੇ ਕੋਲ ਪਾਵਰ ਅਟਾਰਨੀ ਹੈਗੀ ਹੈ ਜਾਂ ਉਹਦੇ ਕੋਲੇ ਕੋਈ ਆਰਡਰ ਹੈਗਾ ਕੋਈ, ਠੀਕ ਹੈ, ਉਹ ਜਿਹੜਾ ਹੈਗਾ ਉਹ ਰੈਵਨਿਊ ਆਫਿਸਰ ਨੂੰ, ਸੌਰੀ ਰਜਿਸਟਰਿੰਗ ਆਫਿਸਰ ਨੂੰ ਸੈਟੀਸਫਾਈ ਕਰਾਏਗਾ। Official exempt from the appearance. Officials exempt from the appearance. It must be borne in mind that officers of the government and the other officials mentioned in section 88 of the act, section 88 ਪੜਿਆ ਸੀ ਤੁਸੀਂ ਵੀ ਕਿਹੜੇ ਕਿਹੜੇ ਵਿਅਕਤੀਆਂ ਨੂੰ ਜਿਹੜੀ ਹੈਗੀ ਹੈ ਆਪ ਪੇਸ਼ ਹੋਣ ਦੀ ਲੋੜ ਨਹੀਂ ਹੈਗੀ, are not required to appear at decision। ਉਹਨਾਂ ਨੂੰ ਮਿਲਾਉਣ ਦੀ ਲੋੜ ਨਹੀਂ ਹੁੰਦੀ, ਉਹਦੇ ਐਬਸੈਂਟ ਦੇ ਵਿੱਚ ਜਿਹੜਾ ਡਾਕੂਮੈਂਟ ਹੈ ਇਸ਼ੂ ਕੀਤਾ ਜਾ ਸਕਦਾ ਹੈ। ਪੇਮੈਂਟ ਆਫ ਫੀ ਔਨ ਦਾ ਅਸੈਪਟੈਂਸ। ਇਹ ਹੁਣ ਇਹ ਪੁਰਾਣੀ ਗੱਲ ਹੋ ਗਈ ਵੀ ਜਦੋਂ ਡਾਕੂਮੈਂਟ ਅਸੈਪਟ ਹੋ ਜਾਂਦਾ ਫਿਰ ਅਸੀਂ ਕਹਿੰਦੇ ਵੀ ਫੀਸ ਭਰਾਓ ਪਹਿਲਾਂ। ਹੁਣ ਤਾਂ ਫੀਸ ਡਾਕੂਮੈਂਟ ਅਸੈਪਟ ਹੋਣ ਤੋਂ ਪਹਿਲਾਂ ਹੀ ਜਿਹੜੀ ਹੈਗੀ ਆ ਬਾਹਰ ਦੀ ਬਾਹਰ ਹੀ ਹੈਗੀ ਆ, ਆਨਲਾਈਨ ਭਰਾ ਦਿੱਤੀ ਜਾਂਦੀ ਹੈ। ਇਨਕੁਆਰੀ ਐਸ ਟੂ ਦਾ ਐਗਜ਼ੀਕਿਊਸ਼ਨ ਆਇਡੈਂਟੀਟੀ। ਜਦੋਂ ਕੋਈ ਡਾਕੂਮੈਂਟ ਪੇਸ਼ ਕਰਦਾ ਹੈ ਰਜਿਸਟਰਿੰਗ ਆਫਿਸਰ ਦੇ, ਤਾਂ ਹੈਗਾ ਇਨਕੁਆਰੀ ਕੀਤੀ ਜਾਂਦੀ ਹੈ ਰਜਿਸਟਰਿੰਗ ਆਫਿਸਰ ਵੱਲੋਂ ਵੀ ਬਾਕੀ ਇਹ ਜਿਹੜਾ ਵਿਅਕਤੀ ਹੈਗਾ ਸਹੀ ਹੈਗਾ, ਜਿਹੜਾ ਪੇਸ਼ ਕਰ ਰਿਹਾ ਇਹੀ ਇਹਦਾ ਨਾਮ ਹੈਗਾ, ਇਹ ਆਪਦੇ ਨਾਮ ਤੇ ਡਾਕੂਮੈਂਟ ਹੈ ਜਿਹੜਾ ਸਹੀ ਵਿਅਕਤੀ ਹੈਗਾ। ਇਹ ਜਿਹੜੀ ਇਨਕੁਆਰੀ ਹੈ ਆਫਿਸਰ ਵੱਲੋਂ ਆਪਦੇ ਆਪ ਨੂੰ ਸੈਟੀਸਫਾਈ ਕੀਤਾ ਜਾਂਦਾ ਹੈ, ਬਾਕੀ ਇਹ ਸਹੀ ਹੈ, ਉਹਦੇ ਜਿਹੜਾ ਆਧਾਰ ਕਾਰਡ ਵਗੈਰਾ ਚੈੱਕ ਕੀਤਾ ਜਾਂਦਾ ਹੈ, ਠੀਕ ਹੈ ਜੀ। ਆਇਡੈਂਟੀਫਿਕੇਸ਼ਨ ਆਫ ਦਾ ਪਾਰਟੀਜ਼। ਜਿਹਨੇ ਪਾਰਟੀਆਂ ਨੂੰ ਆਇਡੈਂਟੀਫਾਈ ਕੌਣ ਕਰਦੇ ਨੇ, ਯਾਨੀ ਕਿ ਵਿਟਨੈਸ ਕੌਣ ਹੁੰਦੇ ਨੇ, ਜਿਵੇਂ ਕਿ ਆਪਾਂ ਕਹਿੰਦੇ ਨੰਬਰਦਾਰ ਹੈ, ਹੋਰ ਹੈ। ਇਸ ਤੋਂ ਇਲਾਵਾ ਵੀ ਜਿਹੜੀ ਇਹ ਲਿਸਟ ਦਿੱਤੀ ਗਈ ਹੈ 127 ਦੇ ਵਿੱਚ ਕੋਈ ਜਿਹੜਾ ਮੈਂਬਰ ਆਫ ਦਾ ਪਾਰਲੀਮੈਂਟ ਹੈ ਉਹ ਵੀ ਆਇਡੈਂਟੀਫਾਈ ਕਰ ਸਕਦਾ ਹੈ, MLA ਵੀ ਆਇਡੈਂਟੀਫਾਈ ਕਰ ਸਕਦਾ ਹੈ, ਠੀਕ ਹੈ। ਮੈਂਬਰ ਆਫ ਦਾ ਲੈਜਿਸਲੇਟਿਵ ਕਾਉਂਸਲ ਉਹ ਵੀ ਆਇਡੈਂਟੀਫਾਈ ਕਰਦਾ। ਜ਼ਿਲ੍ਹਾ ਪ੍ਰੀਸ਼ਦ ਕਿਸੇ ਵਸੀਕੇ ਨੂੰ ਰਜਿਸਟਰ ਕਰਾਉਣ ਦੀ ਖਾਤਰ ਤੁਹਾਡੇ ਕੋਲ MP ਵੀ ਆ ਸਕਦਾ ਕਿਸੇ ਦੀ ਅਗਵਾਈ ਦੇ ਵਜੋਂ, MLA ਵੀ ਆ ਸਕਦਾ ਹੈ, ਲੈਜਿਸਲੇਟਿਵ ਕਾਉਂਸਲ ਵੀ ਆ ਸਕਦਾ, ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਵੀ ਆ ਸਕਦਾ, ਪੰਚਾਇਤ ਦਾ ਮੈਂਬਰ, ਪੰਚਾਇਤ ਸਮਿਤੀ ਦਾ ਮੈਂਬਰ ਵੀ ਆ ਸਕਦਾ ਹੈ, ਗ੍ਰਾਮ ਪੰਚਾਇਤ ਦਾ ਮੈਂਬਰ ਵੀ ਆ ਸਕਦਾ ਹੈ ਨੰਬਰਦਾਰ ਦੀ ਜਗ੍ਹਾ ਤੇ। ਨੰਬਰ 5 ਤੇ ਹੈ ਨੰਬਰਦਾਰ ਵੀ ਆ ਸਕਦਾ ਹੈ, ਜ਼ਿਲ੍ਹਾ ਜੈਲ ਸੇਵਕ ਵੀ ਆ ਕੋਈ ਹੈਗਾ ਆ ਸਕਦਾ, ਉਪ ਜੈਲ ਸੇਵਕ ਵੀ ਆ ਸਕਦਾ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਮੈਂਬਰ ਆਫ ਦਾ ਮਿਊਨਿਸਪਲ ਕਮੇਟੀ, ਠੀਕ ਹੈ ਜੀ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਸੈਕਟਰੀ ਆਫ ਦਾ ਕੋਆਪਰੇਟਿਵ ਸੁਸਾਇਟੀ। ਇਹ ਵੀ ਜਿਹੜੇ ਹੈਗੇ ਨੇ ਬੰਦੇ ਨੂੰ ਆਇਡੈਂਟੀਫਾਈ ਕਰ ਸਕਦੇ ਨੇ। ਕੋਈ ਵੀ ਰਿਟਾਇਰਡ ਗੈਸਟ ਆਫਿਸਰ ਹੈ ਉਹ ਵੀ ਕਿਸੇ ਬੰਦੇ ਨੂੰ ਆਇਡੈਂਟੀਫਾਈ ਕਰ ਸਕਦਾ ਹੈ, ਠੀਕ ਹੈ। ਐਨ ਐਕਸ ਮਿਲਟਰੀ ਆਫਿਸਰ ਉਹ ਵੀ ਆਇਡੈਂਟੀਫਾਈ ਕਰ ਸਕਦਾ ਹੈ। ਫਿਰ ਉੱਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਨੰਬਰਦਾਰ ਜ਼ਰੂਰੀ ਚਾਹੀਦਾ ਹੈ। ਆ ਜਿਹੜੀ ਲਿਸਟ ਹੈ 12 ਬੰਦਿਆਂ ਦੀ, ਇਹਨਾਂ 'ਚੋਂ ਕੋਈ ਵੀ ਬੰਦਾ ਆ ਕੇ ਆਇਡੈਂਟੀਫਾਈ ਕਰ ਸਕਦਾ ਕਿਸੇ ਬੰਦੇ ਨੂੰ। ਐਨੀ ਅਦਰ ਵੈਲ ਨੋਨ ਪਰਸਨ। ਦੇਖੋ ਇੱਕ 12 ਨੰਬਰ 'ਚ ਆ ਕੇ ਤੁਹਾਨੂੰ ਪਾਵਰਾਂ ਦੇ ਦਿੱਤੀਆਂ ਸਾਰੀਆਂ ਗਵਰਨਮੈਂਟ ਨੇ। ਐਨੀ ਵੈਲ ਨੋਨ ਪਰਸਨ ਰਿਜ਼ਾਈਡਿੰਗ ਇਨ ਦਾ ਸੇਮ ਲੋਕੈਲਿਟੀ ਐਟ ਦਾ ਐਗਜ਼ੀਕਿਊਟੈਂਟ। ਮਤਲਬ ਕਹਿਣ ਦਾ ਭਾਵ ਹੈ ਵੀ ਰਜਿਸਟਰਿੰਗ ਆਫਿਸਰ ਦੀ ਤਸੱਲੀ ਹੋਣੀ ਚਾਹੀਦੀ ਹੈ। ਜਾਂ ਫਿਰ ਐਨੀ ਆਫ ਦਾ ਫੋਲੋਇੰਗ ਡਾਕੂਮੈਂਟ, ਜੇ ਕੋਈ ਵੀ ਨਹੀਂ ਹੈਗਾ ਤਾਂ ਤੁਸੀਂ ਆਹ ਜਿਹੜੇ ਡਾਕੂਮੈਂਟ ਨੇ, ਪਾਸਪੋਰਟ ਦੇਖ ਕੇ ਵੀ ਤੁਹਾਡੀ ਤਸੱਲੀ ਹੋ ਸਕਦੀ ਹੈ, ਤੁਸੀਂ ਡਾਕੂਮੈਂਟ ਰਜਿਸਟਰ ਕਰ ਸਕਦੇ ਹੋ। ਜਾਂ ਫਿਰ ਇਨਕਮ ਟੈਕਸ ਦਾ ਜਿਹੜਾ ਪੈਨ ਕਾਰਡ ਹੈਗਾ, ਪੈਨ ਕਾਰਡ ਦੇਖ ਕੇ ਵੀ ਜਿਹੜਾ ਐਗਜ਼ੀਕਿਊਟਿਵ ਬੰਦਾ ਐਗਜ਼ੀਕਿਊਟਰ ਹੈਗਾ ਤੁਸੀਂ ਉਸ ਨੂੰ ਆਇਡੈਂਟੀਫਾਈ ਕਰ ਸਕਦੇ ਹੋ। ਇੱਥੇ ਨਾਲ ਹੀ ਕਿਹਾ ਗਿਆ ਵੀ ਕਿਸੇ ਸਟੈਂਪ ਵੈਂਡਰ ਨੂੰ, ਕਿਸੇ ਪਟੀਸ਼ਨ ਰਾਈਟਰ ਨੂੰ, ਕਿਸੇ ਪੀਐਨ ਨੂੰ ਤੁਹਾਡੇ ਆਫਿਸ ਦੇ ਨੂੰ, ਕਲਾਸ 4 ਗਵਰਨਮੈਂਟ ਸਰਵੈਂਟ ਔਰ ਸਰਵੈਂਟ ਆਫ ਏ ਲੋਕਲ ਬਾਡੀ ਦਾ ਕੋਈ ਹੋਵੇ, ਠੀਕ ਹੈ, ਉਹਨਾਂ ਨੂੰ ਤੁਸੀਂ ਐਜ਼ ਏ ਮਤਲਬ ਕਿ ਵਿਟਨੈਸ ਨਹੀਂ ਯੂਜ਼ ਕਰੋਗੇ। ਨੈਵਰ ਬੀ ਅਲਾਉਡ ਟੂ ਆਇਡੈਂਟੀਫਾਈ ਦਾ ਐਗਜ਼ੀਕਿਊਟੈਂਟ। ਕੌਣ? ਸਟੈਂਪ ਵੈਂਡਰ, ਪਟੀਸ਼ਨ ਰਾਈਟਰ, ਪੀਐਨ, ਕਲਾਸ 4 ਦਾ EMPLOYE, ਕਲਾਸ 4 ਗਵਰਨਮੈਂਟ ਸਰਵੈਂਟ ਔਰ ਸਰਵੈਂਟ ਆਫ ਏ ਲੋਕਲ ਬਾਡੀ, ਜੇ ਸਟੇਟ ਗਵਰਨਮੈਂਟ ਹੋਵੇ ਜੇ ਕੋਈ ਲੋਕਲ ਗਵਰਨਮੈਂਟ ਹੋਵੇ, ਉਹਦਾ ਵੀ ਕੋਈ ਵੀ ਕਲਾਸ 4 ਦਾ ਜਿਹੜਾ EMPLOYE ਹੈ ਉਹ ਕਿਸੇ ਵੀ ਵਿਅਕਤੀ ਨੂੰ ਆਇਡੈਂਟੀਫਾਈ ਨਹੀਂ ਕਰ ਸਕਦਾ ਐਜ ਏ ਵਿਟਨੈਸ। 128 says that documents to be scrutinized and explained to the executants। ਜਦੋਂ ਕੋਈ ਡਾਕੂਮੈਂਟ ਤੁਹਾਡੇ ਕੋਲ ਪੇਸ਼ ਹੁੰਦਾ ਹੈ, every deed shall be subject to a through scrutiny with a view to the ascertaining whether it is correctly represents the intentions of the parties। ਅਸੀਂ ਪਾਰਟੀ ਨੂੰ ਪੁੱਛਦੇ ਹਾਂ, ਅਸੀਂ ਸਵਾਲ ਜਵਾਬ ਕਰ ਸਕਦੇ ਹਾਂ ਜੇ ਸਾਨੂੰ ਕੋਈ ਡਾਊਟ ਲੱਗਦਾ ਹੈ ਵੀ ਇਹ ਡਾਕੂਮੈਂਟ ਜਿਹੜਾ ਪੇਸ਼ ਕੀਤਾ ਗਿਆ ਕਿ ਵਾਕਈ ਪਾਰਟੀ ਨੂੰ ਪਤਾ ਹੈ, ਕੰਸਰਨਡ ਪਾਰਟੀ ਜਿਹੜੀ ਪੇਸ਼ ਕਰ ਰਹੀ ਵੀ ਮੈਂ ਕੀ ਕਰਾਉਣ ਵਾਸਤੇ ਆਈ ਹਾਂ, ਕੋਈ ਰਜਿਸਟਰੀ ਕਰਾਉਣ ਲਈ ਆਈ ਹਾਂ, ਕੋਈ ਵਿਲ ਕਰਾਉਣ ਲਈ ਆਈ ਹੈ ਜਾਂ ਕੋਈ ਕੀ ਕਰਾਉਣ ਲਈ ਆਇਆ ਵੀ ਉਹ 'ਚ ਸ਼ਾਮਲਾਂ ਦਾ ਹਿੱਸਾ ਸ਼ਾਮਲ ਕੀਤਾ ਹੈ ਜਾਂ ਨਹੀਂ ਕੀਤਾ ਹੈਗਾ, ਠੀਕ ਹੈ। ਇਸ ਤਰ੍ਹਾਂ ਦਾ ਜਿਹੜੇ ਡਾਕੂਮੈਂਟ ਹੈਗਾ ਉਹਦੇ ਸੰਬੰਧ ਵਿੱਚ ਅਸੀਂ ਪਾਰਟੀ ਨੂੰ ਪੁੱਛ ਸਕਦੇ ਹਾਂ, ਐਕਸਪਲੇਨ ਕਰ ਸਕਦੇ ਹਾਂ। ਫਿਰ 129 'ਚ ਰਿਕਾਰਡਿੰਗ ਆ ਜਾਂਦੀ ਹੈ। ਰਿਕਾਰਡਿੰਗ ਆਫ ਦਾ ਐਂਡੋਰਸਮੈਂਟ ਅੰਡਰ ਸੈਕਸ਼ਨ 58 ਅਸੀਂ ਪੜ੍ਹ ਕੇ ਗਿਆ ਸੀਗਾ
ਜਦੋਂ ਕੋਈ ਡਾਕੂਮੈਂਟ ਅਸੀਂ ਰਜਿਸਟਰ ਕਰਦੇ ਹਾਂ ਤਾਂ ਉਹਦੇ ਪਿਛਲੇ ਪਾਸੇ ਉਹ ਲੱਗਦੀਆਂ ਨੇ, ਇੰਡੋਰਸਮੈਂਟ ਲੱਗਦੀਆਂ, ਮੋਹਰਾਂ ਲੱਗਦੀਆਂ ਵੀ ਕਿਹੜੇ ਬੰਦੇ ਹਾਜ਼ਰ ਸੀ, ਕਿਹੜੇ ਬੰਦੇ ਠੀਕ ਹੈ, ਉਦੋਂ ਮੋਹਰਾਂ ਲਾ ਕੇ ਰਜਿਸਟਰਿੰਗ ਆਫੀਸਰ ਹੈ ਉਹਦੇ ਸਾਈਨ ਹੁੰਦੇ, 3-4 ਸਾਈਨ ਪਿਛਲੇ ਪਾਸੇ ਹੁੰਦੇ ਆ, ਯਾਨੀ ਕਿ ਸਰਟੀਫਿਕੇਟ ਵੀ ਲੱਗਦਾ ਪਿੱਛੇ, ਪਾਰਟੀਆਂ ਦੇ ਦਸਤਖਤ ਅੰਗੂਠੇ ਹੁੰਦੇ ਆ ਰਜਿਸਟਰੀ ਤੋਂ ਬਾਅਦ। ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਇਸ ਗੱਲ ਦੇ ਬਾਰੇ 'ਚ, ਠੀਕ ਹੈ, ਪਾਰਟੀਆਂ ਦੇ ਦਸਤਖਤ ਅੰਗੂਠੇ ਹੁੰਦੇ ਆ। ਇਨਕੁਆਰੀ ਐਜ਼ ਟੂ ਦਾ ਕੰਸੀਡਰੇਸ਼ਨ ਨਾਲ ਇਹ ਵੀ ਪੁੱਛ ਲਿਆ ਜਾਂਦਾ ਰਜਿਸਟਰਿੰਗ ਆਫੀਸਰ ਵੱਲੋਂ ਵੀ ਕੀ ਪਾਰਟੀਆਂ ਨੂੰ ਜਿਹੜੀ ਫੀਸ ਪੈਸੇ ਪੇਮੈਂਟ ਹੈ ਹੋ ਚੁੱਕੀ ਹੈ। ਸਮਨਸ ਫॉर द अपीयरेंस ऑफ द एक्सपेक्टेंट्स और विटनेसेस, जिथे किते कोई डॉक्यूमेंट पेश होया किसी रजिस्टरिंग ऑफिसर दे, ठीक है, उस डॉक्यूमेंट को रजिस्टर करने की खातर सब रजिस्ट्रार को किसी विटनेस की जरूरत लगती है। कोई भी व्यक्ति जिस बारे दसिया गया पार्टियां ने, कंसर्न पार्टियां ने भी उन्होंने इस बारे सारी जानकारी हैगी है, जो भी हैगी है, ठीक है, उस डॉक्यूमेंट की तसल्ली करने की खातर, इनकुआरी करने की खातर सैक्शन 34 हैगा, सैक्शन 34 के तहत असीं की हैगे आ समन कट के उस पार्टी नूं, उस कंसर्न पर्सन नूं एज ए विटनेस बुला सकते हैं। 133 की है प्रोसीजर वैन देयर आर सैवरल एग्जीक्यूटेंट्स, जो कहता एक तो ज़्यादा व्यक्ति होन, मोर दैन 1 परसन वसीका रजिस्टर कराने लिए आए होन। ज़्यादातर तो यही होंगे भी सारे कट्ठे आते हैं, पर जे किते कट्ठे व्यक्ति नहीं आते तो उन्हें डॉक्यूमेंट के की है जो भी हाजिर आते हैं उन्होंने हाजिरी असीं लगा सकते हैं। जो अगली डेट से किते पूरे बंदे जो दूजी तीजी तरीक से बंदे पूरे आ जाते हैं तो फिर उस वेले की है असीं जो डॉक्यूमेंट है उन्होंने रजिस्टर कर सकते होंगे। पर जो निर्धारित समा है सैक्शन 24 के है भी 4 महीने के अंदर जो डॉक्यूमेंट है ये पूरा किया जाना होंगे। 134 के सब रजिस्ट्रार नॉट टू रजिस्टर डॉक्यूमेंट्स रिलेटिंग टू ट्रांजैक्शन इन विच दे आर इंटरेस्टेड, जिथे किते वसीका कोई प्रॉपर्टी परचेज आप की हुई हो सब रजिस्ट्रार ने, जॉइंट सब रजिस्ट्रार ने, तो उस वसीके को खुद वो रजिस्टर नहीं कर पाएगा, उसका जो डॉक्यूमेंट है दूसरे अधिकारी वालों रजिस्टर किया जाएगा। फिर की 135 वेरी इंपॉर्टेंट है पैरा है 135 वेरी इंपॉर्टेंट, रजिस्टरिंग ऑफिसर नॉट कंसर्न विद वैलिडिटी ऑफ द डॉक्यूमेंट। देखो तुसीं पढ़ो की कहता है भी रजिस्टरिंग ऑफिसर नॉट कंसर्न विद द वैलिडिटी ऑफ द डॉक्यूमेंट, डॉक्यूमेंट वैलिड है नहीं वैलिड है, भी कहते रजिस्टरिंग ऑफिसर है, कोई मतलब नहीं ये बनता है भी उसे उसने रजिस्टर करना है, पर नहीं हुण ये जी अमेंडमेंट हो चुकी है 19/9/2001 नूं, ठीक है, 19/9/2001 नूं अमेंडमेंट हो चुकी है। हुण रजिस्ट्रार इज फुली रिस्पोंसिबल फॉर द ओनरशिप ऑफ द पर्सन, फ्रॉडुलेंट ट्रांजैक्शंस लीड टू लिटिगेशन, अननेसेसरी हरासमेंट टू द इनोसेंट पर्सनस होंदियां ने। इस करके जी सब रजिस्ट्रार है, जॉइंट सब रजिस्ट्रार है, उसकी जिम्मेवारी हैगी है भी कोई भी गलत जो वसीका है और रजिस्टर ना किया जाए, ओनरशिप चैक की जाए प्रॉपर तरीके नाल। ਇਹ ਤਾਂ ਸਰ 135 ਤੁਹਾਡੀ ਐਸੋਸੀਏਸ਼ਨ ਨੇ ਕਮਤਾ ਪਾਇਆ ਸੀਗਾ, ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ? ਪਾਇਆ ਸੀ ਮਤਾ ਸੀ, ਇਹਦੇ ਵਿੱਚ ਵੀ ਇਹ ਕੰਟਰਾਡਿਕਟ ਕਰਦਾ ਹੈ। ਅਸੀਂ ਇਹ ਮਤਾ ਪਾਇਆ ਸੀ ਵੀ ਇਹ ਐਕਟ ਨੂੰ ਤੇ ਜਿਹੜਾ ਇਹ ਹੈਗਾ ਇਹ ਕੰਟਰਾਡਿਕਟ ਕਰਦਾ ਹੈ, ਇਹਦੇ 'ਚ ਅਮੈਂਡਮੈਂਟ ਕੀਤੀ ਜਾਣੀ ਚਾਹੀਦੀ ਹੈ ਵੀ ਵਾਈ ਸ਼ੁੱਡ ਸਬ ਰਜਿਸਟਰ ਇਜ਼ ਰਿਸਪੋਂਸਿਬਲ ਫਾਰ ਦਾ ਮਤਲਬ ਕਿ ਓਨਰਸ਼ਿਪ ਆਫ ਦਾ ਲੈਂਡ, ਵੀ ਜਿਹੜਾ ਓਨਰਸ਼ਿਪ ਹੈ ਜਿਹੜਾ ਰੈਵਨਿਊ ਆਫਿਸਰ ਨੂੰ ਅਧਿਕਾਰੀ ਨੂੰ ਇਹਦੇ ਸੰਬੰਧ ਵਿੱਚ ਹੈਗਾ ਰਿਸਪੋਂਸਿਬਲ ਨਹੀਂ ਠਹਿਰਾਉਣਾ ਚਾਹੀਦਾ। ਇਹ ਪਾਰਟੀਆਂ ਦੇਖਣ, ਖਰੀਦਦਾਰ ਦੇਖੇ, ਮਾਲਕ ਦੇਖੇ ਵੀ ਮੈਂ ਕੀ ਕਰਵਾ ਰਹੇ ਹਾਂ, ਠੀਕ ਹੈ, ਪਰ ਉਹਦੇ ਤੇ ਸਰਕਾਰ ਨੇ ਕੋਈ ਅਜੇ ਫੈਸਲਾ ਨਹੀਂ ਲਿਆ ਹੈਗਾ। ਇਹਦੇ ਤੇ ਅਸੀਂ ਮਤਾ ਪਾਇਆ ਸੀਗਾ ਪ੍ਰੋਪਰ ਤਰੀਕੇ ਦੇ ਨਾਲ ਵੀ ਇਹ ਜਿਹੜਾ ਐਕਟ ਹੈਗਾ ਐਕਟ ਕੁਛ ਹੋਰ ਕਹਿੰਦਾ ਹੈ, ਤੁਹਾਡੀ ਸਰਕਾਰ ਦੀ ਜਿਹੜੀ ਲੈਟਰ ਹੈ ਕੁਛ ਹੋਰ ਕਹਿੰਦੀ ਹੈ, ਇਹ ਦੋਵੇਂ ਇਹ ਡਾਕੂਮੈਂਟ ਇਹ ਕੰਟਰਾਡਿਕਟਰੀ ਹੈਗੇ ਹੈ ਵੀ ਇਹ ਜਿਹੜਾ ਹੈਗਾ ਇਹ ਖਤਮ ਕੀਤੀ ਜਾਵੇ, ਜਿਹੜਾ ਤੁਹਾਡੀ ਜਿਹੜੀ ਲੈਟਰ ਹੈ 19/9/2001 ਦੀ ਇਹ ਵਾਪਸ ਲਈ ਜਾਵੇ। ਅਸੀਂ ਇਹ ਕਿਹਾ ਸੀਗਾ ਪਰ ਸਰਕਾਰ ਨੇ ਵਾਪਸ ਨਹੀਂ ਲਈ ਹੈਗੀ। जिथे कहते किते मतलब कि अटॉर्नी की पावर अटॉर्नी की गल है, वो अटॉर्नी देखी जाएगी। जो कोई अटॉर्नी के बेसिस से कोई डॉक्यूमेंट रजिस्टर कराने लिए आया है तो जी अटॉर्नी है वो जेकर तुहाडी तहसील दे विच हुई भी है तो तुसीं तहसील चों चैक करोगे, जेकर किते बाहरों हुई भी अटॉर्नी का तुसीं उत्थों वैरीफिकेशन मंगवाओगे। वसीका रजिस्टर करने तो पहला वैरीफिकेशन मंगाई जाएगी भी बाकी ये जी अटॉर्नी है कि थोड़ी तो नहीं कि किसी ने हुई भी है या नहीं हुई भी। इस तरीके जो कोई माइनर है, ठीक है, माइनर के बिहाफ से कोई गार्डियन रजिस्ट्री करवाने लिए आया वो किहड़ा डॉक्यूमेंट हैगा वो वालों शो किया जाएगा। कोई लुनेटिक है, कोई इडियट है, ठीक है, कोई पागल है, वो बेस से कोई सरकारी कोई डॉक्यूमेंट रजिस्टर कराने के लिए आया कि वो की लीगल डॉक्यूमेंट है जिहदे विच ते उहनूं पावरां दित्तियां गईयां किसी कोर्ट वालों
ਉਹ ਵੀ ਆਪਾਂ ਜਿਹੜਾ ਹੈਗਾ ਉਹ ਚੈੱਕ ਕਰਨਾ ਹੁੰਦਾ ਹੈ। ਮੀਨਿੰਗ ਆਫ ਦਾ ਐਗਜ਼ੀਕਿਊਸ਼ਨ ਦਾ ਮੀਨਿੰਗ ਕੀ ਹੈ? ਜਿਹੜਾ ਬੰਦਾ ਸਾਈਨ ਕਰਨ ਲਈ ਲਿਆ ਉਹ ਡਾਕੂਮੈਂਟ ਨੂੰ ਐਗਜ਼ੀਕਿਊਟ ਕਰ ਰਿਹਾ ਹੈ, ਇਹ ਉਹਦੀ ਮੀਨਿੰਗ ਹੁੰਦੀ ਹੈ। ਸਾਈਨ ਕਰਦਾ ਡਾਕੂਮੈਂਟ ਨੂੰ, ਠੀਕ ਹੈ, ਪਾਰਟੀਆਂ ਦੀ ਹਾਜ਼ਰੀ ਦੇ ਵਿੱਚ ਜਦੋਂ ਸਾਈਨ ਕਰਦਾ ਦੈਟ ਇਜ਼ ਮਤਲਬ ਕਿ ਐਗਜ਼ੀਕਿਊਸ਼ਨ ਹੋ ਗਈ ਡਾਕੂਮੈਂਟ ਦੀ। ਫਿਰ 137 'ਚ ਰਿਫਿਊਜ਼ਲ ਟੂ ਰਜਿਸਟਰ ਟੂ ਬੀ ਮੇਡ ਵਿਦ ਕੌਸ਼ਨ। ਇੱਥੇ ਇਹ ਕਿਹਾ ਗਿਆ 137 ਦੇ ਵਿੱਚ ਵੀ ਜੇ ਤੁਸੀਂ ਕਦੇ ਰਿਫਿਊਜ਼ਲ ਕਰਨੀ ਹੈ ਕਿਸੇ ਡਾਕੂਮੈਂਟ ਦੀ, ਉਹ ਜਿਹੜਾ ਇਹ ਜਿਹੜੀ ਪਾਵਰ ਹੈ ਘੱਟ ਤੋਂ ਘੱਟ ਯੂਜ਼ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਪਾਰਟੀਆਂ ਨੂੰ ਇਨਫੋਰਮ ਕਰੋ, ਡਾਕੂਮੈਂਟ ਰਿਟਰਨ ਕਰੋ ਵੀ ਇਹਦੇ 'ਤੇ ਆਹ ਪ੍ਰੋਬਲਮ ਹੈਗੀ, ਇਹਦੇ 'ਚ ਆਹ ਨੁਕਸ ਹੈਗਾ, ਇਸ ਨੂੰ ਤੁਸੀਂ ਦੂਰ ਕਰਵਾ ਦਿਓ, ਠੀਕ ਹੈ। ਪਾਰਟੀਆਂ ਦੂਰ ਕਰਵਾ ਕੇ ਲਿਆਉਣ ਤਾਂ ਉਹ ਡਾਕੂਮੈਂਟ ਹੈਗਾ ਰਜਿਸਟਰ ਕਰ ਦੇਣਾ ਚਾਹੀਦਾ ਹੈਗਾ। ਡਿਊ ਕੇਅਰ ਕਿਹਾ ਵੀ ਰੱਖਣੀ ਚਾਹੀਦੀ ਹੈ। ਇੰਪੈਂਡੀਮੈਂਟ ਐਵੇਂ ਬਿਨਾਂ ਮਤਲਬ ਤੋਂ ਰੁਕਾਵਟ ਨਹੀਂ ਬਣਨਾ ਚਾਹੀਦਾ ਹੈਗਾ। ਜੇ ਕਿਤੇ ਕੋਈ ਕਲੈਰੀਕਲ ਮਿਸਟੇਕ ਹੈਗੀ ਆ, ਹੋਰ ਹੈਗੀ ਹੈ, ਤਾਂ ਉਸ ਨੂੰ ਦੁਰਸਤ ਕਰਵਾ ਕੇ ਹੀ ਜਿਹੜਾ ਡਾਕੂਮੈਂਟ ਹੈ ਰਜਿਸਟਰ ਕਰ ਦੇਣਾ ਚਾਹੀਦਾ। ਪਰ ਜੇਕਰ ਕਿਤੇ ਬਹੁਤ ਸੀਰੀਅਸ ਕੰਮ ਹੈਗਾ, ਸੀਰੀਅਸ ਵਰਕ ਹੈਗਾ, ਮਤਲਬ ਕਹਿਣ ਦਾ ਭਾਵ ਹੈ ਪਾਰਟੀਆਂ ਨੂੰ ਓਪਰਚੁਨਿਟੀ ਦੇਣੀ ਚਾਹੀਦੀ ਹੈ। ਬਿਨਾਂ ਮਤਲਬ ਤੋਂ ਜਾ ਕੇ ਆਪਾਂ ਰਿਫਿਊਜ਼ਲ ਪਾ ਕੇ ਆਰਡਰ ਪਾਰਟੀ ਨੂੰ ਗਦੀ ਗੇੜੇ ਵਿੱਚ ਨਹੀਂ ਪਾਉਣਾ ਚਾਹੀਦਾ ਹੈਗਾ। ਜੇ ਕਿਤੇ ਕੋਈ ਕਰੈਕਸ਼ਨ ਕਰਨ ਦੇ ਯੋਗ ਅਸੀਂ ਸਮਝਦੇ ਹਾਂ ਵੀ ਇਹ ਡਾਕੂਮੈਂਟ ਹੈ ਜਿਹੜਾ ਕਰੈਕਟ ਕੀਤਾ ਜਾ ਸਕਦਾ ਹੈ, ਡਿਫੈਕਟ ਹੈਗਾ ਕੈਪੇਬਲ ਆਫ ਰੈਮਡੀ, ਠੀਕ ਹੈ, ਤਾਂ ਉਸ ਨੂੰ ਜ਼ਰੂਰ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਤਾਂ ਕਿ ਉਹ ਆਪਦੇ ਡਾਕੂਮੈਂਟ ਨੂੰ ਦਰੁਸਤ ਕਰਾਉਣ। ਫਿਰ ਡਾਕੂਮੈਂਟ ਜਿਹੜਾ ਹੈਗਾ ਰਜਿਸਟਰ ਕਰ ਦੇਣਾ ਚਾਹੀਦਾ ਹੈ। ਜਿਹੜੀ ਕੋਈ ਡਿਨਾਈਲ ਕਰਨੀ ਹੈ ਤੁਸੀਂ, ਬਾਕੀ ਤੁਸੀਂ ਡਿਨਾਈਲ ਤੁਹਾਡੇ ਕੋਲ ਕੋਈ ਚਾਰਾ ਨਹੀਂ, ਜਦੋਂ ਕੋਈ ਬਚ ਜਾਂਦਾ ਤਾਂ ਤੁਸੀਂ ਜਿਹੜਾ ਡਿਨਾਈਲ ਦਾ ਜਿਹੜਾ ਹੈਗਾ ਆਰਡਰ ਹੈ ਰਿਫਿਊਜ਼ਲ ਦਾ ਤਦ ਹੀ ਕਰਨਾ ਚਾਹੀਦਾ ਹੈਗਾ। ਆਈ ਐਮ ਨਾਟ ਯੂਜ਼ਡ ਐਨੀਵੇਅਰ, ਮੈਂ ਕਦੀ ਵੀ ਇਹ ਜਿਹੜਾ ਰਿਫਿਊਜ਼ਲ ਦਾ ਜਿਹੜਾ ਆਰਡਰ ਹੈ ਕਦੀ ਨਹੀਂ ਕੀਤਾ ਅੱਜ ਤੱਕ, ਮੈਨੂੰ ਤਾਂ ਕਦੇ ਲੋੜ ਪਈ ਨਹੀਂ ਹੈਗੀ, ਠੀਕ ਹੈ ਜੀ। ਦੈਨ 138 ਹੈਗਾ ਡਿਨਾਈਲ ਆਫ ਰਸੀਟਸ ਆਫ ਕੰਸੀਡਰੇਸ਼ਨ। ਜੇ ਕੋਈ ਵਿਅਕਤੀ ਕੰਸੀਡਰੇਸ਼ਨ ਜਿਹੜੀ ਅਮਾਊਂਟ ਹੈਗੀ ਆ ਉਹ ਕਹਿੰਦਾ ਮੈਨੂੰ ਮਿਲੀ ਨਹੀਂ ਹੈਗੀ, ਪਰ ਡਾਕੂਮੈਂਟ ਨੂੰ ਫਿਰ ਵੀ ਐਗਜ਼ੀਕਿਊਟ ਕਰਦਾ ਹੈ, ਠੀਕ ਹੈ। ਇਫ ਐਨੀ ਪਰਸਨ ਐਡਮਿਟਸ ਦਾ ਐਗਜ਼ੀਕਿਊਸ਼ਨ ਨੂੰ ਐਡਮਿਟ ਕਰਦਾ ਹੈ, ਹਾਂ ਵੀ ਮੈਂ ਵਸੀਕਾ ਜਿਹੜਾ ਸਾਈਨ ਕੀਤਾ ਸਭ ਕੁਝ ਸਹੀ ਕੀਤਾ ਹੈਗਾ, ਡਾਕੂਮੈਂਟ ਪ੍ਰੈਜ਼ੈਂਟ ਫਾਰ ਦਾ ਰਜਿਸਟ੍ਰੇਸ਼ਨ ਬਟ ਡਿਨਾਈਜ਼ ਦਾ ਰਸੀਟ ਇਨ ਹੋਲ ਔਰ ਪਾਰਟ, ਪਰ ਕਹਿੰਦਾ ਮੈਨੂੰ ਅਮਾਊਂਟ ਨਹੀਂ ਮਿਲੀ ਹੈਗੀ ਆਫ ਦਾ ਕੰਸੀਡਰੇਸ਼ਨ ਸਾਈਟਡ ਦੇਅਰ ਇਨ ਰਜਿਸਟ੍ਰੇਸ਼ਨ ਸ਼ੈਲ ਨਾਟ ਬੀ ਰਿਫਿਊਜ਼। ਇੱਥੇ ਕਿਹਾ ਗਿਆ ਸਾਨੂੰ ਇਹ 138 ਕਹਿੰਦਾ ਵੀ ਅਸੀਂ ਰਜਿਸਟ੍ਰੇਸ਼ਨ ਨੂੰ ਨਹੀਂ ਰੋਕਾਂਗੇ। Registration shall not be refused because of such denial, but a note of the denial shall be made in the endorsement required by section 58। नोट ਦਿੱਤਾ ਜਾਏਗਾ ਵੀ ਪਾਰਟੀ ਨੇ ਵਸੀਕਾ ਤਾਂ ਕਰਾਇਆ ਹੈ, ਜੇ ਵਸੀਕਾ ਪਾਰਟੀ ਨਾ ਕਰਵਾਵੇ, ਜੇ ਉਹਨੂੰ ਪੈਸੇ ਨਹੀਂ ਮਿਲੇ ਹੈਗੇ, ਨਾ ਖੜਿਆ ਕਿ ਸਬ ਰਜਿਸਟਰਾਰ ਨੂੰ ਕਹਦੇ ਵੀ ਮੈਂ ਨਹੀਂ ਕਰਾਉਣਾ ਹੈਗਾ, ਪਰ ਉਹ ਇਹ ਵੀ ਨਾ ਕਹੇ ਵੀ ਮੈਂ ਡਾਕੂਮੈਂਟ ਨਹੀਂ ਕਰਵਾਉਣਾ, ਠੀਕ ਹੈ। ਡਾਕੂਮੈਂਟ ਕਰਾਉਣ ਲਈ ਵੀ ਤਿਆਰ ਹੋਵੇ, ਰਜਿਸਟਰੀ ਕਰਾਉਣ ਲਈ ਵੀ ਤਿਆਰ ਹੋਵੇ, ਉਂਝ ਕਹੀ ਵੀ ਜਾਵੇ ਮੈਨੂੰ ਪੈਸੇ ਨਹੀਂ ਮਿਲੇ ਹੈਗੇ, ਤਾਂ ਤੁਸੀਂ ਡਾਕੂਮੈਂਟ ਜਿਹੜਾ ਹੈਗਾ ਰਜਿਸਟਰ ਕਰ ਦੇਵਾਂਗੇ। ਜੇ ਪਾਰਟੀ ਕਹਿੰਦੀ ਹੈ ਮੈਂ ਰਜਿਸਟਰੀ ਨਹੀਂ ਕਰਵਾਉਣੀ, ਫਿਰ ਅਸੀਂ ਰਿਫਿਊਜ਼ ਕਰਾਂਗੇ। 139 ਕੇ ਡਾਕੂਮੈਂਟ ਨਾਟ ਡਿਊਲੀ ਸਟੈਂਪਡ, the fact of the document is not duly stamped under the Indian Stamp Act is not of itself a sufficient reason or recording an order refusing to register। देखो ਹੁਣ ਇੱਥੇ ਆ ਕੇ ਫਿਰ ਕੰਟਰਾਡਿਕਟਰੀ ਗੱਲ ਹੋ ਜਾਂਦੀ ਹੈ। ਹੁਣ 139 ਸੈਕਸ਼ਨ ਕੀ ਕਹਿੰਦਾ ਹੈ? ਇਹ ਕਹਿੰਦਾ ਵੀ ਜੇ ਕਿਤੇ ਡਾਕੂਮੈਂਟ ਦੇ ਉੱਪਰ ਸਟੈਂਪ ਡਿਊਟੀ ਪੂਰੀ ਨਾ ਲੱਗੀ ਹੀ ਹੋਵੇ, ਠੀਕ ਹੈ, not of itself a sufficient reason, ਕਹਿੰਦਾ ਇਹ ਕੋਈ ਸਫੀਸ਼ੀਐਂਟ ਰੀਜ਼ਨ ਨਹੀਂ ਹੈਗਾ ਵੀ ਤੁਸੀਂ ਡਾਕੂਮੈਂਟ ਨੂੰ ਰਿਫਿਊਜ਼ ਕਰ ਦੋਗੇ। ਹੁਣ ਜਿੱਥੇ ਜਿਹੜੀ ਸਰਕਾਰ ਦੀ ਲੈਟਰ ਹੈ 2001 ਦੀ, ਠੀਕ ਹੈ, ਉਹ ਕਹਿੰਦੇ ਵੀ ਤੁਸੀਂ ਡਾਕੂਮੈਂਟ ਰਜਿਸਟਰ ਨਹੀਂ ਕਰਨਾ। ਜੇ ਕਿਤੇ ਪਰ ਉੱਥੇ ਓਨਰਸ਼ਿਪ ਦੀ ਗੱਲ ਕੀਤੀ ਗਈ ਹੈ, ਇੱਥੇ ਕਹਿੰਦੇ ਵੀ ਤੁਸੀਂ ਇੰਪਾਊਂਡ ਕਰ ਦਿਓ ਉਸ ਨੂੰ, ਜੇ ਡਿਊਲੀ ਸਟੈਂਪ ਨਹੀਂ ਲੱਗੇ ਹੋਏ। ਵੈਸੇ ਦੇਖੋ ਜੇ ਸਟੈਂਪ ਪ੍ਰੋਪਰ ਨਹੀਂ ਲੱਗੇ ਹੋਏ ਹੈਗੇ, ਤੁਸੀਂ ਪਾਰਟੀ ਨੂੰ ਕਹੋ ਵੀ ਡਾਕੂਮੈਂਟ ਪ੍ਰੋਪਰ ਤੁਹਾਡੇ ਸਟੈਂਪ ਹੈਗੇ ਆ, ਘੱਟ ਨੇ ਪੂਰੇ ਕਰਾਏ ਜਾਣ। ਜੇਕਰ ਪਾਰਟੀ ਕਹਿੰਦੀ ਹੈ ਵੀ ਮੈਂ ਤਾਂ ਜਿਹੜਾ ਹੈਗਾ ਸਟੈਂਪ ਮੇਰੇ ਪੂਰੇ ਹੈਗੇ ਆ, ਫਿਰ ਅਸੀਂ ਇੱਥੇ ਰਿਫਿਊਜ਼ਲ ਨਹੀਂ ਕਰਾਂਗੇ ਜੇ ਸਟੈਂਪ ਘੱਟ ਲੱਗੇ ਹੋਏ, ਅਸੀਂ ਇੰਪਾਊਂਡ ਕਰ ਦਾਂਗੇ। ਇੰਪਾਊਂਡ ਕਿਵੇਂ? ਸੈਕਸ਼ਨ 33 ਅਸੀਂ ਪੜ੍ਹਿਆ ਸੀਗਾ, ਉਹਦੇ ਵਿੱਚ ਐਕਟ ਦੇ ਵਿੱਚ ਪੜ੍ਹਿਆ ਸੀਗਾ। ਫਿਰ ਅਸੀਂ ਡਾਕੂਮੈਂਟ ਰਜਿਸਟਰ ਕਰ ਦਾਂਗੇ, ਇੰਪਾਊਂਡ ਕਰਕੇ ਭੇਜ ਦਾਂਗੇ ਰਜਿਸਟਰਾਰ ਕੋਲੇ, ਠੀਕ ਹੈ ਜੀ। ਸਰ ਇੱਕ ਦੱਸਿਓ, ਮੈਂ ਸ਼ਾਇਦ ਮੈਨੂੰ ਭੁਲੇਖਾ ਕਿ ਜਿਸ ਵੇਲੇ ਇੰਪਾਊਂਡ ਕਰਦੇ 47 ਦਾ ਕੀ ਰੈਫਰੈਂਸ ਦਿੰਦੇ ਹੋ ਜੀ? 47 ਕੀ ਚੀਜ਼ ਆ? ਸਟੈਂਪ ਐਕਟ ਹੈ। ਅੱਛਾ ਜੀ, ਸਟੈਂਪ ਐਕਟ ਦਾ ਰੈਫਰੈਂਸ ਦਿੰਦੇ ਨਾ 47 ਜੀ ਹਾਂ, ਸਟੈਂਪ ਐਕਟ 47 ਠੀਕ ਹੈ। ਆਪਾਂ ਪੜ੍ਹੇ ਸਟੈਂਪ ਐਕਟ ਦੇ 47 ਪੜ੍ਹਿਆ ਸੀਗਾ, ਤੁਹਾਡੇ ਯਾਦ ਨਹੀਂ ਰਿਹਾ ਸ਼ਾਇਦ। ਅਮੈਂਡਮੈਂਟ ਹੈ ਸਰ, ਮੈਂ ਦੇਖਦਾ ਵਿੱਚ ਮੇਰੇ ਕੋਲ ਅਮੈਂਡਮੈਂਟ ਦੇ ਵਿੱਚ 47 ਸਿੱਧਾ ਨਹੀਂ ਲਿਖਿਆ,
शायद देखना है जी। चलो 140 है जी, when registration be admitted cause some refusal, कुछ बंदे रिफ्यूज कर देਣ, ਕੁਝ ਬੰਦੇ ਕਹਿ ਦੇਣ ਵੀ ਕਰਾ ਦਿਓ ਜੀ ਵਸੀਕਾ ਅਸੀਂ ਕਰਨਾ ਹੈ, ਕੁਝ ਕਹਿੰਦੇ ਅਸੀਂ ਨਹੀਂ ਕਰਨਾ ਹੈਗਾ। ਠੀਕ ਹੈ, ਇੱਥੇ ਇਹ 140 ਚ ਕਿਹਾ ਗਿਆ ਵੀ ਉਹਨਾਂ ਦਾ ਪਾਰਟ ਤੁਸੀਂ ਕਰ ਦਿਓ, ਬਾਕੀ ਤੁਸੀਂ ਲਿਖ ਦਿਓ ਵੀ ਇਹਨਾਂ ਨੇ ਰਿਫਿਊਜ਼ ਕਰ ਦਿੱਤਾ, ਬਾਕੀ ਪਾਰਟ ਕਰ ਦਿਓ। ਪਰ ਇਹ ਕਦੇ ਨਹੀਂ ਦਿਖਿਆ, ਅਸੀਂ ਕਦੇ ਨਹੀਂ ਹੋਇਆ ਐਸਾ। ਪ੍ਰੋਸੀਜਰ ਔਨ ਡਿਨਾਇਲ ਆਫ ਐਗਜ਼ੀਕਿਊਸ਼ਨ, ਜਦੋਂ ਕੋਈ ਬੰਦੇ ਵਿਅਕਤੀ ਜਿਹੜਾ ਡਿਨਾਈ ਕਰ ਦਿੰਦਾ ਹੈ ਵੀ ਮੈਂ ਇਹ ਵਸੀਕਾ ਨਹੀਂ ਕਰਵਾਉਣਾ, ਤਾਂ ਅਸੀਂ ਸੈਕਸ਼ਨ 35 ਦੇ ਵਿੱਚ ਅਸੀਂ ਪ੍ਰੋਸੀਜਰ ਪੜ੍ਹਿਆ ਸੀ ਡਿਨਾਇਲ ਦਾ, ਅਸੀਂ ਰਿਫਿਊਜ਼ਲ ਪਾ ਦਿੰਦੇ ਹਾਂ। ਠੀਕ ਹੈ ਜੀ, ਰਿਫਿਊਜ਼ਲ ਪਾ ਕੇ ਜਿਹੜਾ ਹੈਗਾ ਬੁੱਕ ਨੰਬਰ 2 ਚ ਦਰਜ ਕਰਕੇ ਵਾਪਸ ਕਰ ਦਿੰਦੇ ਹਾਂ। ਫਿਰ 143 ਹੈ ਰਿਫੰਡ ਆਫ ਰਜਿਸਟ੍ਰੇਸ਼ਨ ਫੀ ਔਨ ਦਾ ਰਿਫਿਊਜ਼ਲ ਟੂ ਰਜਿਸਟਰ। ਜੇ ਕੋਈ ਡਾਕੂਮੈਂਟ ਸਾਡੇ ਵੱਲੋਂ ਰਿਫਿਊਜ਼ ਕਰ ਦਿੱਤਾ ਜਾਂਦਾ ਹੈ ਤਾਂ ਜੇ ਇਸ ਬੰਦੇ ਨੇ ਫੀਸ ਭਰੀ ਵੀ ਹੋਵੇ ਤਾਂ ਉਸ ਨੂੰ ਅਸੀਂ ਰਿਫੰਡ ਵੀ ਦੇਣਾ ਬਣਦਾ ਹੈਗਾ। 44 ਦੇ ਵਿੱਚ ਹੈ ਕਾਪੀਜ਼ ਆਫ ਦਾ ਰੀਜ਼ਨਸ ਆਫ ਰਿਫਿਊਜ਼ਲ ਸ਼ੁੱਡ ਬੀ ਸਟੈਂਪਡ ਵਿਦ ਕੋਰਟ ਫੀ ਸਟੈਂਪਸ। ਜੇ ਕੋਈ ਬੰਦਾ ਕਾਪੀ ਲੈਂਦਾ ਹੈ, ਜਿਹੜਾ ਸਾਡਾ ਬੁੱਕ ਨੰਬਰ 2 ਦੇ ਵਿੱਚ ਕੋਈ ਰਿਫਿਊਜ਼ਲ ਆਰਡਰ ਪਾਇਆ ਅਸੀਂ, ਉਹਦੀ ਬੰਦਾ ਕਾਪੀ ਲੈ ਸਕਦਾ, ਉਹ ਜਿਹੜੀ ਸਰਕਾਰੀ ਸ਼ੁੱਡ ਬੀ ਸਟੈਂਪਡ ਵਿਦ ਕੋਰਟ ਫੀ। ਪਹਿਲਾਂ ਅਸੀਂ ਐਕਟ ਪੜ੍ਹਿਆ ਸੀ ਵੀ ਉਹਦੀ ਕਾਪੀ ਦੀ ਫੀਸ ਨਹੀਂ ਲੱਗਦੀ। ਦ ਵਰਡਸ ਵਿਦਾਊਟ ਪੇਮੈਂਟ, ਹਾਂ ਠੀਕ ਹੈ, ਇੱਥੇ ਵੀ ਹੀ ਲਿਖਿਆ ਹੈਗਾ ਕੋਈ ਪੇਮੈਂਟ ਨਹੀਂ ਲਵਾਂਗੇ ਅਸੀਂ ਇਸ ਉਹਦੇ ਕਾਪੀ ਦੇਣ ਦੀ। 145 ਹੈਗਾ ਕਾਪੀਇੰਗ ਆਫ ਦ ਡਾਕੂਮੈਂਟਸ ਇਨਟੂ ਰਜਿਸਟਰ ਪ੍ਰੋਸੀਜਰ ਔਨ ਐਡਮਿਸ਼ਨ ਟੂ ਰਜਿਸਟ੍ਰੇਸ਼ਨ। ਜਿਹੜੇ ਡਾਕੂਮੈਂਟ ਸਾਡੇ ਕੋਲੇ ਆ ਗਏ ਅਸੀਂ ਰਜਿਸਟਰ ਕਰ ਦਿੱਤੇ, ਜਿਹੜੀਆਂ ਦੀਆਂ ਕਾਪੀਆਂ ਹੈਗੀਆਂ ਨੇ, ਠੀਕ ਹੈ, ਉਹ ਐਜ਼ ਪਰ ਲਾਅ ਕੋਈ ਵੀ ਜਿਹੜਾ ਵਿਅਕਤੀ ਹੈਗਾ ਉਹ ਰਜਿਸਟਰ ਮਤਲਬ ਕਿ ਜਿਹੜਾ ਹੈਗਾ ਰਜਿਸਟਰੀ ਕਲਰਕ ਦੇ ਪਾਸੋਂ, ਠੀਕ ਹੈ, ਐਜ਼ ਪਰ ਲਾਅ ਅਪਲਾਈ ਕਰਕੇ ਇੰਸਪੈਕਸ਼ਨ ਵੀ ਕਰ ਸਕਦਾ ਹੈ ਤੇ ਕਾਪੀ ਲੈ ਵੀ ਸਕਦਾ ਹੈ। ਸਰਟੀਫਿਕੇਟ ਆਫ ਰਜਿਸਟ੍ਰੇਸ਼ਨ, ਜਦੋਂ ਰਜਿਸਟਰੀ ਅਸੀਂ ਕਰਦੇ ਹਾਂ ਉਹਦੇ ਪਿਛਲੇ ਪਾਸੇ ਇੱਕ ਸਰਟੀਫਿਕੇਟ ਲੱਗਦਾ, ਆਪਾਂ ਦੇਖਦੇ ਹਾਂ ਜਿਹਨੂੰ ਵਸੀਕਾ ਨੰਬਰ ਕਿਹਾ ਜਾਂਦਾ ਹੈ। ਵਸੀਕਾ ਨੰਬਰ, ਵਹੀ ਨੰਬਰ ਵਗੈਰਾ ਲਿਖ ਕੇ ਸਾਰਾ ਕੁਝ ਤੇ ਸਟੈਂਪ ਲੱਗ ਕੇ ਰਜਿਸਟਰਿੰਗ ਆਫੀਸਰ ਦੀ ਜਿਹੜੀ ਹੈਗੀ ਹੈ ਮੋਹਰ ਲੱਗ ਕੇ ਸਾਈਨ ਹੋ ਜਾਂਦੇ ਨੇ। ਉਹਦੇ ਦੇ ਨਾਲ ਬੁੱਕ ਨੰਬਰ ਪਾਇਆ ਜਾਂਦਾ ਹੈ, ਵੋਲੀਅਮ ਨੰਬਰ ਵੀ ਪਾਇਆ ਜਾਂਦਾ ਹੈ, ਸੀਰੀਅਲ ਨੰਬਰ ਵੀ ਪਾਇਆ ਜਾਂਦਾ ਹੈ, ਕਿਹੜੇ ਪੇਜ ਦੇ ਉੱਪਰ ਕਿਹੜੀ ਬੁੱਕ ਦੇ ਵਿੱਚ ਇਹ ਜਿਹੜਾ ਵਸੀਕਾ ਹੈਗਾ ਦਰਜ ਕੀਤਾ ਗਿਆ। ਰਿਟਰਨ ਆਫ ਰਜਿਸਟਰਡ ਡਾਕੂਮੈਂਟ ਬਾਈ ਹੈਂਡ, ਜਿਹੜੇ ਜਦੋਂ ਅਸੀਂ ਡਾਕੂਮੈਂਟ ਰਜਿਸਟਰ ਕਰ ਦਿੰਦੇ ਹਾਂ ਤਾਂ ਲਾਅ ਇਹ ਕਹਿੰਦਾ ਹੈ ਵੀ ਅਸੀਂ ਸੇਮ ਡੇ ਜਿਹੜੇ ਹੈਗੇ ਆ ਇਹ ਰਜਿਸਟਰੀਆਂ ਜਿਹੜੀਆਂ ਹੈਗੀਆਂ ਪਾਰਟੀਆਂ ਨੂੰ, ਕੰਸਰਨਡ ਪਾਰਟੀਆਂ ਨੂੰ ਵਾਪਸ ਕਰ ਦਿੱਤੀਆਂ ਜਾਣ। ਡਾਕੂਮੈਂਟ ਟੂ ਬੀ ਪ੍ਰੋਮਪਟਲੀ ਰਿਟਰਨਡ, ਇਹ ਕਿਹਾ ਵੀ ਤੁਰੰਤ ਡਾਕੂਮੈਂਟ ਹੈਗੇ ਆ ਪੂਰੇ ਕਰਕੇ ਮੁਕੰਮਲ ਕਰਕੇ, ਠੀਕ ਹੈ, ਉਹ ਪਾਰਟੀਆਂ ਨੂੰ ਵਾਪਸ ਕੀਤੇ ਜਾਂਦੇ ਹੈ। 49 ਚ ਕੀ ਹੈਗਾ, ਠੀਕ ਹੈ, ਅੱਛਾ, ਰਿਟਰਨ ਆਫ ਦਾ ਰਜਿਸਟਰਡ ਡਾਕੂਮੈਂਟਸ ਬਾਈ ਪੋਸਟ। ਇਹਦੇ ਵਿੱਚ ਕਿਹਾ ਗਿਆ ਵੀ ਕੋਈ ਡਾਕੂਮੈਂਟ ਹੈ ਉਸ ਨੂੰ ਅਸੀਂ ਬਾਈ ਪੋਸਟ ਵੀ ਭੇਜ ਸਕਦੇ ਹਾਂ ਕੰਸਰਨਡ ਪਾਰਟੀਆਂ ਨੇ। ਮਨ 50 ਚ ਹੈ ਕੰਟਰੋਲ ਟੂ ਬੀ ਮੇਨਟੇਨਡ ਓਵਰ ਦਾ ਮੋਹਰਰਸ। ਉਹ ਕਹਿੰਦੇ ਵੀ ਰਜਿਸਟਰਿੰਗ ਆਫਿਸਰ ਜਿਹੜਾ ਹੈਗਾ ਉਹ ਸਾਰਾ ਜਿਹੜੀ ਐਸਟੈਬਲਿਸ਼ਮੈਂਟ ਹੈਗੀ ਹੈ, ਰਜਿਸਟਰੀ ਕਲਰਕ ਹੈਗੇ ਆ, ਉਹਦੇ ਉੱਪਰ ਜਿਹੜਾ ਸਾਰਾ ਕੰਟਰੋਲ ਹੈ ਤੇ ਕੰਮ ਕਰਦੀ ਜਿਹੜੀ ਹੈਗੀ ਸਮੇਂ ਸਮੇਂ ਤੇ ਜਾਂਚ ਕੀਤੀ ਜਾਂਦੀ ਹੈ ਕੰਟਰੋਲਿੰਗ ਆਫਿਸਰ ਵੱਲੋਂ, ਜਿਨ ਕਿ ਰਜਿਸਟਰਿੰਗ ਆਫਿਸਰ ਵੱਲੋਂ। ਇੰਡੋਰਸਮੈਂਟ ਸ਼ੈਲ ਆਲਵੇਜ਼ ਬੀ ਰਿਟਨ ਬਾਏ ਔਰ ਇਨ ਦਾ ਪ੍ਰੈਜ਼ੈਂਸ ਆਫ ਦਾ ਰਜਿਸਟਰਿੰਗ ਆਫਿਸਰ। ਜਦੋਂ ਕੋਈ ਰਜਿਸਟਰੀ ਕੋਈ ਡਾਕੂਮੈਂਟ ਰਜਿਸਟਰ ਕੀਤਾ ਜਾਂਦਾ ਉਹਦੇ ਪਿਛਲੇ ਪਾਸੇ ਇੰਡੋਰਸਮੈਂਟ ਲੱਗਦੀਆਂ ਹੈਗੀਆਂ ਨੇ, ਹਰ ਇੰਡੋਰਸਮੈਂਟ ਦੇ ਉੱਪਰ ਜਿਹੜੀ ਸਟੈਂਪ ਲੱਗਦੀ ਹੈ, ਸਟੈਂਪ ਲੱਗ ਕੇ ਜਿਹੜਾ ਹੈਗਾ ਰਜਿਸਟਰਿੰਗ ਆਫਿਸਰ ਦੇ ਜਿਹੜੇ ਸਾਈਨ ਹੈਗੇ ਉਹ ਹੁੰਦੇ ਹੈਗੇ। ਦੈਨ ਆ ਜਾਂਦਾ ਜੀ ਪਰਚਾ ਯਾਦਾਸ਼ਤ 54 ਮੈਮੋਰੰਡਮ ਆਫ ਡਾਕੂਮੈਂਟਸ ਹਾਊ ਟੂ ਬੀ ਪ੍ਰੀਪੇਅਰਡ। ਹੁਣ ਇਹ ਜੀ ਕੋਈ ਦੱਸਣ ਵਾਲੀ ਗੱਲ ਨਹੀਂ, ਪਰਚਾ ਯਾਦਾਸ਼ਤ ਕੀ ਕੁਛ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਠੀਕ ਹੈ ਜੀ। ਪਾਰਟੀਆਂ ਕਿਹੜੀਆਂ ਹੈਗੀਆਂ ਨੇ, ਵਸੀਕਾ ਨੰਬਰ ਕਿਹੜਾ ਹੈਗਾ, ਕੀ ਕਿਸਮ ਹੈਗੀ ਹੈ, ਕਿੰਨੇ ਪੈਸੇ ਦਾ ਵਸੀਕਾ ਹੋਇਆ ਤੇ ਕਿੰਨੀ ਕਿਹੜੇ ਪਿੰਡ ਦੇ ਨਾਲ ਸੰਬੰਧਿਤ ਹੈਗਾ, ਕਿੰਨੀ ਅਮਾਊਂਟ ਦਾ ਹੈਗਾ, ਕਿਹੜੇ ਨੰਬਰ ਖਾਸਰਾ ਹੈਗੇ ਨੇ, ਕਿੰਨਾ ਰਕਬਾ ਹੈਗਾ, ਇਹ ਸਾਰਾ ਕੁਝ ਜਿਹੜਾ ਹੈਗਾ ਉਹ ਪਰਚਾ ਯਾਦਾਸ਼ਤ ਅਸੀਂ ਐਂਟਰ ਕਰਦੇ ਹਾਂ। ਪਰਚਾ ਯਾਦਾਸ਼ਤ ਕੰਸਰਨਡ ਜਿਹੜੀ ਹੈਗੀ ਹੈ ਹੁਣ ਜਿਹੜਾ ਹੈਗਾ ਇਸ ਵੇਲੇ ਸੰਬੰਧਿਤ ਜਿਹੜੀ ਹੈਗੀ ਹੈ ਆਫਿਸ ਕਾਨੂੰਗੋ ਨੂੰ ਤੇ ਨਾਲ ਹੀ ਨਾਲ ਫਰਦ ਕੇਂਦਰ ਨੂੰ ਇੱਕ ਕਾਪੀ ਜਿਹੜੀ ਹੈਗੀ ਹੈ ਉਹ ਜਿਉਂ ਹੀ ਕੋਈ ਡਾਕੂਮੈਂਟ ਬਣਾਉਂਦੇ ਆ ਉਹਦੇ ਨਾਲ 3 ਕਾਪੀਆਂ ਹੁੰਦੀਆਂ ਨੇ, 3 ਕਾਪੀਆਂ ਫੋਟੋ ਕਾਪੀ ਰਜਿਸਟਰੀ ਦੀ ਫੋਟੋ ਕਾਪੀ ਨਾਲ ਲਾ ਕੇ ਭੇਜ ਦਿੰਦੇ ਜੀ। ਬਸ ਸਿੰਪਲ ਜੀ ਗੱਲ ਹੈਗੀ ਹੈ। ਪਹਿਲਾਂ ਹੁਣ ਤਾਂ ਉਹ ਗੱਲ ਹੀ ਖਤਮ ਹੋ ਗਈ, ਹੁਣ ਤਾਂ ਰਜਿਸਟਰੀ ਦੀ ਕਾਪੀ 2-3 ਬਣ ਜਾਂਦੀਆਂ, ਉਹੀ ਜਾ ਕੇ ਨਾਲ ਅੱਗੇ ਆ ਜਾਂਦੀ ਹੈਗੀ ਸਾਡੇ ਕੋਲ, ਠੀਕ ਹੈ ਜੀ।
ਅੱਗੇ 159 ਦੇ ਵਿੱਚ ਹੈਗਾ ਇੰਪੋਰਟੈਂਟ ਹੈ ਇਹ ਰਜਿਸਟ੍ਰੇਸ਼ਨ ਫਾਰ ਦਾ ਐਰਰ ਆਫ ਦਾ ਡਿਸਕ੍ਰਿਪਸ਼ਨਸ। ਜਿੱਥੇ ਕਿਤੇ ਕਿਸੇ ਡਾਕੂਮੈਂਟ ਦੇ ਵਿੱਚ ਕੋਈ ਗਲਤੀ ਰਹਿ ਜਾਂਦੀ ਹੋਵੇ, ਠੀਕ ਹੈ, ਤਾਂ ਉਹਦੀ ਜਿਹੜੀ ਹੈ ਤਤੀਮਾ ਰਜਿਸਟਰੀ ਕਰੀ ਜਾਂਦੀ ਹੈ। ਇਹ ਪਹਿਰਾ 159 ਹੈਗਾ। ਤਤੀਮਾ ਰਜਿਸਟਰੀ ਕਰੀ ਜਾਂਦੀ ਹੈ। ਤਤੀਮਾ ਰਜਿਸਟਰੀ ਦੇ ਵੀ 3 ਕਾਰਨ ਹੁੰਦੇ ਨੇ। ਕਿਹੜੇ ਕਿਹੜੇ ਕੇਸਾਂ 'ਚ ਤਤੀਮਾ ਰਜਿਸਟਰੀ ਹੁੰਦੀ ਹੈ? ਇੱਕ ਤਾਂ ਹੈਗਾ ਫਸਟ ਵੇਅਰ ਇਹ ਡੀਡ ਇਜ਼ ਆਲਟਰਡ, ਜਿੱਥੇ ਕਿਤੇ ਡੀਡ 'ਚ ਕੋਈ ਆਲਟਰੇਸ਼ਨ ਕਰਨੀ ਹੋਵੇ, ਕੋਈ ਨਾਮ ਤੇ ਗਲਤ ਲਿਖਿਆ ਗਿਆ ਹੋਵੇ, ਕੋਈ ਕਲੈਰੀਕਲ ਮਿਸਟੇਕ ਹੋ ਗਈ ਹੋਵੇ, ਉੱਥੇ ਅਸੀਂ ਜਿਹੜੀ ਹੈਗੀ ਤਤੀਮਾ ਰਜਿਸਟਰੀ ਕਰਦੇ ਹਾਂ। ਜਾਂ ਫਿਰ ਕੀ ਸੈਕੰਡ ਕਾਰਨ ਕੀ ਹੈਗਾ? ਰਜਿਸਟ੍ਰੇਸ਼ਨ ਵੈਨ ਇਹ ਡਾਕੂਮੈਂਟ ਹੈਜ਼ ਬੀਨ ਐਗਜ਼ੀਕਿਊਟਡ ਬਾਈ ਸੈਵਰਲ ਪਰਸਨਸ ਐਟ ਡਿਫਰੈਂਟ ਟਾਈਮਸ। ਜਦੋਂ ਵੱਖਰੇ ਵੱਖਰੇ ਟਾਈਮਾਂ ਤੇ ਕੋਈ ਵਿਅਕਤੀ ਜਿਹੜੇ ਪਾਰਟੀਆਂ ਹੈਗੀਆਂ ਨੇ ਉਹ ਇੱਕ ਵਾਰੀ ਅੱਧੀਆਂ ਆ ਗਈਆਂ, ਦੂਜੀ ਵਾਰੀ ਅੱਧੀਆਂ ਆ ਗਈਆਂ, ਉਦੋਂ ਵੀ ਜਿਹੜਾ ਡਾਕੂਮੈਂਟ ਹੈ ਰਜਿਸਟਰ ਕੀਤਾ ਜਾਂਦਾ ਹੈਗਾ। ਥਰਡ ਕੇਸ ਕੀ ਹੈ? ਥਰਡ ਕੇਸ ਉਦੋਂ ਹੈਗਾ ਇਨ ਦਾ ਥਰਡ ਪਲੇਸ ਇਟ ਮੇ ਬੀ ਨੈਸੈਸਰੀ ਟੂ ਰਜਿਸਟਰ ਏ ਡਾਕੂਮੈਂਟ which was presented at the time of its first registration by a person not due। ਜਦੋਂ ਕਿਸੇ ਗਲਤ ਬੰਦੇ ਵੱਲੋਂ ਡਾਕੂਮੈਂਟ ਪੇਸ਼ ਕੀਤਾ ਜਾਂਦਾ ਹੈ, ਠੀਕ ਹੈ, ਬਾਅਦ 'ਚ ਪਤਾ ਲੱਗਦਾ ਇਹ ਜਿਹੜਾ ਬੰਦਾ ਸੀਗਾ ਇਹ ਤਾਂ ਡਾਕੂਮੈਂਟ ਰਜਿਸਟਰ ਕਰਾਉਣ ਦੇ ਯੋਗ ਹੀ ਨਹੀਂ ਸੀਗਾ, ਫਿਰ ਅਸਲ ਵਿਅਕਤੀ ਕੋਈ ਆਉਂਦਾ ਹੈਗਾ ਰਜਿਸਟਰੀ ਕਰਾਉਣ ਦੀ ਖਾਤਰ, ਠੀਕ ਹੈ, ਫਿਰ ਉਹਦਾ ਡਾਕੂਮੈਂਟ ਜਿਹੜਾ ਉਹੀ ਡਾਕੂਮੈਂਟ ਉਹ ਅਸਲ ਵਿਅਕਤੀ ਵੱਲੋਂ ਜਿਹੜਾ ਹੈਗਾ ਰਜਿਸਟਰੀ ਕੀਤੀ ਜਾਂਦੀ ਹੈਗੀ ਆ, ਉਹਨੂੰ ਵੀ ਤਤੀਮਾ ਰਜਿਸਟਰੀ ਕਿਹਾ ਜਾਂਦਾ ਹੈ। ਉਹਦੇ ਤੇ ਵੇਰਵਾ ਦਿੱਤਾ ਜਾਂਦਾ, ਜਿਹੜੀ ਪਹਿਲੀ ਰਜਿਸਟਰੀ ਹੈਗੀ ਉਹਦੇ ਤੇ ਨੋਟ ਦਿੱਤਾ ਜਾਂਦਾ, ਉਹਦਾ ਰੈਫਰੈਂਸ ਵੀ ਪਾਇਆ ਜਾਂਦਾ, ਸਾਰਾ ਕੁਝ ਵਿੱਚ ਪਾਇਆ ਜਾਂਦਾ ਹੈਗਾ। ਇਹਨੂੰ ਵੀ ਤਤੀਮਾ ਰਜਿਸਟਰੀ ਕਹਿੰਦੇ ਨੇ ਅਸੀਂ। 135 ਦੇ ਸੰਬੰਧ ਵਿੱਚ ਸਰਕਾਰ ਨੇ ਇੱਕ ਲੈਟਰ ਜਾਰੀ ਕੀਤੀ ਸੀਗੀ, ਠੀਕ ਹੈ, ਨੋਟੀਫਿਕੇਸ਼ਨ ਜਾਰੀ ਕੀਤਾ ਸੀ 30/11/2000 ਨੂੰ ਲੈਟਰ ਜਾਰੀ ਹੋਈ ਸੀਗੀ। 19 ਸਤੰਬਰ 2001 ਨੂੰ ਲੈਟਰ ਜਾਰੀ ਕੀਤੀ ਸੀ ਸਰਕਾਰ ਨੇ, ਜਿਹਦੇ ਵਿੱਚ ਕਿਹਾ ਸੀਗਾ ਵੀ ਕਿ ਜਿਹੜਾ ਫਰਾਡੂਲੈਂਟ ਡਾਕੂਮੈਂਟ ਹੈਗਾ ਉਹ ਰਜਿਸਟਰ ਨਾ ਕੀਤਾ ਜਾਵੇ। ਨੈਕਸਟ ਹੈਗਾ 162 ਪ੍ਰੋਸੀਜਰ ਔਨ ਅਪੀਲ। ਜਦੋਂ ਕੋਈ ਡਾਕੂਮੈਂਟ ਹੈ ਜਿਹੜਾ ਰਿਫਿਊਜ਼ ਕਰ ਦਿੱਤਾ ਜਾਂਦਾ ਹੈ ਸਬ ਰਜਿਸਟਰਾਰ ਵੱਲੋਂ, ਬੁੱਕ ਨੰਬਰ 2 'ਚ ਦਰਜ ਕੀਤਾ ਜਾਂਦਾ ਹੈ, ਤਾਂ ਉਹਦੇ 'ਚ ਕੀ ਹੈ 30 ਦਿਨ ਦੇ ਅੰਦਰ ਪਾਰਟੀ ਕੰਸਰਨਡ ਪਾਰਟੀ ਜਿਹੜੀਆਂ ਹੈਗੀਆਂ ਨੇ ਜਿਹਨੇ ਕਲੇਮਿੰਗ ਕਰ ਰਹੀਆਂ ਉਸ ਡਾਕੂਮੈਂਟ ਦੇ ਅੰਦਰ, ਉਹ 30 ਦਿਨ ਦੇ ਅੰਦਰ ਰਜਿਸਟਰਾਰ ਦੇ ਆਫਿਸ ਦੇ ਵਿੱਚ ਜਾ ਕੇ ਉਸ ਦੀ ਕਾਪੀ ਲੈ ਕੇ, ਰਿਫਿਊਜ਼ਲ ਆਰਡਰ ਦੀ ਕਾਪੀ ਲੈ ਕੇ ਉਸਨੂੰ ਚੈਲੰਜ ਕਰ ਸਕਦੀਆਂ ਨੇ, ਅਪੀਲ ਫਾਈਲ ਕਰ ਸਕਦੀਆਂ ਨੇ, ਠੀਕ ਹੈ। ਫਿਰ 163 'ਚ ਹੈਗਾ ਐਪਲੀਕੇਸ਼ਨ ਫਾਰ ਦਾ ਕਾਪੀਜ਼ ਪ੍ਰੋਸੀਜਰ ਔਨ ਰਿਸੀਟ ਆਫ ਐਪਲੀਕੇਸ਼ਨ। ਨਕਲਾਂ ਲੈ ਸਕਦੇ ਆਪਾਂ ਐਜ਼ ਪਰ ਰੂਲ ਜੋ ਵੀ ਹੈਗੇ ਆ, ਉਹਨੂੰ ਕਾਪੀ ਚਾਹੀਦੀ ਆ ਉਹ ਅਪਲਾਈ ਕਰਦਾ ਹੈ। ਫਿਰ ਆ ਜਾਂਦਾ ਜੀ ਤੁਹਾਡਾ ਚੈਪਟਰ ਨੰਬਰ 6 ਪੀਰੀਓਡਿਕਲ ਰਿਟਰਨਸ ਮੰਥਲੀ। ਹਰ ਮਹੀਨੇ ਜਿਹੜਾ ਰਜਿਸਟਰੀ ਕਲਰਕ ਹੈਗਾ ਹਰ ਮਹੀਨੇ ਜਿੰਨੀਆਂ ਵੀ ਉਹਦੇ ਕੋਲ ਟ੍ਰਾਂਜੈਕਸ਼ਨ ਹੋਈਆਂ ਹੁੰਦੀਆਂ ਨੇ, ਜਿੰਨਾ ਵੀ ਵਰਕ ਕੀਤਾ ਹੋਇਆ ਹੁੰਦਾ ਹੈਗਾ, ਉਹਦੀ ਸਾਰੀ ਜਿਹੜੀ ਰਿਪੋਰਟ ਹੈਗੀ ਹੈ ਬਣਾ ਕੇ ਉਹਦੀਆਂ ਰਿਟਰਨਾਂ ਹੁੰਦੀਆਂ, ਰਿਟਰਨਾਂ ਦੇ ਜਿਹੜੇ ਪੇਜ ਨੇ ਪਿਛਲੇ ਪਾਸੇ ਲੱਗੇ ਹੋਏ ਆ ਇਸ ਬੁੱਕ ਦੇ, ਠੀਕ ਹੈ, ਉਹ ਰਿਟਰਨਾਂ ਭਰ ਕੇ ਹਰ ਮਹੀਨੇ, ਜਿਵੇਂ ਕਿ ਪ੍ਰੋਗਰੈਸ ਰਿਪੋਰਟ ਜਿਹੜੀ ਹਰ ਮੰਥਲੀ ਮੀਟਿੰਗਸ ਹੁੰਦੀਆਂ ਨੇ, ਠੀਕ ਹੈ, ਟੋਟਲ ਵਸੀਕੇ ਕਿੰਨੇ, ਵਾਅਦੇ ਕਿੰਨੇ ਹੋਏ ਨੇ, ਤਬਦੀਲ ਮਿਲਕੀਅਤ ਦੇ ਕਿੰਨੇ ਹੋਏ ਨੇ, ਵਸੀਤਾਂ ਕਿੰਨੀਆਂ ਹੋਈਆਂ ਨੇ, ਕਿੰਨੀ ਅਮਾਊਂਟ ਹੋਈ ਹੈ, ਪਿਛਲੇ ਸਾਲ ਕਿੰਨੀ ਸੀ, ਇਸ ਮਹੀਨੇ ਪਿਛਲੇ ਸਾਲ ਦੇ ਵਿੱਚ ਕੀ ਸੀ, ਇਸ ਮਹੀਨੇ ਕੀ ਫਰਕ ਪੈ ਗਿਆ, ਕਿੰਨੀ ਪ੍ਰੋਗਰੈਸ ਹੋਈ ਹੈ, ਘਟੀ ਹੈ ਜਾਂ ਵਧੀ ਹੈ, ਠੀਕ ਹੈ। ਇਹ ਰਿਟਰਨ ਹੁੰਦੀਆਂ ਨੇ ਜਿਹੜੀਆਂ ਭਰ ਕੇ ਹਰ ਮਹੀਨੇ ਇਸ ਰਜਿਸਟਰਿੰਗ ਆਫੀਸਰ ਵੱਲੋਂ ਰਜਿਸਟਰਾਰ ਨੂੰ ਭੇਜੀਆਂ ਜਾਂਦੀਆਂ ਨੇ। ਫਿਰ ਡਿਸਟ੍ਰਿਕਟ ਪੱਧਰ 'ਤੇ ਮੀਟਿੰਗਸ ਹੁੰਦੀਆਂ ਨੇ, ਫਿਰ ਸਟੇਟ ਲੈਵਲ 'ਤੇ ਜਿਹੜੀ ਹੈਗੀ ਇਹਦੀ ਉਹ ਬਣਦੀ ਹੈਗੀ ਟੋਟਲ ਵੀ ਕਿੰਨੀ ਕੰਸੈਸ਼ਨ ਸਰਕਾਰ ਨੂੰ ਕਿੰਨਾ ਆਮਦਨ ਹੋਣ ਵਾਲੀ ਹੈਗੀ ਹੈ, ਟੋਟਲ ਡਾਟਾ ਬਣਦਾ ਹੈ। ਇਹਦੇ ਆਧਾਰ 'ਤੇ ਫਿਰ ਅੱਗੇ ਸਰਕਾਰ ਦੇ ਜਿਹੜੇ ਬਜਟ ਹੁੰਦੇ ਆ, ਪਲੈਨਿੰਗਸ ਬਣਦੀਆਂ ਹੁੰਦੀਆਂ ਨੇ। ਰਿਟਰਨਾਂ ਹੁੰਦੀਆਂ ਨੇ, 2-3 ਰਿਟਰਨ ਹੁੰਦੀਆਂ ਨੇ। ਰਿਟਰਨ ਨੰਬਰ 1 ਹੈ, ਰਿਟਰਨ ਨੰਬਰ 2 ਹੈ। ਰਿਟਰਨ ਨੰਬਰ 1 'ਚ ਕੀ ਹੁੰਦਾ? ਐਬਸਟ੍ਰੈਕਟ ਸਟੇਟਮੈਂਟ ਸ਼ੋਇੰਗ ਦਾ ਟ੍ਰਾਂਜੈਕਸ਼ਨਸ ਆਫ ਦਾ ਮੰਥ, ਮਹੀਨੇ 'ਚ ਕਿੰਨੀਆਂ ਟ੍ਰਾਂਜੈਕਸ਼ਨ ਹੋਈਆਂ ਨੇ। ਫਿਰ ਰਿਟਰਨ ਨੰਬਰ 2 ਦੇ ਵਿੱਚ ਕੀ ਹੁੰਦਾ? ਸਟੇਟਮੈਂਟ ਹੁੰਦੀ ਹੈ ਇਨਕਮ ਐਂਡ ਐਕਸਪੈਂਡੀਚਰ ਆਫ ਦਾ ਮੰਥ, ਮਹੀਨੇ ਦੇ ਵਿੱਚ ਕਿੰਨਾ ਤੁਹਾਡਾ ਖਰਚ ਹੋ ਰਿਹਾ ਤੇ ਤੁਹਾਨੂੰ ਕਿੰਨੀ ਇਨਕਮ ਹੋ ਰਹੀ ਹੈ। ਰਿਟਰਨ ਨੰਬਰ 3 'ਚ ਕੀ ਹੁੰਦਾ? ਡੇਲੀ ਰਿਕਾਰਡ ਆਫ ਟ੍ਰਾਂਜੈਕਸ਼ਨਸ, ਉਹ ਦਰਜ ਕੀਤਾ ਜਾਂਦਾ ਹੈ। ਜਿਹੜੀ ਰਿਟਰਨ ਨੰਬਰ 3 ਹੈ ਇਟ ਇਜ਼ ਇੰਪੋਰਟੈਂਟ ਹੈਗੀ ਹੈ। ਟ੍ਰਾਂਜੈਕਸ਼ਨਸ ਟੂ ਬੀ ਰਿਕਾਰਡਡ ਇਨ ਰਿਟਰਨ ਨੰਬਰ 3 ਆਰ ਦਾ ਫੋਲੋਇੰਗ। ਬੁੱਕ ਨੰਬਰ 1 ਦੇ ਵਿੱਚ, ਬੁੱਕ ਨੰਬਰ 3 ਦੇ ਵਿੱਚ, ਬੁੱਕ ਨੰਬਰ 4 ਦੇ ਵਿੱਚ ਜਿੰਨੀ ਵੀ ਤੁਸੀਂ ਟ੍ਰਾਂਜੈਕਸ਼ਨ ਦਰਜ ਕੀਤੀਆਂ ਹੁੰਦੀਆਂ ਨੇ ਉਹ ਸਾਰੀਆਂ ਰਿਟਰਨ ਨੰਬਰ 3 ਦੇ ਵਿੱਚ ਭਰੀਆਂ ਜਾਂਦੀਆਂ ਨੇ। ਫਾਈਲਿੰਗ ਕਾਪੀਜ਼ ਆਫ ਦਾ ਮੈਮੋਰੈਂਡਮ ਰਿਸੀਵਡ ਫਰੋਮ ਦਾ ਅਦਰ ਆਫਿਸਰਸ, ਜਿਹੜੇ ਹੋਰ ਬਾਹਰਲਿਆਂ ਜ਼ਿਲ੍ਹਿਆਂ ਦੇ ਵਿੱਚੋਂ ਕੋਈ ਤੁਹਾਡੇ ਕੋਲੇ ਮੈਮੋਰੈਂਡਮ ਆਉਂਦੇ ਆ, ਠੀਕ ਹੈ, ਉਹ ਵੀ ਇਸੇ ਰਿਟਰਨ ਨੰਬਰ 3 ਦਰਜ ਕੀਤੇ ਜਾਂਦੇ ਨੇ। ਰਿਫਿਊਜ਼ਲ ਆਰਡਰ ਵੀ ਇਹਦੇ ਵਿੱਚ ਦਰਜ ਕੀਤੇ ਜਾਂਦੇ ਨੇ। ਅਥੈਂਟੀਕੇਸ਼ਨ ਔਰ ਅਟਾਰਨੀ ਅਸੀਂ ਵੈਰੀਫਾਈ ਕਰਦੇ ਹਾਂ, ਉਹ ਵੀ ਦਰਜ ਕੀਤੇ ਜਾਂਦੇ ਨੇ। ਦੈਨ 170 ਆ ਜਾਂਦਾ when a copy or memorandum is filed
ਜਦੋਂ ਸਾਡੇ ਕੋਲੇ ਕੋਈ ਕਾਪੀ ਕਿਸੇ ਬਾਹਰਲੇ ਜ਼ਿਲ੍ਹੇ ਦੇ ਵਿੱਚੋਂ ਕਿਸੇ ਸਬ ਰਜਿਸਟਰਾਰ ਵੱਲੋਂ ਤੁਹਾਡੇ ਪਿੰਡ ਦੀ ਕਿਸੇ ਲੈਂਡ ਦੇ ਰਿਗਾਰਡਿੰਗ ਕੋਈ ਪਰਚਾ ਜਾਂ ਆਉਂਦਾ ਹੈਗਾ, ਠੀਕ ਹੈ, ਤਾਂ ਬੁੱਕ ਨੰਬਰ 1 ਦੀ ਜਿਹੜੀ ਸਪਲੀਮੈਂਟਰੀ ਬੁੱਕ ਹੁੰਦੀ ਹੈ ਤੁਹਾਡੇ ਵੱਲੋਂ ਉਹਦੇ 'ਚ ਦਰਜ ਕੀਤਾ ਜਾਂਦਾ ਹੈ। ਮੈਨੇ ਕਾਪੀ ਮੈਮੋਰੈਂਡਮ ਫਾਈਲਡ, ਮੈਨੇ ਕਾਪੀ, ਇਹ ਵੀ ਰਿਟਰਨ ਨੰਬਰ 3 ਦੇ ਵਿੱਚ ਜਿਹੜਾ ਰਿਪੋਰਟ ਹੈ ਇਹਦੀ ਵੀ ਜਾਂਦੀ ਹੈ ਨਾਲ ਦੀ ਨਾਲ। ਮਤਲਬ ਸਪਲੀਮੈਂਟਰੀ ਬੁੱਕ ਦਾ ਜਿਹੜਾ ਸਾਰਾ ਰਿਕਾਰਡ ਹੈ ਉਹ ਵੀ ਨਾਲ ਨਾਲ ਜਾਂਦਾ ਹੈਗਾ ਰਿਟਰਨ ਨੰਬਰ 3 ਦੇ ਵਿੱਚ। ਫਿਰ 171 'ਚ ਕੀ ਹੈ, ਵੈਨ ਰਜਿਸਟਰਡ ਰਿਫਿਊਜ਼ਲ, ਜਿਹੜੇ ਸਾਡੇ ਕੋਲ ਕੋਈ ਡਾਕੂਮੈਂਟ ਰਿਫਿਊਜ਼ ਕੀਤੇ ਜਾਂਦੇ ਨੇ, ਠੀਕ ਹੈ, ਉਹਦਾ ਜਿਹੜਾ ਵੇਰਵਾ ਸਾਰਾ ਕਿਹੜੀ ਬੁੱਕ ਦੇ ਵਿੱਚ ਕਿੱਥੇ ਕਿੱਥੇ ਦਰਜ ਕੀਤਾ, ਕਿਹੜੀ ਤਰੀਕ ਨੂੰ ਰਿਫਿਊਜ਼ਲ ਕੀਤੀ ਗਈ ਸੀ, ਉਹਦਾ ਸਾਰਾ ਵੇਰਵਾ ਰਿਟਰਨ ਨੰਬਰ 3 ਦੇ ਵਿੱਚ ਭੇਜਿਆ ਜਾਂਦਾ ਹੈ ਸਾਡੇ ਵੱਲੋਂ। 172 'ਚ ਕੀ ਹੈਗਾ, ਵੈਨ ਏ ਪਾਵਰ ਅਟਾਰਨੀ ਇਜ਼ ਅਥੈਂਟੀਕੇਟਡ, ਸਾਡੇ ਕੋਲ ਕੋਈ ਪਾਵਰ ਅਟਾਰਨੀ ਆਈ ਹੈ ਵੈਰੀਫਿਕੇਸ਼ਨ ਦੇ ਲਈ, ਉਹਦਾ ਵੇਰਵਾ ਵੀ ਅਸੀਂ ਰਿਟਰਨ ਨੰਬਰ 3 ਦੇ ਵਿੱਚ ਭੇਜਦੇ ਹਾਂ। ਜਦੋਂ ਰਿਟਰਨਾਂ ਇਹ ਭੇਜੀਆਂ ਜਾਂਦੀਆਂ ਸਾਰੀਆਂ ਇਹ ਰਜਿਸਟਰ ਆਫਿਸ 'ਚ ਚਲੀ ਜਾਂਦੀਆਂ ਨੇ। ਫਿਰ ਰਜਿਸਟਰ ਆਫਿਸ ਦੇ ਵਿੱਚ ਕੀ ਹੈਗਾ, HRC ਦੀ ਪੋਸਟ ਹੁੰਦੀ ਹੈ, HRC ਇਹ ਸਾਰੀਆਂ ਜਿੰਨੀਆਂ ਰਿਟਰਨਾਂ ਸਬ ਰਜਿਸਟਰਾਰਾਂ ਵੱਲੋਂ ਭੇਜੀਆਂ ਗਈਆਂ ਨੇ, ਸਬ ਰਜਿਸਟਰਾਰ ਜਾਂ ਜੁਆਇੰਟ ਸਬ ਰਜਿਸਟਰਾਰ ਭੇਜੀਆਂ ਜਾਂਦੀਆਂ ਨੇ, ਉਹ ਸਾਰਿਆਂ ਦੀ ਸਕਰੂਟਨੀ ਕਰਦੇ ਆ। ਸਕਰੂਟਨੀ ਕਰਕੇ ਫਿਰ ਜਿਹੜੀ ਹੈਗੀ ਹੈ ਇਹਨੂੰ ਮੀਟਿੰਗ ਵਿੱਚ ਵਿਚਾਰਿਆ ਜਾਂਦਾ ਹੈ। ਮੀਟਿੰਗ ਵਿਚਾਰ ਕੇ ਜਿਹੜੀਆਂ ਫਿਰ ਸਾਰੀਆਂ ਰਿਟਰਨਾਂ ਹੈਗੀਆਂ ਨੇ ਇਹ ਰਜਿਸਟਰਾਰ ਦੇ ਵੱਲੋਂ ਇਹ IG ਨੂੰ ਭੇਜੀਆਂ ਜਾਂਦੀਆਂ ਨੇ, ਇੰਸਪੈਕਟਰ ਜਨਰਲ ਜਾਂ ਉਹਨੂੰ ਭੇਜ ਦਿੱਤੀਆਂ ਜਾਂਦੀਆਂ ਨੇ। ਉੱਥੇ ਜਾ ਕੇ ਸਟੇਟ ਲੈਵਲ ਦੇ ਉੱਪਰ ਪੂਰੀ ਜਿਹੜੀ ਹੈਗੀ ਹੈ ਡਾਟਾ ਤਿਆਰ ਹੋ ਜਾਂਦਾ ਹੈ। 180 'ਚ ਕੀ ਹੈਗਾ, ਮੰਥਲੀ ਰਿਟਰਨਸ ਆਫ ਦਾ ਰਜਿਸਟਰਾਰਸ, ਐਵਰੀ ਰਜਿਸਟਰਾਰ ਸ਼ੁੱਡ ਸਬਮਿਟ ਇਨ ਇੰਗਲਿਸ਼ ਟੂ ਦਾ ਆਫਿਸ ਆਫ ਦਾ IG of receiving a monthly statement of the receipts under head 9। ਮਤਲਬ ਸਾਰੀਆਂ ਜਿਹੜੀਆਂ ਰਜਿਸਟਰਾਰ ਵੱਲੋਂ ਜਿਹੜੀਆਂ ਫਿਰ ਇਹ ਰਿਟਰਨਾਂ ਨੇ IG ਨੂੰ ਭੇਜ ਦਿੱਤੀਆਂ ਜਾਂਦੀਆਂ ਨੇ। then 182 'ਚ ਕੀ ਹੈ, ਡਿਸਟ੍ਰਿਕਟ ਰਿਟਰਨਸ ਟੂ ਅਕਾਰਡ ਵਿਦ ਈਚ ਅਦਰ, ਇਹ ਕਹਿੰਦੇ ਜਿਹੜੇ ਤੁਸੀਂ ਵਸੀਕੇ ਕੀਤੇ ਨੇ, ਠੀਕ ਹੈ, 1 ਮਹੀਨੇ 'ਚ ਕਿੰਨੇ ਤੁਸੀਂ ਵਸੀਕੇ ਕਰਦੇ, ਕਿੰਨੀ ਤੁਹਾਡੇ ਕੋਲ ਆਮਦਨ ਬਣੀ, ਕਿਹੜੇ ਹੈਡ ਦੇ ਵਿੱਚ ਤੁਹਾਡੀ ਕਿੰਨੀ ਆਮਦਨ ਹੋਈ, ਕਿਹੜੇ ਹੈਡ 'ਚ ਤੁਹਾਡੀ ਕਿੰਨੀ ਆਮਦਨ ਹੋਈ। ਫਿਰ ਇਸ ਨੂੰ ਵੈਰੀਫਾਈ ਕਰਨ ਦੇ ਲਈ ਵੀ ਬਾਕੀ ਇਹ ਹੁਣ ਤਾਂ ਦੇਖੋ ਸਿਸਟਮ ਥੋੜਾ ਚੇਂਜ ਹੋ ਗਿਆ, ਪਰ ਇਹਦੇ ਵਿੱਚ ਕੀ ਕੀਤਾ ਗਿਆ, ਇਹਦੇ ਵਿੱਚ ਦੱਸਿਆ ਗਿਆ ਸਾਨੂੰ ਵੀ ਕੀ ਤੁਸੀਂ ਖਜ਼ਾਨੇ ਦੇ ਨਾਲ ਵੀ ਇਹਨੂੰ ਮਿਲਾਨ ਕਰਨਾ ਹੈ ਵੀ ਕਿਹੜੇ ਹੈਡ ਦੇ ਵਿੱਚ ਤੁਹਾਡੇ ਕੋਲੇ ਕਿੰਨੇ ਪੈਸੇ ਜਮ੍ਹਾਂ ਹੋਏ ਨੇ, ਤੁਹਾਡੀ ਰਿਟਰਨ ਕੀ ਕਹਿੰਦੀ ਹੈ ਵੀ ਇੰਨੀ ਅਮਾਊਂਟ ਬਣਦੀ ਹੈ, ਕੀ ਖਜ਼ਾਨੇ ਦੇ ਵਿੱਚ ਇੰਨੀ ਅਮਾਊਂਟ ਉਸ ਹੈਡ ਦੇ ਅਧੀਨ ਜਮ੍ਹਾਂ ਹੋਈ ਹੈ ਇਸ ਮਹੀਨੇ ਦੇ ਵਿੱਚ। ਇਹ ਜਿਹੜਾ ਹੈਗਾ ਖਜ਼ਾਨੇ ਦਫ਼ਤਰ ਦੇ ਨਾਲ ਨਾਲ ਰੀਕਨਸੀਲੀਏਸ਼ਨ ਕੀਤੀ ਜਾਂਦੀ ਹੈ, ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਕਿ ਬਾਕੀ ਕਿਤੇ ਕੋਈ ਫਰਾਡ ਤਾਂ ਨਹੀਂ ਹੋਇਆ, ਕਿਤੇ ਕੋਈ, ਇਹ ਪਹਿਲਾਂ ਦੀ ਗੱਲ ਹੈ। ਹੁਣ ਤਾਂ ਦੇਖੋ ਹੁਣ ਸਟਾਕ ਹੋਲਡਿੰਗ ਕਾਰਪੋਰੇਸ਼ਨ ਕੋਲ ਇਹ ਕੰਮ ਸਾਰਾ, ਸਟਾਕ ਹੋਲਡਿੰਗ ਕਾਰਪੋਰੇਸ਼ਨ ਮਤਲਬ ਕਿ ਮੇਨਟੇਨ ਕਰਦੀ ਹੈ ਸਟੈਂਪ ਡਿਊਟੀਜ਼ ਵਗੈਰਾ ਨੂੰ, ਉਹਨਾਂ ਵੱਲੋਂ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਨੇ। ਪਹਿਲਾਂ ਇਹ ਇਸ ਕਰਕੇ ਖਜ਼ਾਨਾ ਦਫ਼ਤਰ ਦੇ ਨਾਲ ਵੈਰੀਫਿਕੇਸ਼ਨ ਹੁੰਦੀ ਸੀ ਵੀ ਕਿ ਖਜ਼ਾਨਾ ਦਫ਼ਤਰ ਵੱਲੋਂ ਵਾਕਈ ਇਹ ਜਿਹੜੇ ਸਟੈਂਪ ਹੈਗੇ ਆ, ਜਿੰਨੇ ਸਾਡਾ ਰਿਕਾਰਡ ਦੱਸਦਾ ਵੀ ਇੰਨੇ ਸਟੈਂਪ ਸੇਲ ਹੋਏ ਜਾਂ ਨਹੀਂ ਹੋਏ। ਜਿਹਨੇ ਚੈਪਟਰ 7 ਹੈ ਲੈਂਗੁਏਜ ਦੇ ਨਾਲ ਸੰਬੰਧਿਤ ਹੈ। ਲੈਂਗੁਏਜ ਤਾਂ ਦੇਖੋ ਜਿਹੜੀ ਵਰਨੀਕੋਲਰ ਲੈਂਗੁਏਜ ਉਸ ਇਲਾਕੇ ਦੀ ਹੈਗੀ ਹੈ ਉਹੀ ਯੂਜ਼ ਕੀਤੀ ਜਾਂਦੀ ਹੈ। ਜਿਵੇਂ ਪੰਜਾਬ ਹੈ, ਪੰਜਾਬ 'ਚ ਅਸੀਂ ਪੰਜਾਬੀ ਲੈਂਗੁਏਜ ਯੂਜ਼ ਕਰਦੇ ਹਾਂ, ਪਰ ਕਿਤੇ ਜੇ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਜੇ ਕੋਈ ਦੂਜੀ ਲੈਂਗੁਏਜ ਹੁੰਦੀ ਤਾਂ ਅਸੀਂ ਉਹਦੀ ਟ੍ਰਾਂਸਲੇਸ਼ਨ ਕਾਪੀ ਜਿਹੜੀ ਹੈਗੀ ਹੈ ਉਹ ਨਾਲ ਲਗਾਉਂਦੇ ਹੈਗੇ ਹਾਂ। ਟੈਰੀਟੋਰੀਅਲ ਡਿਵੀਜ਼ਨ ਦੀ ਗੱਲ ਕੀਤੀ ਗਈ ਹੈ 187 ਦੇ ਵਿੱਚ। ਪੂਰੇ ਪੰਜਾਬ ਨੂੰ ਟੈਰੀਟੋਰੀਅਲ ਡਿਵੀਜ਼ਨ 'ਚ ਵੰਡਿਆ ਗਿਆ ਹੁੰਦਾ ਹੈ, ਸਬ ਰਜਿਸਟਰਾਰ ਆਫਿਸ, ਠੀਕ ਹੈ, ਤਹਿਸੀਲਾਂ ਦੇ ਵਿੱਚ ਵੰਡਿਆ ਗਿਆ, ਸਬ ਤਹਿਸੀਲਾਂ 'ਚ ਵੰਡਿਆ ਗਿਆ। ਫਿਰ ਫਾਈਨ ਦੀ ਗੱਲ ਕੀਤੀ ਹੈ, ਜਿਹੜਾ ਫਾਈਨ ਹੈਗਾ ਫਾਈਨ 188 ਦੇ ਵਿੱਚ, ਫਾਈਨਸ ਫਾਰ ਡਿਲੇ ਇਨ ਪ੍ਰੈਜ਼ੈਂਟਿੰਗ ਔਰ ਇਨ ਅਪੀਅਰੈਂਸ, ਜਦੋਂ ਕੋਈ ਡਾਕੂਮੈਂਟ ਸਮੇਂ ਦੇ ਅੰਦਰ ਨਿਰਧਾਰਤ ਸਮੇਂ ਦੇ ਅੰਦਰ ਪੇਸ਼ ਨਹੀਂ ਕੀਤਾ ਜਾਂਦਾ ਤਾਂ ਉਹ ਡਾਕੂਮੈਂਟ ਜਿਹੜਾ ਹੈਗਾ ਉਹਦੀ ਜਿਹੜੀ ਅਰਜੀ ਐਪਲੀਕੇਸ਼ਨ ਹੈ ਬਾਅਦ 'ਚ ਪੇਸ਼ ਕੀਤਾ ਜਾਂਦਾ ਹੈ, ਤਾਂ ਉਹ ਜਿਹੜਾ ਡਾਕੂਮੈਂਟ ਹੈ ਰਜਿਸਟਰ ਸਬ ਰਜਿਸਟਰਾਰ ਵੱਲੋਂ ਰਜਿਸਟਰਾਰ ਨੂੰ ਫਾਰਵਰਡ ਕੀਤਾ ਜਾਂਦਾ ਹੈ। ਰਜਿਸਟਰਾਰ ਵੱਲੋਂ ਫਿਰ ਆਹ ਜਿਹੜਾ ਕਿ ਲਿਸਟ ਬਣੀ ਗਈ ਹੈ, ਦੇਖੋ ਜੇ ਇੱਕ ਡਾਕੂਮੈਂਟ ਇੱਕ ਮਹੀਨੇ ਦੇ ਅੰਦਰ ਅੰਦਰ ਪੇਸ਼ ਕੀਤਾ ਗਿਆ ਹੋਵੇ ਤਾਂ ਦੋ ਗੁਣਾ ਜਿਹੜੀ ਫੀਸ ਹੈ ਉਹ ਲਗਾਈ ਜਾਂਦੀ ਹੈ ਐਜ਼ ਪੈਨਲਟੀ। ਇਹ ਡਾਕੂਮੈਂਟ ਹੈਗਾ ਜਿਹੜਾ 1 ਤੋਂ 2 ਮਹੀਨੇ ਦੇ ਵਿੱਚ ਪੇਸ਼ ਕੀਤਾ ਗਿਆ ਹੋਵੇ, ਫਾਲਤੂ ਸਮੇਂ ਦੇ ਵਿੱਚ ਜਿਹੜਾ ਨਿਰਧਾਰਤ ਸਮਾਂ ਲੰਘਣ ਤੋਂ ਬਾਅਦ, ਤਾਂ 3 ਟਾਈਮਸ ਜਿਹੜੀ ਫੀਸ ਹੈ ਉਹ ਐਜ਼ ਏ ਪੈਨਲਟੀ ਲਗਾਈ ਜਾਂਦੀ ਹੈ। ਜੇ 2 ਤੋਂ 3 ਮਹੀਨੇ ਦੇ ਵਿਚਕਾਰ ਪੇਸ਼ ਕੀਤਾ ਗਿਆ ਹੋਵੇ ਤਾਂ ਜਿਹੜੀ ਫੀਸ ਹੈ 6 ਟਾਈਮ ਲਗਾ ਦਿੱਤੀ ਜਾਂਦੀ ਹੈ। ਜੇ 3 ਮਹੀਨੇ ਤੋਂ ਬਾਅਦ ਕੀਤਾ ਗਿਆ ਹੋਵੇ ਤਾਂ ਜਿਹੜੀ ਫੀਸ ਹੈ 10 ਟਾਈਮ ਲਗਾਈ ਜਾ ਸਕਦੀ ਹੈ, ਪਰ 4 ਮਹੀਨੇ ਤੋਂ ਬਾਅਦ ਸਮਾਂ ਜਿਹੜਾ ਹੈਗਾ ਨਹੀਂ ਦਿੱਤਾ ਜਾਂਦਾ। 189 ਜਾਊ ਸਰ ਉਹ ਚ ਸਟਾਮ ਜਮਾ ਹੁੰਦਾ ਵੀ ਹਾਂਜੀ, ਫਾਈਨ ਜਿਹੜੇ ਪੈਨਲਟੀ ਜਾਂ ਫਾਈਨਸ ਹੈਗੇ ਉਸੇ ਹੈਡ ਦੇ ਵਿੱਚ ਜਾਣਗੇ ਸੇਮ। ਇਹ ਰਜਿਸਟ੍ਰੇਸ਼ਨ ਫੀਸ ਦੇ ਵਿੱਚ ਲੱਗਦਾ ਹੈ,
When a fine should be levied for delay in appearance, when a document ਇਹ ਹੈਗਾ section 189 ਨਾ ਪੈਰਾ 189 ਇਹ section 1 section 23 36 ਦੇ ਨਾਲ relevant ਹੈਗੇ ਆ related ਹੈਗੇ ਆ when a document has been presented under section 23 of the act within 4 months from the date of its execution, ठीक है, the presenter must take action under section 36 of the act to secure the presence of the executant before the lapse of the full period of the 4 times। 4 ਮਹੀਨੇ ਦੇ ਅੰਦਰ ਪੇਸ਼ ਕਰਨਾ ਹੁੰਦਾ, ਜੇ 4 ਮਹੀਨੇ ਤੋਂ ਬਾਅਦ ਪੇਸ਼ ਕਰਦਾ ਕੋਈ ਤਾਂ ਜਿਹੜੀ ਹੈਗੀ ਹੈ ਜਿਹੜੀ ਫੀਸ ਹੈ ਜੁਰਮਾਨਾ ਹੈਗਾ ਉਹ ਭਰਿਆ ਜਾ ਸਕਦਾ ਹੈ। ਫਿਰ 190 ਦੇ ਵਿੱਚ ਕੀ ਕਿਹਾ ਗਿਆ, ਰਿਮਿਸ਼ਨ ਆਫ ਦਾ ਫਾਈਨ। ਜੇ ਕਿਸੇ ਪਾਰਟੀ ਨੂੰ ਫਾਈਨ ਲੱਗ ਗਿਆ ਤਾਂ ਪਾਰਟੀ ਨੂੰ ਲੱਗਦਾ ਵੀ ਮੈਨੂੰ ਜਿਹੜਾ ਫਾਈਨ ਹੈ ਗਲਤ ਲਗਾਇਆ ਗਿਆ ਹੈਗਾ, ਆਪਦੇ ਕੋਈ ਫੈਕਟਸ ਦੱਸਦੇ ਹੋਏ ਤਾਂ ਜਿਹੜੀ ਹੈਗੀ ਆ ਉਹਨੂੰ ਆਈਜੀ ਵੱਲੋਂ ਜਿਹੜੀ ਹੈਗੀ ਹੈ ਫੀਸ ਅੰਡਰ ਸੈਕਸ਼ਨ 70 ਜਿਹੜੀ ਹੈਗੀ ਹੈ, ਜੇ ਕੋਈ ਉਹਦਾ ਜੈਨੂਨ ਉਹਦੇ ਕੋਲੇ ਕੋਈ ਪੁਆਇੰਟ ਹੈਗਾ ਤਾਂ ਜਿਹੜੀ ਫੀਸ ਹੈ ਮਾਫੀ ਕੀਤੀ ਜਾ ਸਕਦੀ ਹੈ। 191 ਦੇ ਵਿੱਚ ਕੀ ਹੈ, ਰਿਫੰਡ ਆਫ ਰਜਿਸਟ੍ਰੇਸ਼ਨ ਫੀਸ ਐਂਡ ਕਾਪਿੰਗ ਫੀਸ। ਜੇ ਕਿਸੇ ਕਾਰਨ ਜਿਹੜਾ ਡਾਕੂਮੈਂਟ ਹੈਗਾ ਨਹੀਂ ਹੋਇਆ, the local government has delegated to the registrar powers to sanction the refunds of the registration and copying fees on account of excess collection। ਜੇ ਕਿਤੇ ਕਿਸੇ ਕੋਲ ਜ਼ਿਆਦਾ ਭਰੀ ਗਈ ਤਾਂ ਰਜਿਸਟਰ ਕੋਲੇ ਪਾਵਰਾਂ ਦਿੱਤੀਆਂ ਗਈਆਂ ਸਰਕਾਰ ਵੱਲੋਂ, ਤਾਂ ਰਜਿਸਟਰ ਜਿਹੜਾ ਹੈ ਰਿਫੰਡ ਕਰ ਸਕਦੇ ਨੇ। ਪ੍ਰੋਸੀਕਿਊਸ਼ਨ ਦੀ ਗੱਲ ਕੀਤੀ ਹੈ, ਪ੍ਰੋਸੀਕਿਊਸ਼ਨ ਸਜ਼ਾ, ਕਿਸੇ ਖਿਲਾਫ ਕ੍ਰਿਮੀਨਲ ਕਾਰਵਾਈ ਕਰਨਾ 192 ਦੇ ਵਿੱਚ ਹੈਗਾ। ਰਿਪੋਰਟਸ ਆਪਾਂ ਪੜ੍ਹਿਆ ਵੀ ਸੀਗਾ ਸੈਕਸ਼ਨ ਮੇਰੇ ਖਿਆਲ ਹੈ 63 ਸੀਗਾ ਇਹਦੇ ਰਿਗਾਰਡਿੰਗ ਫੁੱਲ ਰਿਪੋਰਟਸ ਆਫ ਦਾ ਪ੍ਰੋਸੀਕਿਊਸ਼ਨ। ਜਿੱਥੇ ਵੀ ਕਿਤੇ ਕੋਈ ਕ੍ਰਿਮੀਨਲ ਕਾਰਵਾਈ ਕੀਤੀ ਗਈ ਹੋਵੇ ਕਿਸੇ ਵਿਅਕਤੀ ਦੇ ਖਿਲਾਫ, ਠੀਕ ਹੈ ਜੀ, ਉਹਦੀ ਜਿਹੜੀ ਰਿਪੋਰਟ ਹੈਗੀ ਹੈ ਉਹ ਵੀ ਆਈਜੀ ਨੂੰ ਭੇਜੀ ਜਾਂਦੀ ਹੈ। ਫਿਰ 193 ਹੈ, ਓਥ ਦੀ ਗੱਲ ਕੀਤੀ ਗਈ ਵੀ ਜੇ ਕਿਤੇ ਜ਼ਰੂਰਤ ਪਵੇ ਤਾਂ ਹੀ ਤੁਸੀਂ ਸਹੁੰ ਚੁਕਵਾ ਕੇ ਕੋਈ ਜਿਹੜੀ ਕਾਰਵਾਈ ਕਿਤੇ ਜ਼ਰੂਰਤ ਪੈਂਦੀ ਹੈ ਤਦੀ ਲੈ ਸਕਦੇ ਹੋ। ਇਹਨਾਂ ਰੂਟੀਨ ਜਿਹੜੀ ਸਹੁੰ ਦੀ ਗੱਲ ਨਹੀਂ ਯੂਟੀਲਾਈਜ਼ ਹੋਣੀ ਚਾਹੀਦੀ। ਸੈਕਸ਼ਨ 63 ਦੇ ਵਿੱਚ ਵੀ ਵੇਰਵਾ ਦਿੱਤਾ ਗਿਆ, ਡਿਸਕ੍ਰਿਸ਼ਨ ਵੈਸਟਡ ਇਨ ਦ ਰਜਿਸਟਰਿੰਗ ਆਫਿਸਰ by section 63 of the act should be used with reserve and oath। ਅਸੀਂ ਕਿਸੇ ਨੂੰ ਸਹੁੰ ਚੁਕਾ ਕੇ ਵੀ ਕੋਈ ਐਕਸੈਪਸ਼ਨਲ ਕੇਸਿਸ ਦੇ ਵਿੱਚ ਹੀ ਕਿਸੇ ਨੂੰ ਕੋਈ ਸਹੁੰ ਚੁਕਵਾ ਕੇ ਕੋਈ ਗੱਲ ਪੁੱਛ ਸਕਦੇ ਹਾਂ, ਸਟੇਟਮੈਂਟ ਲੈ ਸਕਦੇ ਹਾਂ। ਜਿਹੜੀ ਸਟੇਟਮੈਂਟ ਹੁੰਦੀ ਹੈ ਇਹ ਡਾਕੂਮੈਂਟ ਦੇ ਉੱਪਰ ਨਹੀਂ ਕਹਿੰਦੇ ਰਿਕਾਰਡ ਕੀਤੀ ਜਾਂਦੀ, ਵੱਖਰੇ ਪੇਪਰ ਦੇ ਉੱਪਰ ਜਿਹੜੀ ਹੈਗੀ ਹੈ ਸਟੇਟਮੈਂਟ ਰਿਕਾਰਡ ਕਰਦੇ ਹੈਗੇ ਆ। ਦੈਨ ਸੀਲ ਮੋਹਰਾਂ ਬਾਰੇ ਗੱਲ ਕੀਤੀ ਗਿਆ 196 ਦੇ ਵਿੱਚ ਜਿਹੜੀਆਂ ਸਟੈਂਪ ਹੁੰਦੀਆਂ ਨੇ ਆਪਣੇ ਦਫ਼ਤਰਾਂ 'ਚ ਸਟੈਂਪਾਂ ਹੁੰਦੀਆਂ ਨੇ, ਜੇ ਕਿਤੇ ਸਟੈਂਪਾਂ ਖਰਾਬ ਹੋ ਜਾਣ ਤਾਂ ਕਹਿੰਦੇ ਉਹ ਜਿਹੜੀਆਂ ਹੈਗੀਆਂ ਨੇ ਸਟੈਂਪਾਂ ਆਈਜੀ ਆਫਿਸ ਨੂੰ ਭੇਜਣੀਆਂ ਹੁੰਦੀਆਂ ਨੇ। ਸਪਲਾਈ ਐਂਡ ਰਿਨਿਊਅਲ ਆਫ ਦਾ ਸੀਲਸ, ਸਟਾਕ ਬੁੱਕਸ ਵੀ ਲੱਗੀ ਹੋਈ ਹੁੰਦੀ ਹੈ। ਜਿਹੜਾ ਸਟਾਕ ਸਾਡੇ ਦਫ਼ਤਰ ਦੇ ਵਿੱਚ ਹੁੰਦਾ ਹੈ ਉਹਦਾ ਜਿਹੜਾ ਵੇਰਵਾ ਹੁੰਦਾ ਸਟਾਕ ਰਜਿਸਟਰ 'ਚ ਦਰਜ ਕੀਤਾ ਜਾਂਦਾ ਹੈ। ਸਟਾਕ ਬੁੱਕ ਆਫ ਦਾ ਆਫਿਸ ਫਰਨੀਚਰ, ਐਨੂਅਲ ਰਿਪੋਰਟ ਰਿਗਾਰਡਿੰਗ ਦਾ ਵੈਰੀਫਿਕੇਸ਼ਨ ਆਫ ਦਾ ਸਟਾਕ, ਇਹ ਕੁਛ ਨਹੀਂ ਹੈਗਾ। ਨੈਕਸਟ ਆ ਜਾਂਦਾ ਇੰਸਪੈਕਸ਼ਨ ਆਫ ਦਾ ਆਫਿਸਰਸ 201 correspondence registrar with inspector general। ਇੱਥੇ ਕਿਹਾ ਗਿਆ ਵੀ ਜਿਹੜਾ ਸਬ ਰਜਿਸਟਰਾਰ ਹੈਗਾ ਉਹ ਜਿਹੜੀ correspondence ਹੈ ਉਹ ਮਤਲਬ ਕਿ ਨਹੀਂ ਸਿੱਧੀ ਕਰੇਗਾ ਆਈ ਦੇ ਨਾਲ ਜਿਹੜੀ correspondence ਹੈਗੀ ਹੈ ਉਹ ਚੱਲੇਗੀ ਰਜਿਸਟਰਾਰ ਦੀ correspondence ਹੋਏਗੀ, ਥਰੂ ਰਜਿਸਟਰਾਰ correspondence ਹੋਣੀ ਹੈ। correspondence between registrars and sub registrars, ਜਿੱਥੇ ਕਿਤੇ ਗੱਲ ਹੈਗੀ ਹੈ ਨਾਲ official correspondence between the registrar and sub registrar should ordinarily be in the form of the vernacular, ਮਤਲਬ ਕਿ ਪੰਜਾਬੀ ਲੈਂਗੁਏਜ ਹੋਏਗੀ। ਉੱਥੇ ਜਿਹੜੀ ਹੈਗੀ ਆ ਉੱਥੇ ਇੰਗਲਿਸ਼ 'ਚ ਹੋ ਸਕਦੀ ਹੈ ਉਹਨਾਂ ਦੀ ਆਪਸ ਦੇ ਵਿੱਚ, ਰਜਿਸਟਰਾਰ ਦੀ ਤੇ ਆਈਜੀ ਦੀ। ਟ੍ਰਾਂਸਮਿਸ਼ਨ ਆਫ ਰੈਫਰੈਂਸਸ ਫਰੋਮ ਦਾ ਸਬ ਰਜਿਸਟਰਾਰ ਟੂ ਦਾ ਇੰਸਪੈਕਟਰ ਜਨਰਲ, ਜਿੱਥੇ ਕਿਤੇ ਕੋਈ ਡਾਕੂਮੈਂਟ ਦੇ ਸੰਬੰਧ ਵਿੱਚ ਕੋਈ ਰੈਫਰੈਂਸ ਮੰਗਿਆ ਗਿਆ ਹੋਵੇ, ਕੋਈ ਰਹਿ ਲਈ ਗਈ ਹੋਵੇ ਸਬ ਰਜਿਸਟਰਾਰ ਵੱਲੋਂ ਰਜਿਸਟਰਾਰ ਤੋਂ, ਜੇ ਰਜਿਸਟਰਾਰ ਆਪਦੇ ਪੱਧਰ ਤੇ ਦੇ ਸਕਦੇ ਤਾਂ ਠੀਕ ਹੈ, ਨਹੀਂ ਉਹ ਜਿਹੜਾ ਰੈਫਰੈਂਸ ਹੈਗਾ ਉਹ ਜਿਹੜਾ ਆਈਜੀ ਨੂੰ ਵੀ ਭੇਜਿਆ ਜਾ ਸਕਦਾ ਫਾਰ ਦਾ ਡਿਸੀਜ਼ਨ। ਉਹ ਕਹਿੰਦੇ 205 ਦੇ ਦੱਸਿਆ ਗਿਆ ਵੀ ਬਿਨਾਂ ਮਤਲਬ ਦੇ ਜਿਹੜੇ ਰੈਫਰੈਂਸ ਨੇ ਉਹ ਨਹੀਂ ਭੇਜਣੇ ਚਾਹੀਦੇ, ਜੇ ਕਿਤੇ ਜ਼ਰੂਰਤ ਪੈਂਦੀ ਹੈ ਤਦ ਹੀ ਜਿਹੜਾ ਹੈਗਾ ਰੈਫਰੈਂਸ ਹੈ ਉਹ ਬਣਾ ਕੇ ਭੇਜਣਾ ਜਾਂਦਾ ਹੈ, ਜਿੱਥੇ ਕਿਤੇ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। correspondences between the registrar and the IG ਇੰਗਲਿਸ਼ ਹੋ ਸਕਦੀ ਹੈ। 207 ਕੇ ਇੰਸਪੈਕਟਰ ਜਨਰਲ ਰਿਕੁਜੀਸ਼ਨ ਕੋਈ ਪ੍ਰੋਮਪਟਲੀ ਟੈਂਡਰਡ, ਜਿੱਥੇ ਕਿਤੇ ਕੋਈ ਰਿਕਾਰਡ ਮੰਗਿਆ ਹੈਗਾ ਆਈਜੀ ਵੱਲੋਂ ਮੰਗਿਆ ਗਿਆ ਤਾਂ ਉਸ ਨੂੰ ਤੁਰੰਤ ਹੀ ਜਿਹੜਾ ਹੈਗਾ ਭੇਜਣਾ ਬਣਦਾ ਹੁੰਦਾ ਹੈ। ਫਿਰ 208 'ਚ ਕਿਹਾ ਗਿਆ ਇੰਸਪੈਕਸ਼ਨ ਆਫ ਦਾ ਆਫਿਸਰਸ, ਰਜਿਸਟਰਾਰ ਟੂ ਇੰਸਪੈਕਟ ਆਫਿਸ ਆਫ ਦਾ ਸਬ ਰਜਿਸਟਰਾਰ ਐਟ ਲੀਸਟ once a year
ਸਾਲ ਦੇ ਵਿੱਚ ਘੱਟੋ ਘੱਟ ਕਹਿੰਦੇ ਇੱਕ ਵਾਰੀ ਜਿਹੜਾ ਹੈਗਾ ਰਜਿਸਟਰਾਰ ਵੱਲੋਂ ਸਬ ਰਜਿਸਟਰਾਰ ਜਿਹੜਾ ਆਫਿਸ ਹੈ ਉਹ ਚੈੱਕ ਕੀਤਾ ਜਾਂਦਾ ਹੈ। ਇੰਸਪੈਕਸ਼ਨ ਰਿਪੋਰਟ ਵਾਟ ਟੂ ਕੰਟੇਨ, ਇੰਸਪੈਕਸ਼ਨ ਜਿਹੜੀ ਰਿਪੋਰਟ ਹੈ ਉਹ 'ਚ ਕੀ ਹੋਣਾ ਚਾਹੀਦਾ ਹੈ। ਵੈਨ ਰਜਿਸਟਰਾਰ ਹੈਜ਼ ਕੰਪਲੀਟਡ ਹਿਸ ਇੰਸਪੈਕਸ਼ਨ, ਆਪਾਂ ਰੋਜ਼ ਦੇਖਦੇ ਹਾਂ ਕਿ ਇੰਸਪੈਕਸ਼ਨ ਰਿਪੋਰਟ 'ਚ ਕੀ ਹੁੰਦਾ ਹੈ। ਰਜਿਸਟਰਿੰਗ ਆਫਿਸ ਦਾ ਨਾਮ ਹੁੰਦਾ ਹੈ, ਕੌਣ ਕਿਹੜਾ ਅਧਿਕਾਰੀ ਸੀ, ਕਿਹੜੇ ਪੀਰੀਅਡ ਦੀ ਇੰਸਪੈਕਸ਼ਨ ਹੋ ਰਹੀ ਹੈ, ਜ਼ਿਆਦਾਤਰ ਜਿਹੜਾ ਸਾਲ ਹੈਗਾ ਕਿਹੜੇ ਸਾਲ 'ਚ ਹੋ ਰਹੀ ਹੈ, ਉਸ ਵੇਲੇ ਕਿਹੜਾ ਆਫਿਸਰ ਹੈ ਜਿਹੜਾ ਰਜਿਸਟਰਿੰਗ ਆਫਿਸਰ ਹੈ, ਕਿਹੜਾ ਉਹਦੇ ਸਟਾਫ ਹੈਗਾ, ਉਹਦਾ ਕੀ ਨਾਮ ਹੈਗਾ, ਕਿਹੜੇ ਸਮੇਂ ਦੀ ਕਰ ਰਹੇ ਹਾਂ ਅਸੀਂ। ਠੀਕ ਹੈ, ਇਹ ਸਾਰੀਆਂ ਜਿਹੜੀਆਂ ਐਂਟਰੀਆਂ ਹੁੰਦੀਆਂ ਨੇ ਉਹ ਦਰਜ ਕੀਤੀਆਂ ਜਾਂਦੀਆਂ ਨੇ। ਤੇ ਨਾਲ ਹੀ ਫਿਰ ਕੀ ਹੈਗਾ, ਪੁਆਇੰਟਸ ਟੂ ਬੀ ਨੋਟਡ, ਜੇ ਕਿਤੇ ਕੋਈ 210 ਕਿਹਾ ਹੈਗਾ ਵੀ ਕੋਈ ਪੁਆਇੰਟਸ ਹੈਗੇ ਨੇ, ਕੋਈ ਐਰਰਸ ਹੈਗੀਆਂ ਨੇ, ਉਹਨਾਂ ਨੂੰ ਵੀ ਇਸ ਜਿਹੜੀ ਇੰਸਪੈਕਸ਼ਨ ਤੁਹਾਡੀ ਹੈਗੀ ਹੈ ਜਿਹੜੀ ਰਜਿਸਟਰਾਰ ਵੱਲੋਂ ਕੀਤੀ ਜਾ ਰਹੀ ਹੈ ਉਹ 'ਚ ਦਰਜ ਕੀਤਾ ਜਾਣਾ ਚਾਹੀਦਾ ਹੈ। ਫਿਰ ਇਸ਼ੂ ਆਫ ਨੈਸੈਸਰੀ ਆਰਡਰਸ, ਜੇ ਪੂਰੀ ਇੰਸਪੈਕਸ਼ਨ ਕਰਨ ਤੋਂ ਬਾਅਦ ਲੱਗਦਾ ਕੋਈ ਰਜਿਸਟਰਾਰ ਨੂੰ ਵੀ ਕੋਈ ਸਪੈਸ਼ਲ ਇੰਸਟਰਕਸ਼ਨ ਦੇਣੀਆਂ ਬਣਦੀਆਂ ਨੇ ਰਜਿਸਟਰਿੰਗ ਆਫਿਸਰ ਨੂੰ, ਤਾਂ ਜਿਹੜਾ 211 ਪੈਰਾ ਹੈਗਾ, ਇਸ਼ੂ ਆਫ ਨੈਸੈਸਰੀ ਆਰਡਰਸ ਟੂ ਦਾ ਰਜਿਸਟਰਿੰਗ ਆਫਿਸਰ ਕੰਸਰਨਡ ਐਟ ਦਾ ਐਂਡ ਆਫ ਦਾ ਇੰਸਪੈਕਸ਼ਨ, ਲਾਸਟ ਦੇ ਵਿੱਚ ਕਹਿੰਦੀ ਹੈਗੀ ਉਹ ਸੈਕਸ਼ਨਾਂ ਦਿੱਤੀਆਂ ਜਾਂਦੀਆਂ ਹੈਗੀਆਂ ਨੇ। ਇਹ ਅੱਗੇ ਦੱਸਿਆ ਗਿਆ ਸਟੈਂਪ ਡਿਊਟੀ ਕਿੰਨੀ ਲੱਗੀ, ਇਹ ਸਾਰਾ ਬਦਲ ਚੁੱਕਿਆ ਹੈਗਾ, ਇਹਦੀ ਕੋਈ ਰੈਲੀਵੈਂਸੀ ਨਹੀਂ ਹੁਣ ਹੈਗੀ। ਠੀਕ ਹੈ, ਅੱਗੇ ਜਾ ਕੇ ਤੁਹਾਡੇ ਹੈਗੀ ਰਿਟਰਨਾਂ ਦਿੱਤੀਆਂ, ਇਹਦੇ ਪਰਫਾਰਮੈਂਸ ਦਿੱਤੇ ਗਏ ਨੇ, ਇਹਦੀ ਕੋਈ ਲੋੜ ਨਹੀਂ ਪੈਂਦੀ ਹੈਗੀ। ਠੀਕ ਹੈ, ਇਹਦੇ ਨਾਲ ਜਿਹੜਾ ਤੁਹਾਡਾ ਰਜਿਸਟ੍ਰੇਸ਼ਨ ਮੈਨੂਅਲ ਹੈ ਇਹ ਅੱਜ ਖਤਮ ਹੋ ਜਾਂਦਾ ਹੈ। ਠੀਕ ਹੈ ਜੀ, ਤੁਹਾਡਾ ਜਿਹੜਾ ਪੇਪਰ 4 ਹੈ ਇਹ ਖਤਮ ਹੋ ਚੁੱਕਿਆ। ਹੁਣ ਕੱਲ ਅਸੀਂ ਹੈਗਾ ਪੇਪਰ ਨੰਬਰ 5 CRPC ਡਿਸਕਸ ਕਰਾਂਗੇ। ਠੀਕ ਹੈ ਜੀ, ਕਿਸੇ ਦਾ ਕੋਈ ਕੁਐਸਚਨ ਕਰ ਸਕਦਾ ਹੈ ਜੀ। ਕੋਸ਼ਿਸ਼ ਇਹ ਕਰਨੀ ਹੈ ਵੀ ਜੇ ਤੁਹਾਡੇ ਕੋਲੇ ਐਕਟ ਦੇ ਵਿੱਚੋਂ ਆਨਸਰ ਦਿੱਤਾ ਜਾਣਾ ਬਣਦਾ ਹੈਗਾ, ਜੇ ਕਿਤੇ ਐਕਟ ਦੇ ਵਿੱਚ ਨਹੀਂ ਹੈਗਾ, ਵੈਸੇ ਮੈਂ ਦੇਖਿਆ ਜਿਹੜਾ ਰਜਿਸਟ੍ਰੇਸ਼ਨ ਮੈਨੂਅਲ ਹੈ ਇਹ ਸਾਰਾ ਐਕਟ ਦੇ ਵਿੱਚ ਅਸੀਂ ਪਹਿਲਾਂ ਆਲਰੇਡੀ ਪੜ੍ਹ ਕੇ ਗਏ ਹਾਂ। ਜੇ ਕਿਤੇ ਐਕਟ ਦੇ ਵਿੱਚ ਤੁਹਾਨੂੰ ਕੁਐਸਚਨ ਨਹੀਂ ਲੱਭਦਾ ਤਾਂ ਤੁਸੀਂ ਜਿਹੜਾ ਹੈਗਾ ਰੈਫਰ ਕਰੋ ਇਸ ਨੂੰ ਮੈਨੂਅਲ ਨੂੰ, ਅਦਰਵਾਈਜ਼ ਲੋੜ ਨਹੀਂ ਹੈਗੀ। ਇਸ ਵੇਲੇ ਸਰ ਇਦਾਂ ਦੇ ਕੁਐਸਚਨ ਆ ਜਾਂਦੇ ਜਿਹਦਾ ਸਹਾਇਕ ਸਟਾਫ ਹੈ, ਰਜਿਸਟ੍ਰੇਸ਼ਨ ਦਾ ਸਟੈਂਪ ਵੈਂਡਰ ਹੈ ਜਾਂ ਹੋਰ ਹੈ, ਉਹਨਾਂ ਦੀਆਂ ਡਿਊਟੀਆਂ ਬਾਰੇ ਆ ਜਾਂਦੀ ਹੈ, ਉਹ ਹੈ ਨਹੀਂ ਕਿਤੇ ਰੈਫਰੈਂਸ ਉਸ ਟਾਈਮ ਮੈਂ ਬਾਤ ਦਹਾ ਪੰਨਾ ਮੈਂ ਚੱਲਿਆ। ਹਾਂ ਕਹਿੰਦੇ ਮਾਈਕ ਬੰਦ ਕਰਿਓ, ਕਹਿੰਦੇ ਸਾਹਿਬ ਮਾਈਕ ਬੰਦ ਕਰਿਓ, ਤੁਸੀਂ ਇੱਥੋਂ ਬੰਦ ਕਰ ਦਿਓ ਸਾਰੇ। ਹਲੋ, ਹਾਂਜੀ, ਕਿਸੇ ਵੇਲੇ ਜਿਹੜਾ ਸਹਾਇਕ ਸਟਾਫ ਹੈ ਸਰ ਉਹਦੀ ਡਿਊਟੀ ਵਗੈਰਾ ਦਾ ਆ ਜਾਂਦਾ, ਉਹ ਕਿੱਦਾਂ ਮਤਲਬ ਇਹਦੇ ਵਿੱਚ ਕਿਤੇ ਆਇਆ ਨਹੀਂ ਕਿਤੇ। ਉਹ ਦੇਖ ਲਿਓ ਤੁਸੀਂ ਕਿਤੇ ਇਸ ਟਾਈਮ ਮੈਨੂਅਲ ਪੜ੍ਹ ਲਿਓ, ਥੋੜਾ ਬਹੁਤਾ ਦੇਖ ਲਿਓ, ਤੇ ਜੇ ਕੋਈ ਕੁਐਸਚਨ ਆਉਂਦਾ ਹੈਗਾ ਉਹ ਤੇ ਡਿਸਕਸ ਕਰ ਲਓਗੇ। ਜੇ ਆਪਾਂ ਕੁਐਸਚਨ ਪੇਪਰ ਪੜਾਂਗੇ ਉਦੋਂ ਦੇਖ ਲਾਂਗੇ। ਠੀਕ ਹੈ ਸਰ, ਠੀਕ। ਹਾਂ ਠੀਕ ਹੈ ਜੀ, ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ। ਠੀਕ ਹੈ ਸਰ, ਓਕੇ।